ਮਲਕੀਤ ਸਿੰਘ ਉਹਨਾਂ ਦਾ ਹੀ ਫੋਨ ਆ। ਹਾਂਜੀ ਮਲਕੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਂ ਖਿਮਾ ਚਾਹੁੰਦਾ ਮੈਂ ਅਸਲ 'ਚ ਕੰਮ ਤੇ ਆਇਆ, ਪਰ ਪਹਿਲਾਂ ਜਦੋਂ ਤੁਹਾਡੀ ਦੂਜੇ ਕਾਲ ਨਾਲ ਕਾਲ ਚੱਲਦੀ ਸੀ ਮੈਂ ਉਦੋਂ ਤੁਹਾਨੂੰ ਕਾਲ ਕਰ ਰਿਹਾ ਸੀ, ਪਰ ਚਲੋ ਤੁਹਾਡੀ ਉਹ ਕਾਲ ਲੰਬੀ ਚੱਲ ਗਈ ਸੀ। ਹਾਂਜੀ ਬਾਕੀ ਮੈਨੂੰ ਨਾ ਤੁਹਾਡਾ ਫੇਸਬੁੱਕ ਵਾਲਾ ਅਕਾਊਂਟ ਵੀ ਨਹੀਂ ਸੀ ਪਤਾ, ਮੈਨੂੰ ਹੁਣ ਆਈਡੀਆ ਹੋ ਗਿਆ ਵੀ, ਕਿਉਂਕਿ ਮੈਂ ਤੁਹਾਡਾ ਨਾਮ ਮਲਕੀਤ ਸਿੰਘ ਯੂਕੇ ਲਿਖਿਆ ਹੋਇਆ ਜੀ ਇੱਥੇ ਨਾ। ਠੀਕ ਹੈ ਜੀ, ਫੇਸਬੁੱਕ ਤੇ ਮੈਨੂੰ ਹੁਣ ਆਈਡੀਆ ਹੋ ਗਿਆ। ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ, ਦੇਖੋ ਆਪਾਂ ਏਦਾਂ ਕਰਦੇ ਹਾਂ, ਕਿਉਂਕਿ ਬਹਿਸ ਬਿਸਲ ਜੀ ਤੋਂ ਕੁਝ ਨਹੀਂ ਨਿਕਲਦਾ ਹਨਾ। ਤੁਸੀਂ ਕੋਈ ਵੀ ਟਾਈਮ ਰੱਖ ਲਓ, ਆਪਦੇ ਜਿਹੜੇ ਤੁਹਾਡੇ ਵਿਦਵਾਨ ਹੈਗੇ ਆ ਤੁਸੀਂ ਉਹਨਾਂ ਨੂੰ ਬੁਲਾ ਲਓ, ਆਪਾਂ ਜਿਹੜੀ ਹੈਗੀ ਆ ਉਹ ਗੱਲਬਾਤ ਕਰ ਲਾਂਗੇ ਹਨਾ। ਲੰਮਾ ਚੱਲਣੀ ਹੈ ਜੀ ਡਿਬੇਟ, ਜਾਨੀ ਕਦੇ ਉਹਦੇ ਨਾਲ ਹੋਣਾ ਨਹੀਂਗਾ ਇਹ, ਜਾਨੀ ਲੰਮੀ ਚੱਲਣੀ ਹੈ ਡਿਬੇਟ। ਨਹੀਂ ਕਿੱਦਾਂ ਕਰੋ, ਜਿੰਨੇ ਵੀ ਪ੍ਰੋਗਰਾਮ ਰੱਖਣੇ ਚਾਹੁੰਦੇ ਤੁਸੀਂ ਇੱਕ ਬਣਾ ਲਓ ਆਪਣਾ, ਜਿਸ ਤਰੀਕੇ ਦੇ ਨਾਲ ਵੀ ਤੁਸੀਂ ਪ੍ਰੋਗਰਾਮ ਲਿਖਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਆਪਾਂ ਗੱਲ ਕਰ ਲੈਂਦੇ ਹਨਾ। ਕਿਉਂਕਿ ਮੈਂ ਵਿਹਲਾ ਹੁੰਦਾ ਆ, ਪਰ ਚਲੋ ਸੈਟਰਡੇ ਸੰਡੇ ਵੀ ਮੈਂ 1 ਘੰਟਾ ਤਾਂ ਕੱਢ ਸਕਦਾ, 1 ਘੰਟਾ ਚੱਲਦਾ। ਤੁਸੀਂ ਸੈਟਰਡੇ ਸੰਡੇ ਵਿਹਲੇ ਹੁੰਦੇ ਹੋਗੇ ਤੁਸੀਂ? ਹਾਂਜੀ ਆਪਾਂ ਏਦਾਂ ਕਰਦੇ ਹਾਂ, ਤੁਸੀਂ ਰੱਖ ਲਓ ਟਾਈਮ, ਕਿਉਂਕਿ ਮੈਂ ਹੁਣ ਮੈਨੂੰ 20-25 ਮਿੰਟ ਹੋਏ ਕੰਮ ਤੇ ਲੱਗੇ ਨੂੰ ਨਾ, ਉਦੋਂ ਪਹਿਲਾਂ ਆਪਾਂ ਮੈਂ ਵੀ ਵਿਹਲਾ ਹੀ ਹੁੰਦਾ, ਮੈਂ ਐਵਰੀਡੇ ਵਿਹਲਾ ਹੀ ਹੁੰਦਾ ਉਦੋਂ ਪਹਿਲਾਂ। ਅੱਛਾ ਤੁਸੀਂ ਮੀਨਸ ਹੁਣ ਤੋਂ ਅੱਧਾ ਘੰਟਾ ਪਹਿਲਾਂ ਕੰਮ ਸ਼ੁਰੂ ਕੀਤਾ? ਹਾਂ ਮੈਨੂੰ ਅੱਧਾ ਕੁ ਘੰਟਾ ਗਿਆ ਸਾਡੇ, ਆਪਾਂ ਕਰ ਸਕਦੇ ਹਾਂ ਫਿਰ ਵੀਕ ਡੇ 'ਚ ਵੀ ਘੰਟੇ 1.5 ਘੰਟੇ ਦੀ ਕਰ ਸਕਦੇ ਹਾਂ ਕਿਸੇ ਦਿਨ। ਤੇ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ, ਚਲੋ ਤੁਹਾਡੇ ਨਾਲ ਡਿਬੇਟ ਤਾਂ ਕਰਨਗੇ ਇਹ ਆਪਣੇ ਗੁਰਚਰਨ ਸਿੰਘ ਜੂਨ ਵਾਲਾ, ਕਿਉਂਕਿ ਉਹਨਾਂ ਨੇ ਸਾਰਾ ਪੜ੍ਹਿਆ ਜੀ। ਮੈਂ ਤਾਂ ਪੜ੍ਹ ਰਿਹਾ ਇਹਨੂੰ, ਮੈਂ ਇਹਨੂੰ ਪੜ੍ਹ ਰਿਹਾ ਤੇ ਨਾਲ ਦੀ ਨਾਲ ਵਿਆਖਿਆ ਕਰਕੇ ਵੀ ਪਾ ਰਿਹਾ ਨਾਲ ਦੀ ਨਾਲ ਸਿੰਪਲ ਪੰਜਾਬੀ ਦੇ ਵਿੱਚ। ਇੱਕ ਬੇਨਤੀ ਕਰਦਾ, ਜਿੱਦਾਂ ਤੁਸੀਂ ਪਹਿਲੇ ਦਿਨ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਨਾ, ਮੈਂ ਤੁਹਾਨੂੰ ਕਿਹਾ ਮੈਂ ਡਿਬੇਟ ਨਹੀਂ ਕਰਨੀ। ਮੈਂ ਤੁਹਾਨੂੰ ਇਹ ਗੱਲ ਕਹੀ ਸੀਗੀ ਕਿ ਭਾਈ ਸਾਹਿਬ ਜੀ ਪਹਿਲਾਂ ਤੁਸੀਂ ਪੜ੍ਹ ਲਵੋ, ਕਿਉਂਕਿ ਡਿਬੇਟ ਬਿਨਾਂ ਪੜ੍ਹੇ ਤੋਂ ਕਰਨ ਦਾ ਤਾਂ ਕੋਈ ਲਾਭ ਨਹੀਂ। ਉਸ ਤੋਂ ਬਾਅਦ ਜਦੋਂ ਆਪਣੀ ਗੱਲ ਚੱਲੀ, ਮੈਂ ਤੁਹਾਨੂੰ ਉਦੋਂ ਵੀ ਇਹ ਬੇਨਤੀ ਕੀਤੀ ਸੀ, ਮੇਰੇ ਕੋਲ ਸਕਰੀਨਸ਼ਾਟ ਵੀ ਹੈਗੇ, ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜੇ ਵਿਦਵਾਨ ਦਾ ਤੁਹਾਨੂੰ ਲੱਗਦਾ ਆ ਵੀ ਆਹ ਵਿਦਵਾਨ ਚਰਚਾ ਕਰ ਸਕਦਾ ਤੁਸੀਂ ਉਹਨੂੰ ਬੁਲਾ ਲਓ, ਆਪਾਂ ਲਾਈਵ ਦੇ ਉੱਤੇ ਜਿਹੜੀ ਚਰਚਾ ਹੈਗੀ ਉਹ ਕਰ ਲੈਂਦੇ ਹਾਂ। ਠੀਕ ਹੈ ਚਲੋ ਮੈਂ ਗੱਲ ਕਰ ਲੈਂਦਾ ਉਹਨਾਂ ਦੇ ਨਾਲ। ਤੁਸੀਂ ਅਵੇਲੇਬਲ ਹੈਗੇ ਹੋ ਸਾਡੇ ਟਾਈਮ ਦੇ ਹਿਸਾਬ ਨਾਲ 12:30 ਵਜੇ ਤੱਕ 7 ਦਿਨ ਹਫਤੇ ਦੇ? ਹਾਂ 7 ਦਿਨ ਤਾਂ ਨਹੀਂ, ਮੈਂ ਵੈਸੇ ਹੀ ਪੁੱਛਦਾ ਵੀ ਕਿਸੇ ਵੀ ਦਿਨ ਤੁਸੀਂ ਇੱਕ ਦਿਨ ਵੀ ਹਫਤੇ 'ਚ ਹੋ ਜਾਵੇ ਬਹੁਤ ਹੈ ਜੀ। ਏਦਾਂ ਕਰੀਏ, ਦੇਖੋ ਆਪਾਂ ਏਦਾਂ ਕਰੀਏ, ਇੱਕ ਸਾਰਥਕ ਤਰੀਕੇ ਦੇ ਨਾਲ ਤੁਸੀਂ ਦਿਨ ਚੁਣ ਕੇ ਵੀਕ ਦੇ ਕਿਹੜੇ ਕਿਹੜੇ ਦਿਨ ਕਰਨੀ ਔਰ ਕਿਹੜੇ ਕਿਹੜੇ ਪਾਰਟਸ ਦੇ ਵਿੱਚ ਕਰਨੀ ਚਾਹੁੰਦੇ ਹੋ। ਰਾਮ ਅਵਤਾਰ ਤੇ ਕਰਨੀ ਆ, ਪੂਰਨ ਦਸਮ ਗ੍ਰੰਥ ਸਾਹਿਬ ਤੇ ਕਰਨੀ ਆ, ਕਿੱਥੇ ਕਿੱਦਾਂ ਕਰਨੀ ਆ ਤੁਸੀਂ ਬਣਾ ਲਓ ਹਨਾ। ਰਾਮ ਅਵਤਾਰ ਤਾਂ ਚਲੋ ਮੈਂ ਵੀ ਪੜ੍ਹ ਲਿਆ ਜੀ, ਮੈਂ ਵੀ ਡਿਬੇਟ ਕਰ ਸਕਦਾ। ਅਗਰ ਤੁਸੀਂ ਪੜ੍ਹਨ ਦੀ ਉਹ ਗੱਲ ਕਰਦੇ ਹੋ ਨਾ, ਰਾਮ ਅਵਤਾਰ ਮੈਂ ਸਾਰਾ ਪੜ੍ਹ ਲਿਆ ਜੀ, ਮੈਂ ਤਰਜਮਾ ਵੀ ਕਰਕੇ ਪਾ ਦੇਣਾ, ਉਹਦਾ ਪਹਿਲਾ ਹਿੱਸਾ ਪਾਤਾ। 10 ਦਿਨਾਂ ਦਾ ਕੰਮ ਹੈ ਮੇਰਾ, ਹੋਰ ਤਰਜਮਾ ਬਾਕੀ ਸਾਰਾ ਜੀ। ਕਿਉਂਕਿ ਉਹ 'ਚ ਫੇਰ ਤਾਂ ਇਹ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਮੈਂ ਪੜ੍ਹਿਆ ਨਹੀਂ ਤੇ ਜਾਂ ਸਮਝਿਆ ਨਹੀਂ ਜੀ। ਮੇਰੀ ਬੇਨਤੀ ਸੁਣ ਜਾਓ, ਇੱਕ ਚੀਜ਼ ਤਾਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਇੱਕ ਗੱਲ ਦਾ ਪਤਾ ਹਨਾ, ਜਦੋਂ ਗੱਲਬਾਤ ਹੋਏਗੀ ਉਹਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆਏਗੀ ਨਾ। ਹਾਂਜੀ ਜੋ ਤੁਹਾਡਾ ਮੰਨਣਾ ਆ, ਕੁਛ ਤੁਹਾਡਾ ਮੰਨਣਾ, ਕੁਛ ਸਾਡਾ ਮੰਨਣਾ। ਤੁਹਾਡਾ ਮੰਨਣਾ ਵੀ ਤੁਸੀਂ ਸੰਗਤ ਦੇ ਵਿੱਚ ਰੱਖ ਦੇਣਾ, ਅਸੀਂ ਆਪਣਾ ਮੰਨਣਾ ਰੱਖ ਦੇਣਾ, ਸੰਗਤ ਨੇ ਆਪੇ ਹੀ ਡਿਸਾਈਡ ਕਰਨਾ। ਚਲੋ ਮੇਰਾ ਫਿਰ ਫਾਰ ਦਾ ਟਾਈਮਿੰਗ ਇੱਕ ਸਵਾਲ ਹੈ, ਕਿਉਂਕਿ ਤੁਸੀਂ ਚਲੇ ਵੀ ਜਾਣਾ ਆ, ਵੀ ਜਿਹੜੇ 3 ਧੜੇ ਨੇ ਜਿਹੜੇ ਮੈਂ ਜਿਹਦੇ ਬਾਰੇ ਰੋਸ਼ਨੀ ਪਾਈ ਆ ਵੀ ਉਹਦੇ ਨਾਲ ਸਹਿਮਤ ਹੋ ਤੁਸੀਂ ਕਿ ਨਹੀਂ? ਜਿਹੜੇ ਦਸਮ ਗ੍ਰੰਥ ਨੂੰ ਮੰਨਣ ਵਾਲੇ 3 ਧੜੇ ਨੇ, ਅਗਰ ਕਹੋ ਤਾਂ ਮੈਂ ਕੋਈ ਦੱਸ ਵੀ ਦਿੰਦਾ ਕਿਹੜੇ 3 ਧੜੇ ਨੇ ਜੀ। ਇੱਕ ਧੜਾ ਹੈਗਾ ਜਿਹੜਾ ਗੁਰੂ ਗ੍ਰੰਥ ਜਿਹੜੀ ਦਸਮ ਗ੍ਰੰਥ ਦੀ ਬਾਣੀ ਦਾ, ਕੁਝ ਬਾਣੀਆਂ ਜਿਹੜੀਆਂ ਇਹਦੇ 'ਚ ਬਾਣੀਆਂ ਦਰਜ ਨੇ, ਕੁਝ ਇੱਕ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਦਾ, ਇੱਕ ਧੜਾ ਜੀ। ਉਹਦੇ ਵਿੱਚ ਤੁਸੀਂ ਕਿਹਨੂੰ ਰੱਖ ਲਿਆ? ਉਹਦੇ 'ਚ ਹਰਦੇਵ ਸਿੰਘ ਜਮੂਨੀ ਆ ਗਏ ਜੀ। ਠੀਕ ਹੈ ਜੀ। ਨਹੀਂ ਜਿਹੜੀ ਇਹ ਵਿਚਾਰਧਾਰਾ ਹੈਗੀ ਆ, ਜਿਹੜਾ ਮੇਰਾ ਆਪਣਾ ਤਜਰਬਾ ਜੀ, ਕੌਣ ਇਹਨੂੰ ਮੰਨਦਾ ਨਹੀਂ ਹੈਗਾ, ਪਰ ਇਹ ਹੈਗਾ ਨੈਰੇਟਿਵ। ਮੇਰੀ ਬੇਨਤੀ ਸੁਣਿਓ, ਜਿਸ ਤਰੀਕੇ ਨਾਲ ਤੁਸੀਂ ਮੈਨੂੰ ਜਿਸ ਲਿਆਕਤ ਨਾਲ ਸਵਾਲ ਰੱਖਿਆ ਉਸ ਲਿਆਕਤ ਨਾਲ ਮੈਂ ਵੀ ਤੁਹਾਨੂੰ ਰੱਖਿਆ ਨਾ। ਨਹੀਂ ਉਹਦੇ 'ਚ ਹਰਦੇਵ ਸਿੰਘ ਜਮੂਨੀ ਹੈਗੇ ਨੇ ਵੀ, ਕਿਹੜੇ ਹੈਗੇ ਨੇ ਮੁੱਖ ਧਿਰਾਂ ਤਾਂ ਮੈਂ ਤੁਹਾਨੂੰ ਨਹੀਂ ਗਿਣਾ ਸਕਦਾ, ਤੁਸੀਂ ਧਿਰਾਂ ਤੇ ਸੁਣ ਲਓ। ਜਾਨੀ ਇਹ ਮੇਰੀ ਜਾਣਕਾਰੀ 'ਚ ਨੇ, ਮੈਂ ਜ਼ਿੰਮੇਵਾਰੀ ਨਾਲ ਇਹ ਡੈਫੀਨੇਸ਼ਨ ਜਿਹੜੀ ਇਹ ਜਾਨੀ ਤੱਥ ਆਬਜ਼ਰਵੇਸ਼ਨ ਹੈ ਮੇਰੀ। ਦੂਜਾ ਧੜਾ ਜਿਹੜਾ ਗੁਰੂ ਗ੍ਰੰਥ ਦਸਮ ਗ੍ਰੰਥ ਦੀ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਮੰਨਦਾ, ਤੇ ਉਹ ਇਹ ਕਹਿੰਦਾ ਵੀ ਇਹ ਬ੍ਰਾਹਮਣਵਾਦ ਦਾ ਖੰਡਨ ਕੀਤਾ ਗਿਆ ਆ, ਉਹਦੇ 'ਚ ਤੁਸੀਂ ਆ ਜਾਂਦੇ ਹੋ ਜੀ। ਠੀਕ ਹੈ ਜੀ। ਤੀਸਰਾ ਧੜਾ ਜਿਹੜਾ ਸਾਰੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦਾ ਆ, ਤੇ ਪਰ ਤੁਹਾਡੇ ਉਲਟ ਮੰਨਣਾ ਉਹਦਾ ਵੀ ਇਹ ਬ੍ਰਾਹਮਣਵਾਦ ਦੀ ਪ੍ਰੌੜਤਾ ਕਰ ਰਿਹਾ, ਉਹਦੇ ਵਿੱਚ ਆ ਗਏ ਹਰਨਾਮ ਸਿੰਘ ਧੁੰਮੇ ਹੋਣੀ ਜੀ। ਹਾਂ ਦਸਮ ਗ੍ਰੰਥ ਨੂੰ ਉਹ ਵੀ ਕਹਿ ਰਹੇ ਖੰਡਨ ਕਰਦਾ, ਮੈਂ ਵੀ ਕਹਿ ਰਿਹਾ ਖੰਡਨ ਕਰਦਾ, ਦੋਨਾਂ 'ਚ ਡਿਫਰੈਂਟ ਕੀ ਹੈ? ਨਹੀਂ ਖੰਡਨ ਨਹੀਂ, ਪ੍ਰੌੜਤਾ। ਜਿਹੜਾ ਤੀਸਰਾ ਹੈ ਉਹ ਪ੍ਰੌੜਤਾ ਕਰ ਰਿਹਾ ਵੀ ਇਹ ਬ੍ਰਾਹਮਣ, ਜਿਵੇਂ ਆਪਣੇ ਧੁੰਮੇ ਉਹਨਾਂ ਨੇ ਪਿੱਛੇ ਜੇ ਸਟੇਟਮੈਂਟ ਦਿੱਤੀ ਹੈ ਵੀ 33 ਕਰੋੜ ਦੇਵੀ ਦੇਵਤਿਆਂ ਨੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਪਰਮਾਤਮਾ ਦੇ ਨਾਲ ਤੇ ਇੱਥੇ ਸੇਵਾ ਕੀਤੀ ਹੈ। ਹਾਂਜੀ ਹਾਂਜੀ ਹਾਂਜੀ। ਇਹ ਧੜਾ ਜਿਹੜਾ ਹੈਗਾ ਇਹ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹੋਏ ਆਪਾਂ 2 ਧੜੇ ਭੁੱਲ ਗਏ ਜੀ। ਅੱਛਾ 2 ਧੜੇ ਹੋਰ ਨੇ ਹਲੇ? ਹਾਂਜੀ 2 ਧੜੇ ਹੋਰ ਨੇ। ਇੱਕ ਧੜਾ ਉਹ ਆ ਜਿਹੜਾ ਤੁਹਾਡੇ ਨਾਲ ਬੈਠ ਕੇ ਗੋਲਡੀ ਦੇ ਰੂਪ 'ਚ ਗੱਲ ਕਰਕੇ ਗਿਆ ਸੀ, ਜਿਹੜੇ
ਜਦੋਂ ਵੀਡੀਓ ਪਾਉਂਦੇ ਨਲਾਇਕ ਤੇ ਇਹ ਗੱਲ ਕਹਿੰਦੇ ਨੇ ਸਾਨੂੰ ਚੌਪਈ ਸਾਹਿਬ ਦੀ ਬਾਣੀ ਤੇ ਸਾਨੂੰ ਜਿਹੜੀ ਜਾਪ ਸਾਹਿਬ ਦੀ ਬਾਣੀ ਉਹ ਕੰਠ ਆ, ਅਸੀਂ ਇੰਨੀ ਬਾਣੀ ਮੰਨਦੇ ਆ। ਪਰ ਜਦੋਂ ਇੰਡੀਆਨਾ ਦੇ ਵਿੱਚ, ਅਮਰੀਕਾ ਦੇ ਵਿੱਚ ਉਹ ਕਹਿੰਦੇ ਅਸੀਂ 10ਵੀਂ ਦੀ ਬਾਣੀ ਨਹੀਂ ਪੜ੍ਹਨੀ ਤੇ ਉੱਥੇ ਵਧਾਈ ਪੱਤਰ ਭੇਜਦੇ ਆ। ਸਰਦਾਰ ਸਾਹਿਬ ਉਹ ਧੜਾ ਹੈ ਹੀ ਨਹੀਂ ਤਾਂ ਉਹ ਫਿਰ ਦੋਗਲਾ ਬਣਿਆ ਜੀ। ਉਹ ਹਾਂਜੀ, ਉਹ ਧੜਾ ਥੋੜੋ ਆ, ਉਹ ਤਾਂ ਇਹ ਤਾਂ ਧੜੇ ਉਹ ਨੇ ਜਿਹੜੇ ਡਟ ਕੇ ਸੀ। ਇਹ ਫਿਰ ਦੋਗਲੇਪਣ ਵਾਲਾ ਧੜਾ ਆ ਗਿਆ ਵੀ ਮੰਨਦੇ ਵੀ ਆ ਤੇ ਨਹੀਂ ਵੀ ਮੰਨਦੇ। ਉਹੀ ਉਹ ਪਰ ਆਪਾਂ ਨੇ ਇੱਕ ਗੱਲ ਤੇ ਤੁਸੀਂ ਮੇਰੀ ਮੰਨੋਗੇ ਨਾ ਵੀ ਉਹੀ ਦੋਗਲੇ ਬੰਦੇ ਤੁਹਾਡੇ ਨਾਲ ਪ੍ਰੋਗਰਾਮ ਕਰ ਜਾਂਦੇ ਆ। ਨਹੀਂ, ਮੇਰੇ ਨਾਲ ਕੋਈ ਪ੍ਰੋਗਰਾਮ ਜਿਹੜਾ ਮੇਰੇ ਨਾਲ ਮੇਰੇ ਵਿਸ਼ੇ ਦੇ ਉੱਤੇ ਨਹੀਂ ਕਰਕੇ ਗਿਆ ਜੀ। ਹਾਂਜੀ, ਗੋਲਡੀ ਭਾਜੀ ਪ੍ਰੋਗਰਾਮ ਨਹੀਂ ਕਰਕੇ ਗਿਆ ਤੁਹਾਡੇ ਨਾਲ? ਕਿਹੜੇ ਵਿਸ਼ੇ ਦੇ ਉੱਤੇ? ਨੇਕੀ ਟੱਡਰੀ ਦੇ ਵਿਸ਼ੇ ਤੇ ਕਰਕੇ ਗਏ ਨੇ ਇੱਕ ਦਿਨ, ਔਰ ਇੱਕ ਦਿਨ ਤੁਹਾਡੇ ਜਤਿੰਦਰ ਸਿੰਘ ਹੁਣੀ ਆ ਗਏ ਸੀਗੇ ਅਮਰੀਕਾ ਵਾਲੇ, ਉਹਨਾਂ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ। ਤੁਹਾਨੂੰ ਇਹ ਨਹੀਂ ਲੱਗਦਾ ਵੀ ਦੋ ਕਮ ਸੇ ਕਮ, ਦੇਖੋ ਤੁਸੀਂ ਧੜੇ ਕਿਹਾ ਮੈਂ ਮੰਨ ਗਿਆ, ਨਹੀਂ ਪਰ ਜਿਹੜੇ ਦੋਗਲੇ ਬੰਦੇ ਆ ਕਮ ਸੇ ਕਮ ਉਹਨਾਂ ਤੋਂ ਸਾਨੂੰ ਦੂਰੀ ਬਣਾਉਣੀ ਚਾਹੀਦੀ ਆ। ਨਹੀਂ ਹੁਣ ਜਿਹੜੇ ਦੋਗਲੇ, ਮੈਂ ਤੁਹਾਡੀ ਗੱਲ ਮੰਨਦਾ ਆ, ਜਿੱਥੇ ਇਹ ਜਿਹੜੀ ਤੁਸੀਂ ਗੱਲ ਦੱਸੀ ਆ ਇਹਨਾਂ ਦੀ ਜਿਹੜਾ ਦੋਗਲੇਪਣ ਵਾਲੀ, ਮੈਨੂੰ ਨਹੀਂ ਪਤਾ ਉਹਨੇ ਕਿੱਥੇ ਕਹੀ ਆ, ਤੁਸੀਂ ਕਿਹਾ ਪਰ ਮੈਂ ਮੰਨ ਲੈਂਦਾ ਆ। ਪਰ ਅਗਰ ਮੇਰੇ ਪ੍ਰੋਗਰਾਮ 'ਚ ਆ ਕੇ ਇਹ ਦੋਗਲਾ ਸਟੈਂਡ ਲੈਣਗੇ ਨਾ, ਦੇਖੋ ਜਿਹੜਾ ਮੇਰੇ ਪ੍ਰੋਗਰਾਮ 'ਚ ਆ ਕੇ ਦੋਗਲਾ ਸਟੈਂਡ ਲੈਣਗੇ, ਮੈਂ ਉੱਥੇ ਅਗਰ ਮੈਂ ਉਹਨੂੰ ਮੰਨ ਲਵਾਂ ਫਿਰ ਤੁਸੀਂ ਮੇਰੇ ਤੇ ਕਿੰਤੂ ਕਰੋ। ਭਾਜੀ ਮੈਂ ਤੁਹਾਡੇ ਇੱਥੇ ਕਮੈਂਟ ਦੇ ਥੱਲੇ YouTube ਦੇ ਲਿੰਕ ਪਾ ਦਿਆਂਗਾ, ਜਿੱਥੇ ਜਿਹੜਾ ਸਰਬਜੀਤ ਧੁੰਦਾ ਕਹਿ ਰਿਹਾ, ਜਿੱਥੇ ਗੋਲਡੀ ਹੁਣੀ ਕਹਿ ਰਹੇ ਨੇ ਕਿ ਉਹ ਜਿਹੜੀ ਹੈਗੀ ਆ ਅੰਮ੍ਰਿਤ ਦੀਆਂ ਬਾਣੀਆਂ ਨੂੰ ਮੰਨਦੇ ਨੇ, ਨਿਤਨੇਮ ਦੀਆਂ ਬਾਣੀਆਂ ਨੂੰ ਮੰਨਦੇ ਨੇ। ਪਰ ਮੇਰਾ ਸਵਾਲ ਇਹ ਉੱਠਦਾ, ਉਹੀ ਸੇਮ ਬੰਦੇ, ਉਹੀ ਗੋਲਡੀ, ਉਹੀ ਸਰਬਜੀਤ ਧੁੰਦਾ ਇੰਡੀਆਨਾ ਵਾਲੀ ਕਮੇਟੀ ਨੂੰ ਮੁਬਾਰਕਬਾਦ ਭੇਜੀ ਜਾਂਦੇ ਆ। ਇਹ ਮੈਂ ਗੋਲਡੀ ਉਹਨਾਂ ਨੂੰ ਫੋਨ ਕਾਲ ਕਰਕੇ ਪੁੱਛ ਲੂੰਗਾ ਤੁਹਾਡਾ ਸਵਾਲ ਜੀ ਇਹ, ਕਿਉਂਕਿ ਮੇਰੀ ਨੌਲੇਜ ਜਿਹੜੀ ਤੁਸੀਂ ਗੱਲ ਦੱਸੀ ਆ ਵੀ ਦੋਗਲਾ ਸਟੈਂਡ ਆ, ਮੈਂ ਇੰਨੀ ਉਮੀਦ ਕਰ ਸਕਦਾ ਵੀ ਜਿੱਦਾਂ ਤੁਸੀਂ ਬਾਕੀਆਂ ਨੂੰ ਲਾਈਵ ਤੇ ਲੈਣੀ, ਇਹਨਾਂ ਨੂੰ ਲਾਈਵ ਤੇ ਸਵਾਲ ਕਰੋਗੇ ਵੀ ਇੱਕ ਬੰਨੇ ਤੋਂ ਤੁਸੀਂ ਮੇਰੇ ਨਾਲ ਆਣ ਕੇ 10ਵੇਂ ਪਾਤਸ਼ਾਹ ਦੀ ਬਾਣੀ ਦੀ ਵਿਰੋਧਤਾ ਕਰੀ ਜਾਂਦੇ ਆ ਤੇ ਨਾਲੇ ਦੂਜੇ ਬੰਨੇ ਕਹੀਏ ਨਹੀਂ ਮੰਨਦੇ ਆ, ਇਹਨਾਂ ਦਾ ਤੁਹਾਡਾ ਫਰਜ਼ ਬਣਦਾ ਕਿ ਨਹੀਂ? ਨਹੀਂ, ਜਿਹੜੇ ਵਿਰੋਧਤਾ ਵਾਲਾ ਤਾਂ ਮੈਂ ਸੁਣਿਆ ਇਹਨਾਂ ਦੀ, ਜਿਹੜੀ ਮੰਨਦੇ ਵਾਲੇ ਨੇ ਉਹ ਕਿਹੜੀ ਘਟਨਾ ਹੈਗੀ ਹੈ? ਮੈਂ ਤੁਹਾਡੇ ਲਈ ਮੈਂ ਗੱਲ ਕਰਦਾ, ਮੈਂ ਗੋਲਡੀ ਉਹਨਾਂ ਦੀ ਗੱਲ ਕਰਦਾ ਜੀ, ਕਿਉਂਕਿ ਮੈਂ ਇਹਨਾਂ ਦੀ ਗੱਲ ਹੀ ਕਰ ਰਿਹਾ ਵੀ ਜੇ ਮੈਂ ਤੁਹਾਨੂੰ ਲਾਈਵ ਇਹਨਾਂ ਦੇ ਲਿੰਕ ਭੇਜ ਦਵਾਂ ਫਿਰ ਤੁਸੀਂ ਲਾਈਵ ਤੇ ਸਵਾਲ ਕਰੋਗੇ? ਹਾਂ ਬਿਲਕੁਲ ਬਿਲਕੁਲ, ਆਪਾਂ ਗੋਲਡੀ ਉਹਨਾਂ ਨੂੰ ਇਕੱਲੇ ਲੈ ਆਵਾਂਗੇ ਜੀ। ਤੁਸੀਂ ਮੈਨੂੰ ਕਿਉਂਕਿ ਇਹਨਾਂ ਦੀਆਂ ਪੋਸਟਾਂ ਮੈਂ ਦੇਖੀਆਂ ਨੇ ਦਸਮ ਗ੍ਰੰਥ ਦੇ ਵਿਰੋਧਤਾ ਵਾਲੀਆਂ, ਅਗਰ ਹੱਕ ਦੇ ਵਿੱਚ ਕੋਈ ਹੈਗੀ ਆ ਤਾਂ ਜ਼ਰੂਰ ਭੇਜ ਦਿਓ, ਆਪਾਂ ਇਕੱਲੇ ਕਾਲ ਕਰ ਲਾਂਗੇ ਜੀ ਉਹਨਾਂ ਨੂੰ। ਮੈਂ ਤੁਹਾਨੂੰ ਪੰਥਪ੍ਰੀਤ ਦੀਆਂ ਵੀ ਭੇਜ ਦਿਆਂਗਾ, ਮੈਂ ਤੁਹਾਨੂੰ ਇਹਨਾਂ ਦੀਆਂ ਸਟੇਟਮੈਂਟਾਂ ਵੀ ਭੇਜ ਦਾਂਗਾ, ਸਾਰੀਆਂ ਸਟੇਟਮੈਂਟਾਂ YouTube ਤੇ ਹੈਗੀਆਂ। ਠੀਕ ਹੈ ਜੀ, ਆਪਾਂ ਸਿੱਧਾ ਸਵਾਲ ਖੜਾ ਕਰਾਂਗੇ ਜੀ ਨਾ, ਤੁਸੀਂ ਆਪਣਾ ਸਟੈਂਡ ਕਲੀਅਰ ਕਰਨਾ, ਦਸਮ ਗ੍ਰੰਥ ਨੂੰ ਇੱਕ ਪਾਸੇ ਨਾ ਮੰਨਣਾ ਤੇ ਦੂਸਰੇ ਪਾਸੇ ਮੰਨੀ ਜਾਣਾ, ਤੇ ਦੋਗਲਾ ਸਟੈਂਡ ਛੱਡੋ। ਦੋਗਲਾ ਸਟੈਂਡ ਵਾਲੇ ਜਿਹੜੇ ਬੰਦੇ ਆ ਉਹ ਤੁਹਾਡੇ ਨਾਲ ਰੇਡੀਓ ਤੇ ਜਦੋਂ ਆਉਂਦੇ ਨੇ ਫਿਰ ਉਹ, ਕਿਉਂਕਿ ਦੇਖੋ ਜੇ ਮੇਰੇ ਨਾਲ ਕੋਈ ਏਕਨੂਰ ਤੇ ਗੱਲ ਕਰਕੇ ਜਾਂਦਾ ਉੱਥੇ ਮੇਰੀ ਜ਼ਿੰਮੇਵਾਰੀ ਬਣਦੀ ਆ, ਜੇ ਇੱਥੇ ਤੁਹਾਡੇ ਨਾਲ ਕੋਈ ਕਰਕੇ ਜਾਂਦਾ ਤਾਂ ਮੈਂ ਸਵਾਲ ਨਾਰਮਲੀ ਤੁਹਾਨੂੰ ਕਰੂੰਗਾ ਨਾ। ਨਹੀਂ ਤੁਸੀਂ ਕਰੋਗੇ, ਪਰ ਉਹ ਜਿਹੜਾ ਉਹਦੇ ਦੋਗਲੇ ਸਟੈਂਡ ਵਾਲਾ, ਮੈਨੂੰ ਪਹਿਲਾਂ ਵੀ ਇੱਕ ਵਾਰੀ ਕਿਸੇ ਨੇ ਸਵਾਲ ਕੀਤਾ ਸੀ, ਹਰਦੇਵ ਸਿੰਘ ਜੰਮੂ ਨੇ ਵੀ ਸਵਾਲ ਕੀਤਾ ਸੀਗਾ, ਬਚਿੱਤਰੀ ਇਹ ਸ਼ਬਦ ਕਿਸੇ ਨੇ ਯੂਜ਼ ਕੀਤਾ ਸੀ, ਉਦੋਂ ਗੋਲਡੀ ਹੁਣੀ ਆਏ ਹੋਏ ਸੀਗੇ, ਦੂਜੇ ਪਾਸਿਓਂ ਆ ਗਏ ਸੀਗੇ ਜਤਿੰਦਰ ਸਿੰਘ ਹੁਣੀ ਕੈਲੀਫੋਰਨੀਆ ਵਾਲੇ। ਜੰਮੂ ਹੁਣਾਂ ਨੇ ਸਪਸ਼ਟ ਕਰਤਾ, ਜਦੋਂ ਤੁਸੀਂ ਦਸਮ ਗ੍ਰੰਥ ਤੇ ਆਏ ਹੋ ਮਸਲੇ ਤੇ ਤੁਸੀਂ ਬੋਲੇ, ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਨਾਲ ਮੁੜ ਕੇ ਪ੍ਰੋਗਰਾਮ ਉਹ ਕਰਕੇ ਗਏ ਨੇ। ਨਹੀਂ ਉਹ ਮੈਨੂੰ ਦਸਮ ਗ੍ਰੰਥ ਨਹੀਂ, ਖੈਰ ਮੇਰੀ ਗੱਲਬਾਤ ਉਹਨਾਂ ਦੀ ਆਫ ਦਾ ਏਅਰ ਹੁੰਦੀ ਰਹਿੰਦੀ ਆ। ਉਹ ਕਹਿੰਦੇ ਵੀ ਮੈਂ ਉਹਨਾਂ ਦਾ ਇਤਰਾਜ਼ ਪਤਾ ਕੀ ਆ ਦਸਮ ਗ੍ਰੰਥ ਦੇ ਉੱਤੇ, ਪ੍ਰੋਗਰਾਮ ਉਹ ਕਰਨ ਆਉਂਦੇ ਹੈਗੇ ਨਾ ਨੇਕੀ ਢੱਡਰੀ ਦੇ ਉੱਤੇ। ਹਾਂ, ਨੇਕੀ ਢੱਡਰੀ ਦੇ ਮੇਰੇ ਪ੍ਰੋਗਰਾਮ ਹੋਏ ਨਹੀਂ ਪਿਛਲੇ ਲਗਭਗ 3 ਹਫ਼ਤੇ ਹੋ ਗਏ ਜੀ। ਅੱਛਾ ਜੀ, ਜਿੱਦਾਂ ਆਹ ਮੋਦੀ ਨੇ ਬਿਆਨ ਦਿੱਤਾ ਹੈ ਉਧਰੋਂ 2020 ਵਾਲੇ ਆ ਗਏ, ਜਾਨੀ ਮੇਰਾ ਫੋਕਸ ਜ਼ਿਆਦਾ ਇੱਧਰ ਹੀ ਰਹਿ ਗਿਆ। ਠੀਕ ਹੈ, ਦਸਮ ਗ੍ਰੰਥ ਦੇ ਬਾਰੇ ਮੇਰੀ ਉਹਨਾਂ ਦੇ ਨਾਲ ਬੜੀ ਲੰਮੀ ਚੌੜੀ ਡਿਸਕਸ਼ਨ ਹੋਈ ਆ। ਉਹ ਕਹਿੰਦੇ ਵੀ ਉਹਨਾਂ ਨੇ ਪੜ੍ਹਿਆ ਨਹੀਂ ਸੀਗਾ ਹਲੇ, ਪਰ ਉਹਨਾਂ ਦਾ ਬਾਣੀਆਂ ਵਾਲਾ ਕੁਐਸਚਨ ਹੈ ਜੀ, ਨਿਤਨੇਮ ਦੀਆਂ ਬਾਣੀਆਂ ਤੇ ਅੰਮ੍ਰਿਤ ਸੰਚਾਰ ਵਾਲਾ। ਉਹ ਕਹਿੰਦੇ ਬਾਕੀ ਮੈਨੂੰ ਦਸਮ ਗ੍ਰੰਥ ਨਾਲ ਕੋਈ ਲੈਣ ਦੇਣ ਨਹੀਂਗਾ, ਪਰ ਜਦੋਂ ਇਹ ਨਿਤਨੇਮ ਦੀਆਂ ਬਾਣੀਆਂ ਦੇ ਉੱਤੇ ਕੁਐਸਚਨ ਉੱਠਦਾ ਹੈ ਤੇ ਫਿਰ ਮੇਰਾ ਕੰਸਰਨ ਹੈ। ਮੈਂ ਕਿਹਾ ਜੰਮੂ ਸਾਹਿਬ ਆਪਾਂ ਲੈ ਆਵਾਂਗੇ, ਜੰਮੂ ਨੇ ਵੀ ਲੈ ਆਵਾਂਗੇ, ਪਹਿਲਾਂ ਆਪਾਂ ਗੋਲਡੀ ਉਹਨਾਂ ਵਾਲਾ ਕਲੀਅਰ ਕਰੀਏ ਜੀ। ਮੇਰੀ ਬੇਨਤੀ ਸੁਣਦੇ, ਉਹਨਾਂ ਨੇ ਤੁਹਾਨੂੰ ਆਪਣਾ ਸਪਸ਼ਟ ਕਲੀਅਰ ਸਟੈਂਡ ਦੱਸਤਾ ਨਾ, ਇੱਥੇ ਖੜਾ ਆ। ਹਾਂਜੀ, ਇਹੋ ਜਿਹੇ ਆਪਾਂ ਇਹ ਕਵਾਂਗੇ ਕਿ ਚਲੋ ਭਾਈ ਡਿਬੇਟ ਹੋ ਸਕਦੀ ਆ। ਹੁਣ ਜਿਹੜੇ ਬੰਦੇ ਸਟੈਂਡ ਦੇ ਪੱਕੇ ਨਹੀਂ, ਉਹਨਾਂ ਨੂੰ ਕਥਾਵਾਚਕ ਕਹਾਉਣ ਦਾ ਜਾਂ ਵਿਦਵਾਨ ਕਹਾਉਣ ਦਾ ਹੱਕ ਹੈਗਾ। ਮੈਂ ਕਹਿੰਦਾ ਮੈਂ ਸਵਾਲ ਖੜੇ ਕਰ ਦਿੰਦੇ ਜੀ ਪਾ ਕੇ ਇਹਨਾਂ ਦੇ ਜਿਹੜੇ ਕਮੈਂਟਸ ਹੈਗੇ ਨੇ, ਤੇ ਕਿਉਂਕਿ ਮੇਰੀ ਨਾ ਨਾਲ ਗੱਲਬਾਤ ਹੈ ਤੇ ਨਾ ਮੇਰੀ ਪੰਥਪ੍ਰੀਤ ਨਾਲ, ਗੋਲਡੀ ਉਹਨਾਂ ਨਾਲ ਹੈਗੀ ਆ, ਤੇ ਉਹਨਾਂ ਨੂੰ ਮੈਂ ਕਹਿ ਦੂੰਗਾ ਜੀ ਤੁਸੀਂ ਇਹਦੇ ਤੁਹਾਡੇ ਬਾਰੇ ਸਵਾਲ ਖੜੇ ਹੋਏ ਨੇ ਤੇ ਤੁਸੀਂ ਜਵਾਬ ਦੇ ਦਿਓ। ਇੱਕ ਮੇਰਾ ਤੁਹਾਨੂੰ ਸਵਾਲ ਹੋਰ ਸੀਗਾ, ਦੇਖੋ ਆਪਾਂ ਕਿਉਂਕਿ ਗੱਲ ਜਿਹੜੀ ਹੁੰਦੀ ਆ, ਤੁਸੀਂ ਕਿਹਾ ਵੀ ਬਾਬਾ ਜਰਨੈਲ ਸਿੰਘ ਸਾਹਿਬ ਹੁਣੀ ਜਿਹੜੇ ਸੀਗੇ ਜਦੋਂ ਕਾਲਰ ਨਾਲ ਗੱਲ ਕਰ ਰਹੇ ਸੀਗੇ ਵੀ ਕੋਈ ਬੰਦਾ ਆ ਜਿਹਨੂੰ ਉਹਨਾਂ ਨੇ ਕਿਹਾ, ਜਿਹਨੂੰ ਪਤਾ ਇਸ ਗੱਲ ਦਾ ਕਿ ਮਹਾਂਪੁਰਖ ਦਸਮ ਗ੍ਰੰਥ ਸਾਹਿਬ ਦੀ ਵਿਰੋਧਤਾ ਚ ਆ ਗਏ ਸੀ। ਨਹੀਂ, ਵਿਰੋਧਤਾ ਚ ਨਹੀਂ ਆ ਗਏ, ਯਾਨੀ ਜਦੋਂ ਦੇਖੋ ਨਾ ਜ਼ਿਆਦਾਤਰ ਟਾਈਮ ਉਹਨਾਂ ਨੇ ਟਕਸਾਲ ਚ ਸਪੈਂਡ ਕੀਤਾ ਆ, ਦਮਦਮੀ ਟਕਸਾਲ ਚ ਸਪੈਂਡ ਕੀਤੀ ਆ ਜੀ। ਨਹੀਂ, ਬਾਅਦ ਚੋਂ ਬਾਹਰ ਆ ਗਏ ਨੇ ਨਾ। ਨਹੀਂ ਸਾਰਾ ਨਹੀਂ 1900 ਜਿਹੜਾ ਲਾਲਾ ਜਗਤ ਮਾਰਨ ਵਾਲੇ ਕੇਸ ਤੋਂ ਬਾਅਦ, ਜਦੋਂ ਪਹਿਲਾਂ ਗੁਰੂ ਨਾਨਕ ਨਿਵਾਸ
ਅੱਛਾ ਜੀ। ਤੇ ਫਿਰ ਉਹ ਅਕਾਲ ਤਖਤ ਸਾਹਿਬ ਜਦੋਂ ਨਿਕਲਿਆ ਨੇ ਨਾ 2-2.5 ਸਾਲ ਬਾਹਰ ਰਹੇ ਨੇ ਟਕਸਾਲ ਤੋਂ। ਰਾਣੇ ਵੀਰ ਉਦੋਂ ਟਕਸਾਲ ਦੇ ਮੁਖੀ ਨਹੀਂ ਸੀਗੇ? ਨਹੀਂ ਮੁਖੀ ਹੋਣਗੇ, ਮੈਂ ਉਹ ਬਾਹਰ ਆਉਣ ਦੀ ਗੱਲ ਕਰ ਰਿਹਾ ਹਾਂ। ਜਦੋਂ ਤੁਸੀਂ ਬਾਹਰ ਜਿਹੜੇ ਟਕਸਾਲ ਦਾ ਮਾਹੌਲ ਹੈ ਉਹ ਸਾਰਾ ਪ੍ਰੋ ਦਸਮ ਗ੍ਰੰਥ ਹੈ ਜੀ, ਉੱਥੇ ਤੁਹਾਨੂੰ ਅਲਟਰਨੇਟਿਵ ਵਿਊ ਨਹੀਂ ਮਿਲਣਾ। ਮੈਨੂੰ ਦੇਖੋ ਉਹ ਬੰਦਾ ਭਿੰਡਰਾਂ ਵਾਲੇ ਦਾ ਬਹੁਤ ਤਕੜਾ ਫਾਲੋਅਰ ਹੈ, ਉਹ ਬੰਦਾ ਪੱਤਰਕਾਰ ਆ ਅਮਰੀਕਾ 'ਚ। ਟਕਸਾਲ ਕੋਈ ਕਮਰਾ ਨਹੀਂ ਹੈਗੀ ਕਿ ਉਸ ਕਮਰੇ 'ਚ ਰਹੇ ਨੇ? ਨਹੀਂ ਕਮਰਾ ਨਹੀਂ, ਜਾਨੀ ਤੁਹਾਡਾ ਜਾਨੀ ਟਕਸਾਲ ਦੇ ਵਿੱਚ ਜਿੱਥੇ ਵੀ ਉਹਨਾਂ ਦੇ ਨਾਲ ਉੱਠਣੀ ਬਹਿਣੀ ਆ ਉਹ ਇੱਕੋ ਹੀ ਵਿਚਾਰਧਾਰਾ ਦੇ ਲੋਕਾਂ ਨਾਲ ਉੱਠਣੀ ਬਹਿਣੀ ਹੈ। ਜਦੋਂ ਬੰਦਾ ਉਹ ਮਾਹੌਲ ਤੋਂ ਬਾਹਰ ਨਿਕਲ ਕੇ ਆਉਂਦਾ ਤੇ ਫਿਰ ਉਹਨਾਂ ਨੂੰ ਇੱਕ ਅਲਟਰਨੇਟਿਵ ਪੁਆਇੰਟ ਆਫ ਵਿਊ ਵੀ ਪਤਾ ਲੱਗਿਆ ਆ। ਮੈਂ ਉਹ ਬੰਦਾ ਅਗਰ ਆ ਜਾਵੇ ਔਨ 에ਅਰ ਤਾਂ ਮੈਂ ਪੁੱਛ ਕੇ ਲਿਆ ਸਕਦਾ ਜੀ ਉਹਨਾਂ ਨੂੰ। ਹੀ ਵਾਸ ਵੈਰੀ ਕਲੋਜ਼ ਟੂ ਭਿੰਡਰਾਂ ਵਾਲਾ। ਤੁਸੀਂ ਮੀਡੀਆ ਦੇ ਉੱਤੇ ਗੱਲ ਕੀਤੀ ਆ, ਹੁਣ ਤੁਹਾਡਾ ਇੰਨਾ ਕੁ ਇਖਲਾਕੀ ਫਰਜ਼ ਬਣਦਾ ਵੀ ਉਹ ਬੰਦਾ ਜਿਹੜਾ ਇੰਨੀ ਗੱਲ, ਕਿਉਂਕਿ ਇਹ ਹੈਗਾ ਸਾਫ਼-ਸਾਫ਼ ਝੂਠ। ਮੈਂ ਨਹੀਂ ਕਹਿੰਦਾ ਤੁਸੀਂ ਬੋਲਿਆ, ਤੁਹਾਨੂੰ ਅੱਗਿਓਂ ਬੋਲਿਆ ਗਿਆ। ਉਸ ਬੰਦੇ ਨੂੰ ਮੀਡੀਆ ਤੇ ਲਿਆ ਕੇ ਸਾਡੇ ਨਾਲ ਗੱਲ ਕਰਾਉਣੀ, ਇਹ ਤਾਂ ਤੁਹਾਡਾ ਫਰਜ਼ ਬਣਦਾ। ਨਹੀਂ ਉਹ ਬੰਦਾ ਅਗਰ ਜੇ ਉਹ ਨਾ ਕਵੇ ਵੀ ਮੈਂ ਨਹੀਂ ਆ ਸਕਦਾ ਤੇ ਮੈਂ ਹੁਣ ਉਹ ਨਾ ਉਹਦਾ ਮੈਂ ਨਾ ਹੀ ਲੈ ਦੇਵਾਂ ਤਾਂ ਮੇਰੇ ਵਾਸਤੇ ਮਾੜੀ ਗੱਲ ਹੈ ਨਾ। ਕਰੋ ਬੰਦਾ ਕਵੇ ਜਿਹੜੀਆਂ ਸਟੇਟਮੈਂਟ ਤਾਂ ਨੇਕੀ ਹੋਣੀ ਦੇ ਰਹੇ ਆ ਵੀ ਸਾਨੂੰ ਪਤਾ ਹੈ ਪਰ ਅਸੀਂ ਗੱਲ ਨਹੀਂ ਕਰਨੀ, ਇਹੋ ਜਿਹੀਆਂ ਸਟੇਟਮੈਂਟਾਂ ਤੁਸੀਂ ਦਿਖਾਓਗੇ ਫਿਰ ਆਪਣੇ ਚ ਨਹੀਂ। ਪਰ ਲੌਜਿਕ ਬਣਦਾ ਨਾ, ਲੌਜਿਕ ਬਣਦਾ ਨਾ। ਜਦੋਂ ਬੰਦਾ ਇੱਕ ਮਾਹੌਲ ਦੇ ਵਿੱਚੋਂ ਨਿਕਲ ਕੇ ਆ ਕੇ ਬਾਹਰ ਇੱਕ ਅਲਟਰਨੇਟਿਵ ਮਾਹੌਲ 'ਚ ਜਾਂਦਾ ਤੇ ਉੱਥੇ ਮੈਂ ਪੁੱਛ ਲੂੰਗਾ ਜੀ, ਮੈਂ ਅੱਜੇ ਫੋਨ ਕਰ ਲੂ ਉਹਨਾਂ ਨੂੰ। ਮੈਂ ਨੇਕੀ ਦੇ ਨਾਲ ਨੇਕੀ ਤਾਂ ਗੈਸ ਮਾਰਦਾ ਆ, ਇਹ 'ਚ ਕੋਈ ਗੈਸ ਨਹੀਂ ਕਿ ਇਹਦੀ ਪੋਸੀਬਿਲਿਟੀ ਬਣਦੀ ਹੈ ਇਸ ਚੀਜ਼ ਦੀ। ਨਹੀਂ ਭਾਈ ਸਾਹਿਬ ਜੀ ਮੇਰੀ ਬੇਨਤੀ ਸਮਝੋ, ਇੱਕ 35-40 ਸਾਲ ਦਾ ਇਤਿਹਾਸ ਦੀ ਤਾਂ ਆਪਾਂ ਖੋਜ ਕਰ ਸਕਦੇ ਹਾਂ ਨਾ, ਕੋਈ ਬੜਾ ਲੰਬਾ ਤਾਂ ਹੈ ਹੀ ਨਹੀਂ ਇਹ। ਨਹੀਂ ਇਤਿਹਾਸ ਕਿਹਦੀ ਖੋਜ ਕਰਨੀ ਹੈ ਹੁਣ? ਜਿਹੜੇ ਬੰਦੇ ਨੇ ਇੰਨੀ ਗੱਲ ਕਹੀ ਆ, ਦੇਖੋ ਇਹ ਕੋਈ ਸਟੇਟਮੈਂਟ ਛੋਟੀ ਤਾਂ ਹੈ ਨਹੀਂ ਕਿ ਕਿਸਾਨ ਤੇ ਜੀਤ ਦਾ ਕਰਕੇ ਦਸਮ ਗ੍ਰੰਥ ਦੇ ਖਿਲਾਫ ਤਾਂ ਹੋ ਗਏ ਸੀ। ਨਹੀਂ ਹੋ ਗਏ ਥੋੜਾ। ਮੈਂ ਕਹਿ ਰਿਹਾ ਆ ਵੀ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇਹਦਾ ਅਲਟਰਨੇਟਿਵ ਜਿਹੜਾ ਡਿਫਰੈਂਟ ਪੁਆਇੰਟ ਆਫ ਵਿਊ ਹੈਗਾ ਆ ਦਸਮ ਗ੍ਰੰਥ ਦਾ, ਉਹ ਉਹਨਾਂ ਨੂੰ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਸੀ। ਬਿਲਕੁਲ, ਮੈਂ ਤੁਹਾਨੂੰ ਉਹੀ ਪੁੱਛਣਾ, ਉਹ ਜਾਣਕਾਰੀ ਕਿੱਥੋਂ ਮਿਲੀ ਸੀ, ਕਿੱਦਾਂ ਹੋਈ ਸੀ? ਕੋਈ ਗੱਲ ਤੇ ਸਪਸ਼ਟ ਕਰਨੀ ਪਊਗੀ ਕਿ ਨਹੀਂ ਪਊਗੀ? ਦੇਖੋ ਨਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਤਾਂ ਦਸਮ ਗ੍ਰੰਥ ਦੀ ਹੁੰਦੀ ਨਹੀਂ ਕਥਾ ਜੀ। ਬਿਲਕੁਲ, ਦੇਖੋ ਮੰਜੀ ਸਾਹਿਬ ਤੋਂ ਉਹਨਾਂ ਨੇ ਕਥਾ ਕੀਤੀ ਹੋਈ ਆ। ਨਹੀਂ ਉੱਥੇ ਬੈਠ ਕੇ ਉਹਨਾਂ ਨੇ ਆਪਣੇ ਜਾਨੀ ਮੈਂ ਉਹ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਦੋਂ ਆ ਗਏ ਉਹ ਗੁਰੂ ਨਾਨਕ ਨਿਵਾਸ, ਉੱਥੇ ਉਹਨਾਂ ਨੂੰ ਕੋਈ ਵਿਰੋਧੀ ਜਿਹੜੇ ਦਸਮ ਗ੍ਰੰਥ ਦੀ ਵਿਰੋਧੀ ਵਿਚਾਰਧਾਰਾ ਵਾਲਾ ਬੰਦੇ ਵੀ ਤਾਂ ਉੱਥੇ ਮਿਲੇ ਹੋਣਗੇ ਉਸ ਟਾਈਮ ਦੇ। 2-2.5 ਸਾਲ ਦਾ ਟਾਈਮ ਥੋੜਾ 84 ਜੂਨ ਤੱਕ। ਹਾਂ ਮੈਂ ਉਹੀ ਬੇਨਤੀ ਕਰ ਰਿਹਾ ਐਗਜ਼ੈਕਟਲੀ। ਉਦੋਂ ਬਾਅਦ ਦੇ ਵਿੱਚ ਸੰਤ ਕਿੰਨੀ ਵਾਰੀ ਮੀਡੀਆ ਦੇ ਸਾਹਮਣੇ ਪੇਸ਼ ਹੋਏ ਨੇ, ਕਿੰਨੀ ਵਾਰੀ ਉਹਨਾਂ ਦੀਆਂ ਸਪੀਚਾਂ ਆਈਆਂ, ਕਿਸੇ ਸਪੀਚ ਦੇ ਵਿੱਚੋਂ ਇਹੋ ਜਿਹੀ ਝਲਕਾਹਟ ਸਾਨੂੰ ਜੇ ਤੁਹਾਨੂੰ ਮਿਲਦੀ ਆ ਤੁਸੀਂ ਸਾਨੂੰ ਉਹ ਨਸ਼ੇ ਕਰਦੇ। ਜਿਹੜਾ ਤੁਹਾਡਾ ਹੁਣ ਮੈਂ ਦੱਸ ਦਿੰਦਾ, ਜਿਹੜਾ ਆਪਣੇ IAS ਗੁਰਤੇਜ ਸਿੰਘ ਆ ਉਹਦੀ ਇੰਟਰਵਿਊ ਸੁਣੀ ਸੀ ਪ੍ਰਭਦੀਪ ਨਾਲ ਕਰਕੇ ਗਿਆ ਇੰਟਰਵਿਊ? ਉਹ ਨਹੀਂ ਮੈਂ ਸੁਣੀ ਨਹੀਂ। ਉਹਨਾਂ ਨੇ ਬੜਾ ਕਲੀਅਰ ਕਰਤਾ ਜੀ ਉਹਦੇ 'ਚ। ਮੈਂ ਤੁਹਾਨੂੰ ਭੇਜ ਦੂੰਗਾ ਜੀ। ਉਹਨਾਂ ਜਿਹੜਾ ਇਹਨਾਂ ਨੂੰ ਤਾਂ ਜਾਣਦੇ ਹੋਗੇ ਨਾ IAS ਗੁਰਤੇਜ ਸਿੰਘ ਉਹਨਾਂ ਨੂੰ? ਨਹੀਂ ਮੈਂ ਜਾਣਦਾ ਪਰ ਮੈਂ ਸੁਣੀ ਨਹੀਂ, ਤੁਸੀਂ ਮੈਨੂੰ ਸਟੇਟਮੈਂਟ ਦੱਸ ਦਿਓ ਨਾ। ਨਹੀਂ ਮੈਂ ਫਿਰ ਤੁਹਾਨੂੰ ਭੇਜੂਗਾ ਜੀ ਉਹ ਸਟੇਟ, ਤੁਸੀਂ ਸੁਣਿਓ ਸਾਰਾ ਪ੍ਰੋਗਰਾਮ ਸੁਣਨ ਵਾਲਾ ਉਹ। ਉਹਦੇ ਵਿੱਚ ਉਹਨਾਂ ਨੇ ਟਕਸਾਲ ਦਾ ਜਿਹੜਾ ਫੰਡਾ ਬਣਾ ਕੇ ਭਿੰਡਰਾਂ ਵਾਲੇ ਨੂੰ ਮੀਨਸ ਮੁਖੀ ਬਣਾ ਕੇ ਪੇਸ਼ ਕੀਤਾ ਹੈ, ਉਹਦੀ ਕਹਾਣੀ ਦੱਸੀ ਹੈ। ਠੀਕ ਹੈ ਜੀ। ਹੁਣ ਦੇਖੋ ਗੱਲ ਤੁਸੀਂ ਵਿਰੋਧ ਕਰ ਰਹੇ ਹੋ ਦਸਮ ਗ੍ਰੰਥ ਸਾਹਿਬ ਦਾ, ਠੀਕ ਹੈ ਜੀ। ਪ੍ਰਭਦੀਪ ਸਿੰਘ ਹੁਣੀ ਵੀ ਕਰ ਰਹੇ ਨੇ। ਵਿਰੋਧ ਨਹੀਂ ਕਰ ਰਿਹਾ ਮੈਂ, ਇਹ ਕਹਿ ਰਿਹਾ ਵੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਹੈਗੀ ਜੀ। ਠੀਕ ਹੈ ਜੀ, ਤੁਸੀਂ ਕਹਿ ਦਿੱਤਾ ਹਨਾ। ਪ੍ਰਭਦੀਪ ਸਿੰਘ ਵੀ ਇਹ ਗੱਲ ਕਹਿ ਰਿਹਾ, ਐਗਜ਼ੈਕਟਲੀ ਇਹ ਕਹਿ ਰਿਹਾ ਨਾ। ਇਹੀ ਕਹਿ ਰਿਹਾ ਆ। ਤੁਸੀਂ ਗੋਲਡੀ ਨਾਲ ਪ੍ਰੋਗਰਾਮ ਕਰਦੇ ਹੋ, ਉਹ ਪੰਥਪ੍ਰੀਤ ਨਾਲ ਕਰ ਰਿਹਾ, ਜਦ ਕਿ ਇਹ ਦੋਨੇ ਜਾਣੇ ਮੈਂ ਸਬੂਤ ਦੇਣ ਨੂੰ ਤਿਆਰ ਆ, ਕਹਿ ਰਹੇ ਆ ਵੀ ਜਿਹੜੀ ਅੰਮ੍ਰਿਤ ਦੀਆਂ ਬਾਣੀਆਂ ਸੀ ਉਹਨੂੰ ਮੰਨਦੇ ਆ। ਨਹੀਂ ਉਹ ਤਾਂ ਕੋਈ ਗੱਲ ਹੋ ਗਈ, ਉਹ ਤੁਸੀਂ ਮੈਨੂੰ ਭੇਜ ਦਿਓ। ਮੈਂ ਧੁੰਮੇ ਤੇ ਢੱਡਰੀ ਤੇ ਨਹੀਂ ਢੱਡਰੀ ਕਹਤਾ ਮੈਂ ਪੰਥਪ੍ਰੀਤ ਦੇ ਉੱਤੇ ਤੇ ਗੋਲਡੀ ਉਹਨਾਂ ਨੂੰ ਤਾਂ ਮੈਂ ਕਾਲੇ ਕਰ ਲੂੰਗਾ ਵੀ ਕੱਲ ਨੂੰ ਆਇਓ ਜੀ ਤੁਸੀਂ ਆਹ ਵਾਲੀ ਵੀਡੀਓ ਵੀ ਭੇਜੂਗਾ ਨਾਲ ਉਹਨਾਂ ਵੀ ਇਹ ਡਬਲ ਸਟੈਂਡਰਡ ਕਿਉਂ ਨੇ ਹਨਾ। ਉਹ ਤੇ ਜੇ ਮੈਂ ਉਹੀ ਗੱਲ ਕਰ ਰਿਹਾ ਵੀ ਦਸਮ ਪਾਤਸ਼ਾਹ ਦੀ ਜਿਹੜੀ ਬਾਣੀ ਦੀ ਵਿਰੋਧਤਾ ਕਰਦੇ ਨੇ, ਕੋਈ ਬੰਦਾ ਕਮ ਸੇ ਕਮ ਉਹਨਾਂ ਬੰਦਿਆਂ ਨੂੰ ਤਾਂ ਅੱਗੇ ਲਿਆ ਕੇ ਰੱਖੋ ਸਾਡੇ ਵੀ ਜਿਹੜੇ, ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਅੱਗੇ ਸਵਾਲ ਕਰਦੇ ਆ ਆਪਾਂ ਏਦਾਂ ਕਰਦੇ ਆ ਇੱਥੇ ਪੰਥਪ੍ਰੀਤ ਨੂੰ ਵੀ ਆਪਾਂ ਦੂਜਾ ਜਿਹੜਾ ਹੈਗਾ ਸਰਬਜੀਤ ਹੁੰਦਾ ਵੀ ਆ। ਮੇਰਾ ਉਹਨਾਂ ਨਾਲ ਨਹੀਂ ਬਾਈ ਜੀ, ਮੇਰਾ ਉਹਨਾਂ ਨਾਲ ਕੋਈ ਲਿੰਕ ਨਹੀਂਗਾ। ਮੈਂ ਤੁਹਾਨੂੰ ਜਦੋਂ ਦਸਮ ਗ੍ਰੰਥ ਦੀ ਗੱਲ ਕੀਤੀ ਆ, ਮੇਰਾ ਲਿੰਕ ਹੈਗਾ ਇੱਕ ਬੰਦੇ ਨਾਲ। ਤੁਹਾਡਾ ਗੋਲਡੀ ਨਾ ਗੋਲਡੀ ਨਾਲ ਨਹੀਂਗਾ ਮੇਰਾ ਦਸਮ ਗ੍ਰੰਥ ਦੇ ਵਿਸ਼ੇ ਦੇ ਉੱਤੇ। ਗੋਲਡੀ ਨਾਲ, ਗੋਲਡੀ ਦਾ ਕਿਹਦੇ ਨਾਲ? ਸਰਬਜੀਤ ਹੁੰਦੇ ਨਾਲ ਹੈ ਨਹੀਂ ਉਹਦਾ ਅੰਦਰ। ਇਹ ਥੋੜਾ ਹੈਗਾ ਵੀ ਕੌਣ ਕਿਹਦੇ ਨਾਲ ਹੈਗਾ। ਗੋਲਡੀ ਉਹਨਾਂ ਨੇ ਜਿਹੜੇ ਮੇਰੇ ਪ੍ਰੋਗਰਾਮ ਤੇ ਆ ਕੇ ਇੱਕ ਦੋ ਵਾਰੀ ਗੱਲਬਾਤ ਕੀਤੀ ਆ, ਇੱਕ ਵਾਰੀ ਉਹਨਾਂ ਨੇ ਨੇਕੀ ਢੱਡਰੀ ਦੇ ਬਾਰੇ ਗੱਲਬਾਤ ਕੀਤੀ ਆ। ਦਸਮ ਗ੍ਰੰਥ ਦੇ ਉੱਤੇ ਦੋਗਲਾ ਸਟੈਂਡ ਉਹਨਾਂ ਨੇ ਮੇਰੇ ਪ੍ਰੋਗਰਾਮ ਤੇ ਆ ਕੇ ਦਿਖਾਇਆ ਹੋਵੇ ਫਿਰ ਤੁਸੀਂ ਮੈਨੂੰ ਸਵਾਲ ਕਰੋ। ਠੀਕ ਹੈ ਜੀ। ਦੇਖੋ ਸਰਬਜੀਤ ਹੁੰਦੇ ਨਾ ਜਦੋਂ ਡਿਬੇਟ ਹੁੰਦੀ ਕੈਲੀਫੋਰਨੀਆ ਦੇ, ਗੋਲਡੀ ਵੀਰ ਨਾਲ ਹੁੰਦਾ ਉਦੋਂ। ਜਦੋਂ ਵੀ ਕਦੀ ਸਰਬਜੀਤ ਹੁੰਦੇ ਦੀ ਗੱਲ ਹੁੰਦੀ ਆ, ਗੋਲਡੀ ਹੋਣੀ ਪੋਸਟ ਪਾ ਕੇ ਨੂੰ ਡਿਫਾਈਂਡ ਕਰਦੇ ਆ। ਉਹਦੇ ਹੱਕ 'ਚ ਨੇ, ਹਾਂ ਬਿਲਕੁਲ ਉਹਨਾਂ ਦੇ ਹੱਕ 'ਚ ਬੋਲਦੇ ਨੇ ਜਦੋਂ ਵੀ ਬੋਲਦੇ ਨੇ। ਪਰ ਅਗਰ ਉਹਨਾਂ ਦਾ ਦੋਗਲਾ ਸਟੈਂਡ ਹੈ ਤੁਸੀਂ ਮੈਨੂੰ ਵੀਡੀਓ ਭੇਜ ਦਿਓ ਇਹਨਾਂ ਦੀ, ਗੋਲਡੀ ਉਹਨਾਂ ਦੀ ਵੀ, ਤੇ ਮੈਂ ਗੋਲਡੀ ਉਹਨਾਂ ਨੂੰ ਤਾਂ ਇਕੱਲੇ ਲਿਆਉਣ ਦੀ ਕੋਸ਼ਿਸ਼ ਕਰੂੰਗਾ ਜੀ ਫੋਨ ਕਰਕੇ। ਮੈਂ ਇਹੀ ਬੇਨਤੀ ਕਰ ਰਿਹਾ ਹਾਂ। ਤੇ ਜੇ ਉਧਰ ਤੁਸੀਂ ਪ੍ਰਭਦੀਪ ਦੀ ਗੱਲ ਕੀਤੀ, ਮੈਂ ਤੁਹਾਨੂੰ ਉਹਦਾ ਪੰਥਪ੍ਰੀਤ ਦਾ ਦੱਸਤਾ ਵੀ ਪੰਥਪ੍ਰੀਤ ਸਿੰਘ ਨੇ ਵੀ ਇਹ ਗੱਲ ਕਹੀ ਸੀ
ਕਿ ਅਸੀਂ ਮੰਨਦੇ ਆ, ਪਰ ਉਹ ਵੀ ਦੋਹਰਾ ਸਟੈਂਡਰਡ ਰੱਖ ਕੇ ਵਿਰੋਧ ਕਰੀ ਜਾ ਰਹੇ। ਕਮ ਸੇ ਕਮ ਇੱਕ ਪਾਸੇ ਹੋ ਕੇ ਗੱਲ ਕਰਨੀ ਸਾਡਾ ਫਰਜ਼ ਬਣਦਾ ਨਾ ਕਿ ਨਹੀਂ? ਇਹ ਮੈਨੂੰ ਨਹੀਂ ਨਾ ਜੀ ਤੁਸੀਂ ਕਹਿ ਸਕਦੇ। ਮੈਂ ਤਾਂ ਜਿਹੜਾ ਪ੍ਰਭਦੀਪ ਦਾ ਨਾਮ ਲਿਆ ਆ, ਜਿਹੜਾ ਤੁਸੀਂ ਭਿੰਡਰਾਂ ਵਾਲੇ, ਕਿਉਂਕਿ ਭਿੰਡਰਾਂ ਵਾਲੇ ਦੇ ਬਹੁਤ ਕਲੋਜ਼ ਸੀਗਾ ਗੁਰਤੇਜ ਸਿੰਘ IAS। ਦੇਖੋ, ਜਦੋਂ ਵੀ ਕੋਈ ਤੁਹਾਡੇ ਚੈਨਲ ਤੇ ਆ ਕੇ ਬੋਲੇਗਾ ਨਾ, ਉਹਦੀ ਜ਼ਿੰਮੇਵਾਰੀ ਤਾਂ ਸਾਨੂੰ ਚੱਕਣੀ ਪਵੇਗੀ। ਜੇ ਮੇਰੇ ਚੈਨਲ ਤੇ ਤਾਂ ਦੇਖੋ ਨੇਕੀ ਢੱਡਰੀ ਵਾਲੇ ਵੀ ਬੰਦੇ ਆਉਂਦੇ ਨੇ। ਅੱਜ ਸ਼ੁਰੂ ਚ ਇੱਕ ਫੀਮ ਖਾਣਾ ਵੀ ਕਹਿ ਕੇ ਗਿਆ ਮੈਨੂੰ। ਹੁਣ ਆਪਣੀ ਵਿਰੋਧਤਾ ਕਰਨੀ ਆਉਂਦੇ ਨੇ ਨਾ, ਆਪਾਂ ਉਹਨਾਂ ਨੂੰ ਵਿਦਵਾਨ ਬਣਾ ਕੇ ਨਹੀਂ ਨਾਲ ਬਿਠਾਉਂਦੇ। ਨਹੀਂ, ਪਰ ਜਿਹੜੀ ਉਹ ਆ ਕੇ ਮੇਰੇ ਪ੍ਰੋਗਰਾਮ ਤੇ ਗੱਲ ਕਰਦੇ ਨੇ, ਜੇ ਤਾਂ ਉਹ ਦਸਮ ਗ੍ਰੰਥ ਦੇ ਬਾਰੇ ਡਬਲ ਸਟੈਂਡ ਦੀ ਮੈਨੂੰ ਤਾਂ ਆਹ ਅਵੇਅਰਨੈਸ, ਹੁਣ ਤੁਸੀਂ ਇੱਕ ਦਿਨ ਪਹਿਲਾਂ ਮੈਨੂੰ ਜ਼ਰੂਰ ਆਈਡੀਆ ਹੋਇਆ ਸੀਗਾ ਜਦੋਂ ਬਚਿੱਤਰੀ ਵਾਲਾ ਸ਼ਬਦ ਯੂਜ਼ ਕੀਤਾ ਸੀਗਾ ਇਹਨਾਂ ਨੇ, ਗੋਲਡੀ ਉਹਨਾਂ ਨੇ, ਤੇ ਗੋਲਡੀ ਉਹਨਾਂ ਦੀ ਤੇ ਆਪਣੇ ਜਤਿੰਦਰ ਸਿੰਘ ਉਹਨਾਂ ਦੀ ਗੱਲਬਾਤ ਵੀ ਹੋ ਗਈ ਸੀ ਆਮਣੋ ਸਾਹਮਣੇ ਉਸ ਪ੍ਰੋਗਰਾਮ 'ਚ। ਤੇ ਉਹ ਤੋਂ ਬਾਅਦ ਹਰਦੇਵ ਸਿੰਘ ਜੰਮੂ ਆਏ ਸੀਗੇ, ਉਹਨਾਂ ਨੇ ਵੀ ਇਹੀ ਕੁਐਸਚਨ ਰੇਜ਼ ਕੀਤਾ ਸੀਗਾ ਜਿਹੜਾ ਤੁਸੀਂ ਕੀਤਾ, ਵੀ ਇਹਨਾਂ ਦਾ ਗੋਲਡੀ ਉਹਨਾਂ ਦਾ ਡਬਲ ਸਟੈਂਡ ਹੈਗਾ ਆ ਦਸਮ ਗ੍ਰੰਥ ਦੇ ਬਾਰੇ, ਵੀ ਕਿਤੇ ਖਿਲਾਫਤ ਕਰੀ ਜਾਂਦੇ ਨੇ ਤੇ ਕਿਤੇ ਮੰਨੇ ਵੀ ਜਾਂਦੇ ਨੇ ਉਹਦੀਆਂ ਬਾਣੀਆਂ ਨੂੰ। ਤੇ ਮੈਂ ਤਾਂ ਉਸ ਦਿਨ ਕਹਿਤਾ ਸੀਗਾ ਇਹ ਵੀ ਇਹ ਡਬਲ ਸਟੈਂਡਰਡ ਆ। ਹੁਣ ਜਿੱਥੇ ਉਹਨਾਂ ਨੇ ਸਪੋਰਟ ਕੀਤੀ ਹੈ, ਮੈਨੂੰ ਤੁਸੀਂ ਲਿੰਕ ਜ਼ਰੂਰ ਭੇਜ ਦਿਓ ਉਹਦੇ ਤੇ, ਆਪਾਂ ਉਹਨਾਂ ਨੂੰ ਲਿਆ ਕੇ ਗੱਲ ਕਰ ਲਾਂਗੇ ਜੀ। ਤਾਂ ਆਪਣੀ ਗੱਲ ਕਲੀਅਰ ਹੋ ਗਈ ਹੈ। ਗੱਲ ਦੱਸਦਾ ਆਪਣਾ ਸਟੈਂਡ ਪਤਾ ਕਿੱਦਾਂ ਬਦਲਦਾ ਮੈਂ ਤੁਹਾਨੂੰ ਦੱਸਦਾ। ਪਹਿਲੇ ਨੰਬਰ ਦੇ ਉੱਤੇ ਦੇਖੋ, ਜਿੰਦ ਬਡਾਲੀ ਜਿਹੜਾ ਉਹਦਾ ਇੱਕ ਵੱਖਰਾ ਚੱਲਦਾ, ਤੁਹਾਨੂੰ ਵੀ ਪਤਾ ਆ, ਮੈਂ ਉਹਦੀ ਕੋਈ ਤਰਫਦਾਰੀ ਨਹੀਂ ਕਰਦਾ, ਪਰ ਇੱਕ ਸਵਾਲ ਜ਼ਰੂਰ ਹੈਗਾ। ਤੁਸੀਂ ਕਿਹਾ ਵੀ ਜਿੰਦ ਬਡਾਲੀ ਨੇ ਜਿਹੜੀ ਪੋਸਟ ਪਾਈ ਆ, ਮੈਂ ਉਹਦੀ ਪੋਸਟ ਤਾਂ ਸ਼ੁਰੂ ਕੀਤੀ ਵੀ ਉਹਨੇ ਇਹ ਗੱਲ ਕਹੀ ਵੀ ਢੰਡਰੀਆਂ ਵਾਲੇ ਤੇ ਕਾਰਵਾਈ ਕੀਤੀ, ਤਾਂ ਕਰਕੇ ਅਕਾਲ ਤਖਤ ਸਾਹਿਬ ਮਹਾਨ ਆ। ਉਹਨਾਂ ਦੀ ਲਿਖ ਤੁਸੀਂ ਸਕਰੀਨ ਤੇ ਪਾ ਦਿਓ, ਜਿੱਥੇ ਇਹ ਵਰਡ ਲਿਖਿਆ ਉਹਨੇ, ਉਹ ਤੁਸੀਂ ਮੈਨੂੰ ਦੱਸ ਦਿਓ ਵੀ ਇੱਥੇ ਲਿਖਿਆ। ਨਹੀਂ, ਉਹਨੇ ਦੇਖੋ ਜਿਹੜਾ ਇੰਨੀਆਂ ਖੁਸ਼ੀਆਂ ਮਨਾ ਰਿਹਾ ਉਹ, ਯਾਨੀ ਤੁਸੀਂ ਇੱਕ ਤਾਂ ਹੈਗਾ ਵੀ ਸ਼ਬਦੀ ਅਰਥ, ਇੱਕ ਹੈਗਾ ਕੇਂਦਰੀ ਭਾਵ ਜੀ। ਕੇਂਦਰੀ ਭਾਵ ਤੇ ਜਾਓ, ਖੁਸ਼ ਆਓ ਬਹੁਤ। ਉਹਨੂੰ ਤਕਲੀਫ ਵੀ ਹੈ ਵੀ ਜਿਹੜਾ ਢੱਡਰੀਆਂ ਵਾਲਾ ਹੈਗਾ ਇਹਦੇ ਖਿਲਾਫ ਫਤਵਾ ਸੁਣਾਇਆ ਤੇ ਜਿਹੜੀਆਂ ਸੰਪਰਦਾਵਾਂ ਨੇ ਖੁਸ਼ੀ ਨਹੀਂ ਮਨਾਈ। ਹੁਣ ਤੁਸੀਂ ਇੱਕ ਚੀਜ਼ ਨੋਟਿਸ ਕਰਿਓ, ਜਦੋਂ ਗਈ ਗੱਲ ਪੰਥਪ੍ਰੀਤ ਹੋਣਾ ਤੇ ਆਉਂਦੀ ਹੈ ਜਾਂ ਗੋਲਡੀ ਹੋਣਾ ਤੇ ਆਉਂਦੇ, ਉਦੋਂ ਆਪਣੇ ਉਹੋ ਹੀ ਲਫ਼ਜ਼ ਜਿਹੜੇ ਦੂਜੇ ਬੰਦੇ ਨੂੰ ਘੁੰਮਦੇ ਪਏ ਨੇ। ਜਦੋਂ ਆਪਾਂ ਇਹਦੇ ਉੱਤੇ ਆਈ, ਦੇਖੋ ਉਹਨੇ ਦੂਜੇ ਬੰਦੇ ਕਿੱਥੇ ਘੁੰਮਦੇ ਪਏ ਨੇ? ਮੈਂ ਕਹਿ ਰਿਹਾ ਵੀ ਮੈਂ ਉਹਨਾਂ ਨੂੰ ਸਵਾਲ ਕਰੂੰਗਾ ਇਹਦੇ ਤੇ ਜੀ, ਔਰ ਅਗਰ ਇਹਨਾਂ ਦਾ ਦੋਗਲਾ ਸਟੈਂਡ ਹੈਗਾ ਆ ਤੇ ਮੈਂ ਦੋਗਲੇ ਕਹੂੰਗਾ ਉਹਨਾਂ ਨੂੰ। ਫਿਰ ਇੱਕ ਤੁਸੀਂ ਪੋਸਟ ਬੰਦੇ ਦੀ ਪਾ ਕੇ ਇੱਥੋਂ ਤੱਕ ਨਸ਼ਰ ਕਰ ਰਹੇ ਹੋ ਭਾਈ ਸਾਹਿਬ ਜੀ, ਵੀ ਉਹ ਬੰਦੇ ਨੇ ਕਿਹਾ ਵੀ ਢੰਡਰੀਆਂ ਵਾਲੇ ਤੇ ਕਾਰਵਾਈ ਹੋਈ ਆ, ਤਾਂ ਕਰਕੇ ਅਕਾਲ ਤਖਤ ਸਾਹਿਬ ਮਹਾਨ ਹੈ। ਕਿ ਉਹਦਾ ਟਾਈਮਿੰਗ ਚੱਕ ਲਓ ਤੁਸੀਂ, ਟਾਈਮਿੰਗ ਦੇਖੋ ਨਾ। ਇਹ ਤਾਂ ਤੁਸੀਂ ਮੰਨੋਗੇ ਨਾ ਵੀ ਉਹ ਇਸ ਕਰਕੇ ਕਹਿ ਰਿਹਾ ਹੈ ਵੀ ਅੱਜ ਇਹਦੇ ਖਿਲਾਫ ਕਾਰਵਾਈ ਕੀਤੀ ਹੈ। ਮੈਂ ਇੱਕ ਗੱਲ ਦੱਸਦਾ, ਜੇ ਹੁਣ ਪਿਛਲੀਆਂ ਜਿੰਨੇ ਵੀ ਅੱਜ ਤੱਕ ਦੀਆਂ ਕਾਰਵਾਈਆਂ ਹੋਈਆਂ, ਜੇ ਤੇ ਆਪਣੇ ਜਿੰਦ ਬਡਾਲੀ ਉਹਦਾ ਪਹਿਲਾਂ ਵਿਰੋਧ ਕਰਦਾ ਸੀ ਅਕਾਲ ਤਖਤ ਸਾਹਿਬ ਦਾ, ਅੱਜ ਉਹਦੇ ਹੱਕ 'ਚ ਬੋਲਿਆ, ਫਿਰ ਤੁਹਾਡੀ ਇਹ ਗੱਲ ਮੈਂ ਜੈਨੂਅਲ ਮੰਨਦਾ ਵੀ ਸਹੀ ਗੱਲ ਯਾਰ, ਪਹਿਲਾਂ ਵਿਰੋਧ ਕਰ ਰਹੇ ਸੀ, ਅੱਜ ਹੱਕ ਜਾ ਗਿਆ। ਸਾਰਿਆਂ ਨੂੰ ਹੀ, ਤੁਹਾਡੇ ਵੀ ਜਿੰਨੇ ਕਮੈਂਟ ਕਰਨ ਵਾਲੇ ਨੇ ਜਾਂ ਢੰਡਰੀਆਂ ਵਾਲੇ ਜਿੰਨੇ ਵੀ ਨੇ, ਸਾਰੇ ਜਾਣਦੇ ਆ ਵੀ ਗੋਲਡ ਆਪਣੇ ਜਿਹੜਾ ਜਿੰਦ ਬਡਾਲੀ ਆ, ਉਹ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਨਾਂ ਤੇ ਪੋਸਟਾਂ ਵੀ ਪਾਉਂਦਾ ਰਹਿੰਦਾ ਆ, ਜਥੇਦਾਰ ਸਾਹਿਬ ਦੀਆਂ ਫੋਟੋਆਂ ਤੱਕ ਵੀ ਸ਼ੇਅਰ ਕਰਦਾ ਰਹਿੰਦਾ ਆ, ਉਹਦੀ ਫੋਟੋ ਵੀ ਪ੍ਰੋਫਾਈਲ ਤੇ ਲਾ ਕੇ ਰੱਖੀ। ਫਿਰ ਉਹਨੂੰ ਕਹਿਣ ਦੀ ਲੋੜ ਹੀ ਨਹੀਂ, ਅਕਾਲ ਤਖਤ ਸਾਹਿਬ ਮਹਾਨ ਹੈ, ਮਹਾਨ ਹੈਗਾ ਹੀ ਆ। ਤੇ ਮੈਂ ਤੁਹਾਨੂੰ, ਜੇ ਮਹਾਨ ਨੂੰ ਮਹਾਨ ਕਹਿਣਾ ਗਲਤ ਹੈ? ਨਹੀਂ, ਫਿਰ ਮਹਾਨ ਨੂੰ ਮਹਾਨ ਉਹਨੇ ਅੱਜ ਤੋਂ ਪਹਿਲਾਂ ਕਦੇ ਕੋਈ ਪੋਸਟ ਉਹਦੀ ਦਿਖਾ ਦਿਓ ਮੈਨੂੰ ਵੀ ਅਕਾਲ ਤਖਤ ਮਹਾਨ ਹੈ ਢੱਡਰੀਆਂ ਵਾਲੇ ਦੀ ਕਾਰਵਾਈ ਤੋਂ ਪਹਿਲਾਂ। ਚਲੋ ਹਾਂ, ਆਪਾਂ ਏਦਾਂ ਕਰਦੇ ਹਾਂ, ਕੰਮ ਕਰਦੇ ਹਾਂ। ਇਹ ਤਾਂ ਯਾਨੀ ਬਾਈ ਜੀ ਮਲਕੀਤ ਸਿੰਘ ਜੀ, ਇਹ ਤਾਂ ਕਿਸੇ ਨੂੰ ਕਨਵਿੰਸ ਕਰਾਉਣ ਦੀ ਲੋੜ ਹੀ ਨਹੀਂ ਵੀ ਮਹਾਨ ਨੂੰ ਇਸ ਕਰਕੇ ਕਹਿ ਰਿਹਾ ਹੈਗਾ ਵੀ ਜਿਹੜੀ ਜਥੇਦਾਰ ਨੇ ਕਾਰਵਾਈ ਕੀਤੀ ਹੈ ਉਹਦੇ ਖਿਲਾਫ, ਇਸ ਕਰਕੇ ਮਹਾਨ ਕਹਿ ਰਿਹਾ ਅੱਜ। ਭਾਜੀ ਦੇਖੋ, ਮੈਂ ਇੱਕ ਗੱਲ ਤੁਹਾਨੂੰ ਕਰਦਾ, ਜੇ ਉਹਨੇ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਮਹਾਨ ਕਿਹਾ ਹੋਇਆ ਆਪਦੀਆਂ ਪੋਸਟਾਂ 'ਚ, ਫਿਰ ਤੁਸੀਂ ਆਪਦੀ ਪੋਸਟ ਲਈ ਮਾਫੀ ਮੰਗੋਗੇ? ਹਾਂ, ਨਹੀਂ ਤੁਸੀਂ ਦਿਖਾ ਦਿਓ ਜੀ, ਤੁਸੀਂ ਉਹਦੇ ਕੋਲੋਂ ਪੁੱਛ ਲਿਓ। ਨਹੀਂ, ਉਹਦੀ ਮੈਂ ਯਾਰ ਕਲੀਅਰ ਹੈਗਾ ਜਿਹੜਾ ਕੇਂਦਰੀ ਭਾਵ ਹੈ, ਮਾਫੀ ਕਾਹਦੇ ਵਾਸਤੇ ਮੰਗਣੀ ਹੈ ਮੈਂ? ਉਹ ਤਾਂ ਬੰਦਾ ਇਹ ਵੀ ਕਹਿ ਰਿਹਾ ਹੈਗਾ ਵੀ ਉਹਨੂੰ ਛੇਕਿਆ, ਢੱਡਰੀਆਂ ਵਾਲੇ ਨੂੰ ਛੇਕਤਾ ਤੇ ਜਿਹੜੀਆਂ ਸੰਪਰਦਾਵਾਂ ਠੰਡੀਆਂ ਬੈਠੀਆਂ ਨੇ। ਕੀ ਕੋਈ ਸੈਂਸ ਬਣਦੀ ਹੈ ਉਹ? ਅੱਛਾ, ਉਹਨੂੰ ਮਾਫੀ, ਉਹ ਮੇਰੇ ਹੀ ਪੋਸਟ ਤੇ ਆ ਕੇ ਕਮੈਂਟ ਕਰ ਰਿਹਾ ਆ ਵੀ ਇਹ ਸਾਰੀਆਂ ਹੈਗੀਆਂ ਨੇ ਕਤੀੜਾਂ ਇਹਦੀਆਂ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਦੀਆਂ ਜਿਹੜੀਆਂ ਦਸਮ ਗ੍ਰੰਥ ਦੇ ਖਿਲਾਫ ਬੋਲਦੀਆਂ ਨੇ, ਉਹ ਮਾਫੀ ਮੰਗੂਗਾ? ਮੈਂ ਕਿਹਾ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੇ, ਉਹ ਤਾਂ ਉਮਰ ਦੇ ਆਪਣੇ ਆਖਰੀ ਪੜਾਅ ਤੇ ਆ ਕੇ ਦਸਮ ਗ੍ਰੰਥ ਦੀ ਖਿਲਾਫਤ ਕਰਨ ਲੱਗੇ ਨੇ। ਅਸੀਂ ਤਾਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ। ਉਹਦਾ ਤੁਹਾਨੂੰ ਮੈਂ ਦੱਸਦਾ ਵੀਰੇ, ਜਦੋਂ ਉਹਦੇ ਉਸ ਪੋਸਟ ਦੇ ਉੱਤੇ ਤੁਸੀਂ ਪੋਸਟ ਪਾਈ ਆ, ਬਣਾ ਕੇ ਪਾਈ ਸੀ ਨਾ ਤੁਸੀਂ, ਮੈਂ ਉਹਨੇ ਕਮੈਂਟ ਕੀਤਾ ਜੀ ਪਹਿਲਾਂ ਉਹਨੇ, ਮੈਂ ਤਾਂ ਉਹਦੀ ਸਿਰਫ ਇੱਕ ਲਾਈਵ ਦੇ ਵਿੱਚ ਕਮੈਂਟ ਕੀਤਾ ਜੀ, ਢੱਡਰੀਆਂ ਵਾਲੇ ਵਾਲੀ ਉਹਦੀ ਚੱਲ ਰਹੀ ਸੀ ਲਾਈਵ, ਉਹਦੇ ਤੇ ਇੱਕ ਕਮੈਂਟ ਕੀਤਾ, ਅਦਰਵਾਈਜ਼ ਸਾਡਾ ਕੋਈ ਇੰਟਰੈਕਸ਼ਨ ਨਹੀਂ ਆਪਸ ਦੇ ਵਿੱਚ। ਮੈਂ ਮੰਨ ਗਿਆ ਤੁਹਾਡੀ ਗੱਲ ਨਾਲ, ਸਹਿਮਤ ਹਾਂ ਕਿ ਉਹ ਤੁਹਾਡੀ ਪੋਸਟ ਤੇ ਜਾਂ ਤੁਹਾਡੇ ਕਮੈਂਟ ਦੇ ਉੱਤੇ ਅਸੀਂ ਕੋਈ ਇਤਰਾਜ਼ ਜਿਹੜਾ ਕਿ ਉਹ ਪ੍ਰਗਟ ਕੀਤਾ ਵੀ ਨਹੀਂ, ਫਿਰ ਉਹ ਮਾਫੀ ਮੰਗੇ ਨਾ। ਉਹ ਤੁਸੀਂ ਇਤਰਾਜ਼ ਨਹੀਂ ਕੀਤਾ, ਪਰ ਤੁਸੀਂ ਜਿਹੜੀ ਮਾਫੀ ਮੰਗਣ ਵਾਲੀ ਗੱਲ ਕਰਦੇ ਹੋ, ਮੈਨੂੰ ਇਹ ਕਲੀਅਰ ਆ। ਮੈਂ ਕਹਿੰਦਾ ਐਂ ਕਰੋ ਫਿਰ, ਇਹ ਜੇ ਇਹੀ ਗੱਲ ਆ ਨਾ, ਤੁਸੀਂ ਇੱਕ ਮਿੰਟ ਜੇਕਰ ਇਹੀ ਗੱਲ ਆ ਨਾ, ਤੁਸੀਂ ਜਿੰਦ ਬਡਾਲੀ ਨੂੰ ਕਹਿ ਦਿਓ ਵੀ ਜਿਹੜੀ ਤੂੰ ਆਹ ਪੋਸਟ ਪਾਈ ਆ, ਇਹ ਢੱਡਰੀਆਂ ਵਾਲੇ ਨੂੰ ਯਾਨੀ ਇਹਦੇ ਖਿਲਾਫ ਜਿਹੜੀ ਕਾਰਵਾਈ ਉਦੇਸ਼ ਆਇਆ ਉੱਪਰੋਂ, ਉਹਦੇ ਕਰਕੇ ਪਾਈ ਆ, ਆਪਣਾ ਨਾਰਕੋ ਟੈਸਟ ਦੇ ਦੇਵੇ ਜੀ, ਇਹ ਲਾਈ ਡਿਟੈਕਟਰ ਟੈਸਟ।
ਭਾਈ ਦੁਬਾਰਾ ਦੱਸੋਗੇ ਗੱਲ ਮਾੜੀ, ਮੈਂ ਨਾਲ ਕੰਮ ਤੇ ਫੋਨ ਦਾ ਕਰਕੇ ਦੁਬਾਰਾ ਦੱਸ ਦਿਓ। ਮੈਂ ਇਹ ਕਹਿ ਰਿਹਾ ਵੀ ਤੁਸੀਂ ਇਹਨੂੰ ਕਹੋ ਜਿੰਦ, ਤੁਸੀਂ ਇਹ ਕਹਿ ਰਹੇ ਹੋ ਨਾ ਵੀ ਉਹਨੇ ਇਨ ਜਨਰਲ ਪਾਈ ਹੈਗੀ ਆ ਪੋਸਟ ਵੀ ਅਕਾਲ ਤਖਤ ਸਾਹਿਬ ਮਹਾਨ ਆ ਤੇ ਢੱਡਰੀਆਂ ਵਾਲੇ ਦੇ ਖਿਲਾਫ ਜਿਹੜਾ ਹੁਕਮਨਾਮਾ ਆਇਆ ਉਹਦੇ ਕਰਕੇ ਨਹੀਂ ਪਾਈ। ਮੈਂ ਦਾਅਵਾ ਕਰਦਾ ਵੀ ਜਿਹੜਾ ਜਿੰਦ ਬਡਾਲੀ ਹੈਗਾ ਆ ਨਾਰਕੋ ਟੈਸਟ ਕਰਾ ਲਵੇ ਜੀ, ਲਾਈ ਡਿਟੈਕਟਰ ਟੈਸਟ, ਵੀ ਮੈਂ ਇਹ ਜਨਰਲੀ ਪਾਈ ਆ, ਢੱਡਰੀਆਂ ਵਾਲੇ ਦੇ ਛੇਕੇ ਜਾਣ ਕਰਕੇ ਨਹੀਂ ਪਾਈ ਜੀ, ਫਿਰ ਮੈਂ ਮਾਫੀ ਮੰਗ ਲੂੰਗਾ ਜੀ। ਨਹੀਂ ਮੇਰੀ ਇੱਕ ਗੱਲ ਸੁਣੋ, ਹੋਰ ਦੱਸ ਦਿਓ ਟੈਸਟ ਤੁਸੀਂ ਪਹੁੰਚ ਗਏ, ਤੁਹਾਨੂੰ ਪਤਾ ਵੀ ਤੁਹਾਡੀ ਗੱਲ ਤੇ ਕੋਈ ਨਾ ਕੋਈ ਟੈਸਟ ਕਰਾਵੇ ਤੇ ਨਾ ਨਹੀਂ, ਮੈਨੂੰ ਇਹ ਕਲੀਅਰ ਹੈ ਵੀ ਉਹਨੇ ਅਕਾਲ ਤਖਤ ਸਾਹਿਬ ਦੀ ਮਹਾਨਤਾ ਇਸ ਹੁਕਮਨਾਮੇ ਤੋਂ ਬਾਅਦ ਦੱਸੀ ਹੈਗੀ ਹੈ ਜੀ, ਇਹਦੇ ਨਾਲ ਜੋੜ ਕੇ ਮੈਂ ਦੇਖ ਰਿਹਾ, ਮੈਨੂੰ ਇਹ 100% ਸ਼ੋਰ ਹੈ ਜੀ। ਤੁਸੀਂ ਮੀਡੀਆ ਦੇ ਉੱਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ 2 ਸਟੇਟਮੈਂਟਾਂ ਦਿੱਤੀਆਂ, ਕਿਹੜੀ ਬਾਬਾ ਜਰਨੈਲ ਸਾਹਿਬ ਹੋਣਾ ਤੇ। ਹਾਂਜੀ ਬਿਲਕੁਲ, ਮੈਂ ਜਦੋਂ ਕਹਿਣ ਡਿਆ ਵੀ ਉਹਦੇ ਏਦਾਂ ਕਰੋ, ਜਿਹੜੇ ਬੰਦੇ ਨੇ ਕਿਹਾ ਆ, ਹੁਣ ਮੇਰੀ ਤੁਹਾਡੇ ਨਾਲ ਤੇ ਡਿਬੇਟ ਬਣੇਗੀ ਨਹੀਂ ਉਸ ਗੱਲ ਤੇ। ਮੈਂ ਨਾ ਪੁੱਛ ਸਕਦਾ ਜੀ ਉਹਨੂੰ, ਮੈਂ ਪੁੱਛ ਸਕਦਾ ਉਹਨਾਂ ਨੂੰ। ਸਾਹਮਣੇ ਤੁਸੀਂ ਕਿਹਾ ਮੈਂ ਉਹਦਾ ਨਾਂ ਨਹੀਂ ਨਸ਼ਰ ਕਰਨਾ, ਨਹੀਂ ਮੈਂ ਬਿਨਾਂ ਪੁੱਛੇ ਨਾ ਨਸ਼ਰ ਨਹੀਂ ਕਰ ਸਕਦਾ, ਜੇ ਉਹ ਮੰਨ ਗਏ ਮੈਂ ਉਹਨਾਂ ਨੂੰ ਲੈ ਵੀ ਆਉਂਗਾ। ਤੁਸੀਂ ਉਹਨਾਂ ਨਾਲ ਸਲਾਹ ਕਰ ਲਓ, ਸੰਗਤ ਦੇ ਵਿੱਚ ਇੰਨੀ ਗੱਲ ਰਹਿ ਗਈ, ਤੁਸੀਂ ਉਹਨਾਂ ਨਾਲ ਸਲਾਹ ਕਰਕੇ ਉਹਦਾ ਨਾਮ ਜਿਹੜਾ ਹੈਗਾ ਉਹ ਨਸ਼ਰ ਕਰੋ। ਮੈਂ ਸਲਾਹ ਨਹੀਂ, ਮੈਂ ਤਾਂ ਉਹਨਾਂ ਦੀ ਸਿਰਫ ਇਜਾਜ਼ਤ ਲੈਣੀ ਹੈ। ਹਾਂ, ਅਗਰ ਤੁਸੀਂ ਪਰਸਨਲੀ ਕੀ ਪੁੱਛਣਾ ਹੋਇਆ ਮੈਂ ਤੁਹਾਨੂੰ ਦੱਸ ਦੂੰਗਾ ਵੀ ਕੌਣ ਸੀ ਸ਼ਖਸ ਉਹ। ਮੈਂ ਦੇਖੋ ਨਹੀਂ ਜਿਹੜੀ ਵੀ ਤੁਹਾਡੇ ਤੇ ਮੈਨੂੰ ਇੰਨਾ ਯਕੀਨ ਹੈਗਾ ਵੀ ਜਿਹੜੀ ਗੱਲ ਮੈਂ ਤੁਹਾਨੂੰ ਪਰਸਨਲੀ ਪਾਸ ਆਨ ਕਰਤੀ ਤੇ ਤੁਸੀਂ ਉਹਨੂੰ ਪਰਸਨਲੀ ਰੱਖੋਗੇ, ਮੈਂ ਤੁਹਾਨੂੰ ਨੰਬਰ ਵੀ ਦੇ ਦੂੰਗਾ ਬੰਦੇ ਦਾ। ਪਰ ਜੇ ਤੁਸੀਂ ਕਹੋ ਮੈਂ ਪਬਲਿਕਲੀ ਉਹਦਾ ਨਾਮ ਲੈ ਲਵਾਂ ਉਹਦੇ ਬਿਨਾਂ ਪੁੱਛੇ, ਹੁਣ ਮੈਨੂੰ ਆ ਜਿਹੜਾ ਇਹਨਾਂ ਦਾ ਹੈਗਾ ਨਾ ਇੱਕ ਦਵਿੰਦਰ ਸਿੰਘ ਕਾਲਾ ਨੇਕੀ ਦੀ ਬੜੀ ਤਗੜੀ ਭੇਡ ਆ ਢੱਡਰੀ ਦੀ, अब मेरे खिलाफ पिछले जे प्रोग्रामां च आके एक दो इन्हां ने टकसालियां ने मेरे खिलाफ बहुत टिप्पणियां गंदियां गालां कड्ढियां ते ਉਹ ਕਹਿੰਦਾ ਮੈਨੂੰ ਨੰਬਰ ਭੇਜ ਇਹਨਾਂ ਦਾ ਵੀ ਮੈਂ ਕੁੱਤੇ ਖਾਣੀ ਕਰੂੰਗਾ। ਮੈਂ ਕਿਹਾ ਭਰਾ ਮੇਰਾ ਨੇਕੀ ਵਾਲਾ ਕੰਮ ਨਹੀਂਗਾ ਵੀ ਮੈਂ ਤੈਨੂੰ ਉਹਨਾਂ ਦਾ ਨੰਬਰ ਭੇਜਾਂ ਵੀ ਤਾਂ ਕਿ ਇਹ ਤੂੰ ਇਹਨੂੰ ਗਾਲਾਂ ਕੱਢੇ ਮੇਰੇ ਬਿਹਾਫ ਤੇ। ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਮੈਂ ਉਹਨਾਂ ਦਾ ਪਰਸਨਲੀ ਤੁਹਾਨੂੰ ਨੰਬਰ ਦੇ ਸਕਦਾ ਆ, ਨਾ ਵੀ ਦੱਸ ਦੂੰਗਾ ਅਗਰ ਉਹ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਮੈਂ ਪਬਲਿਕਲੀ ਨਾ ਨਹੀਂ ਦੱਸ ਸਕਦਾ ਜੀ। ਮੈਂ ਆਪਾਂ ਇਦਾਂ ਕਰ ਲੈਨੇ ਆ, ਤੁਸੀਂ ਉਹਨਾਂ ਦੇ ਨਾਲ ਜਿਹੜੀ ਹੈਗੀ ਭਾਵੇਂ ਮੈਨੂੰ ਵੀ ਨੰਬਰ ਨਾ ਦਿਓ, ਤੁਸੀਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਕਹੋ ਵੀ ਉਹ ਪ੍ਰੂਫ ਦੇਣ ਇਸ ਗੱਲ ਦਾ ਜਿਹੜੀ ਉਹ ਗੱਲ ਕਹਿ ਰਹੇ ਨੇ, ਤੇ ਜਾਂ ਫਿਰ ਆਪਾਂ ਇੱਕ ਬਿਨਾਂ ਗੱਲ ਤੋਂ ਇੱਕ ਜਿਹੜਾ ਦੇਖੋ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਜੇ ਬਾਬਾ ਜਰਨੈਲ ਸਿੰਘ ਹੋਣਾ ਨੇ ਕੋਈ ਗੱਲ ਮੰਨੀ ਤਾਂ ਤੁਸੀਂ ਉਹ ਮੰਨੋ, ਮੈਂ ਨਹੀਂ ਤੁਹਾਨੂੰ ਕਹਿ ਰਿਹਾ, ਪਰ ਲੌਜਿਕ ਬਣਦਾ ਨਾ ਜਿਹੜਾ ਉਹਨਾਂ ਦਾ ਆਹ ਲੌਜਿਕ ਆ ਨਾ ਵੀ ਕਿਉਂਕਿ ਬਾਬਾ ਜਰਨੈਲ ਸਿੰਘ ਹੋਣੀ ਟਕਸਾਲ ਤੋਂ ਬਾਹਰ ਆ ਕੇ ਰਹੇ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਉੱਥੇ ਉਹਨਾਂ ਨੂੰ ਦਸਮ ਗ੍ਰੰਥ ਦੇ ਬਾਰੇ ਅਲਟਰਨੇਟਿਵ ਪੁਆਇੰਟ ਆਫ ਵਿਊ ਵੀ ਮਿਲਣਾ ਸ਼ੁਰੂ ਹੋਇਆ ਆ ਕਿਉਂਕਿ ਟਕਸਾਲ ਦੇ ਵਿੱਚ ਉਹ ਸਾਰੇ ਦਸਮ ਗ੍ਰੰਥ ਨੂੰ ਮੰਨਣ ਵਾਲੇ ਹੀ ਨੇ। ਦੇਖੋ ਭਾਈ ਸਾਹਿਬ ਇਹ ਤਾਂ ਲੌਜਿਕ ਬਣਦਾ ਨਾ। ਮੇਰੀ ਬੇਨਤੀ ਸੁਣਿਓ, ਮੇਰੀ ਇੱਕ ਬੇਨਤੀ ਸੁਣਿਓ ਕਿ ਜਿਹੜਾ ਵੀ ਆਪਣੇ ਵੱਲੋਂ ਪਾਉਂਦੀ ਵੀ ਉਹ ਤਾਂ ਨੇਕੀ ਵੀ ਕਹਿ ਰਿਹਾ ਮੇਰਾ ਸਹੀ ਆ, ਠੀਕ ਆ, ਗੱਲ ਤੇ ਉਦੋਂ ਹੁੰਦੀ ਨਾ ਜਦੋਂ ਹਰ ਗੱਲ ਦੇ ਉੱਤੇ ਜਿਹੜੀ ਆ ਨੇਕੀ ਸਹੀ ਥੋੜੋ ਕਹਿੰਦਾ ਆ, ਉਹ ਤਾਂ ਕਹਿੰਦਾ ਐ ਹੋਇਆ ਹੋਣਾ ਆ। ਮਹਾਨ ਸਿੱਖ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਉਹਦੇ ਧੌਣ ਦੇ ਵਿੱਚ ਜਿਹੜਾ ਹੈਗਾ ਆ ਛੁਰਾ ਮਾਰਨ ਵਾਲਾ ਸਿੱਖ ਹੀ ਹੋਣਾ ਆ, ਇਹ ਥੋੜੋ ਗੱਲਾਂ ਹੈਗੀਆਂ ਨੇ। ਨਹੀਂ ਤੁਸੀਂ ਏਦਾਂ ਕਰ ਲਓ, ਸੰਗਤ ਤੁਹਾਨੂੰ ਵੀ ਸੁਣਨ ਵਾਲੀ ਆ, ਸਾਨੂੰ ਵੀ ਚੋ ਵੀਰ ਕਈ ਸੁਣਦੇ ਨੇ, ਥੱਲੇ ਵੀਰ ਤੁਹਾਨੂੰ ਦੱਸ ਦੇਣਗੇ ਕਿ ਮੈਂ ਗਲਤ ਕਹਿ ਰਿਹਾ ਕਿ ਮਹਾਨ ਸਿੱਖ ਦਾ ਜਿਹੜਾ ਆ ਉਹ ਦਰਜਾ ਮਿਲਿਆ ਸੀ ਬਾਬਾ ਜਰਨੈਲ ਸਿੰਘ ਸਾਹਿਬ ਹੋਣਾ ਨੂੰ। ਜੇ ਉਹਨਾਂ ਦੇ ਉੱਤੇ ਆਪਾਂ ਕੋਈ ਸਟੇਟਮੈਂਟ ਦਿੰਨੇ ਆ ਨਾ, ਆਪਣਾ ਫਰਜ਼ ਬਣਦਾ ਪੂਰੇ ਸਬੂਤ ਦੇ ਤਹਿਤ ਜਿਹੜੀ ਸਟੇਟਮੈਂਟ। ਨਹੀਂ ਸਬੂਤ ਇਹ ਹੁੰਦਾ ਹੈ ਜੀ ਜਿਹੜੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਬਰਾਜ ਵੀ ਹੁੰਦੀਆਂ ਨੇ, ਜ਼ਰੂਰੀ ਨਹੀਂ ਉਹਨਾਂ ਦਾ ਹਰ ਐਸਪੈਕਟ ਤੁਹਾਡੇ ਕੋਲ ਪਤਾ ਹੀ ਹੋਵੇ ਹਰੇਕ ਬੰਦੇ ਦਾ, ਜਿਹੜੇ ਉਹਨਾਂ ਦੇ ਖਾਸ ਸਾਥੀ ਨੇ ਆਲੇ ਦੁਆਲੇ। ਗੱਲ ਕਹਿ ਦਿੰਦਾ ਮੈਂ ਕਹਿੰਦਾ ਗੁਰਤੇਜ ਸਿੰਘ ਆਈਐਸ, ਮੈਂ ਤੁਹਾਨੂੰ ਗੁਰਤੇਜ ਸਿੰਘ ਆਈਐਸ ਦੀ ਵੀਡੀਓ ਭੇਜਦਾ ਆ, ਪ੍ਰਭਦੀਪ ਦੇ ਰੇਡੀਓ ਤੇ ਗਏ ਨੇ, ਪਰ ਜਿਹੜਾ ਗੁਰਤੇਜ ਸਿੰਘ ਆਈਐਸ ਨੇ ਉਹ ਭਿੰਡਰਾਂ ਵਾਲੇ ਦੇ ਨਾਲ ਉਹਨਾਂ ਨੇ ਕੰਮ ਵੀ ਕੀਤਾ ਆ ਔਰ ਉਹਨਾਂ ਨੇ ਜੌਬ ਵੀ ਆਪਣੀ ਛੱਡਤੀ ਸੀਗੀ ਆਈਐਸ ਦੀ ਇੰਡੀਆ ਸਰਕਾਰ ਵਾਲੀ। ਠੀਕ ਆ ਜੀ, ਉਹਨਾਂ ਦੇ ਬਾਰੇ ਯਾਰ ਤੁਸੀਂ ਉਹਨਾਂ ਤੇ ਕਿੰਤੂ ਪ੍ਰੰਤੂ ਕਰ ਲਿਓ ਜੋ ਕਹਿ ਕੇ ਨੇ ਟਕਸਾਲ ਬਾਰੇ ਜਾਂ ਭਿੰਡਰਾਂ ਵਾਲੇ ਬਾਰੇ ਜੀ। ਮੈਂ ਤੁਹਾਨੂੰ ਅੱਜ ਕੱਲ ਦੇ ਵਿੱਚ ਉਹ ਵੀਡੀਓ ਮੈਂ ਤੁਹਾਨੂੰ ਭੇਜ ਦੂੰਗਾ ਲੱਭ ਕੇ ਲਿੰਕ, ਡੇਢ ਮਹੀਨਾ ਪੁਰਾਣੀ ਹੈ। ਪ੍ਰਭਦੀਪ ਨੇ ਕਾਫੀ ਪ੍ਰੋਗਰਾਮ ਕੀਤੇ ਨੇ ਦੂਜੇ ਬੰਦੇ ਲਿਆ ਕੇ, ਜੂਨ 6 ਦੇ ਨੇੜੇ ਤੇਰੀਆਂ ਗੱਲਾਂ ਨੇ। ਮੈਂ ਇੱਕ ਸਟੇਟਮੈਂਟ ਜਾਰੀ ਕਰ ਦਿੰਦਾ ਕਿ ਮੈਂ ਰਾਣੇਵੀਰ ਦੇ ਪਿੰਡ ਗਿਆ ਸੀ, ਮੈਨੂੰ ਆਹ ਪਤਾ ਲੱਗਾ, ਕੋਈ ਵੀ ਐਲੀਗੇਸ਼ਨ ਲਾ ਦਿੰਦਾ, ਠੀਕ ਆ, ਤੁਸੀਂ ਮੈਨੂੰ ਕਹੋਗੇ ਤਾਂ ਸਹੀ ਭਰਾ ਕੋਈ ਸਬੂਤ ਦੇ, ਜਿਹੜੇ ਬੰਦੇ ਨੇ ਗੱਲ ਕੀਤੀ ਕੋਈ ਬੰਦਾ ਲੈ ਕੇ ਆ ਦੱਸ ਕਿਹੜੀ ਗੱਲ। ਹਰੇਕ ਗੱਲ ਦਾ ਦੇਖੋ ਹੁਣ ਬਾਦਲਾਂ ਨੇ ਕਰਪਸ਼ਨ ਕੀਤੀ ਹੈ, ਇਹਦਾ ਕੋਈ ਸਬੂਤ ਨਹੀਂਗਾ, ਪਰ ਹੈਗਾ ਤਾਂ ਤੁਹਾਡੇ ਸਾਹਮਣੇ ਹੀ ਹੈ ਜੋ ਵੀ ਹੈਗਾ ਜੀ। ਹਰੇਕ ਗੱਲ ਦਾ ਸਬੂਤ ਨਹੀਂ ਹੁੰਦਾ, ਇੱਕ ਲੌਜਿਕ ਜ਼ਰੂਰ ਹੈਗਾ, ਮੈਨੂੰ ਨਜ਼ਰ ਆ ਰਿਹਾ ਉਹ ਬੰਦੇ ਦੀ ਗੱਲ ਦੇ ਵਿੱਚ ਲੌਜਿਕ ਡਿਪੈਂਡ ਕਰਦਾ। ਅੱਜ ਸਰਕਾਰਾਂ ਲੱਭਣੀਆਂ ਨਹੀਂ ਚਾਹੁੰਦੀਆਂ, ਬਾਦਲਾਂ ਦੇ ਖਿਲਾਫ ਸਬੂਤ ਤੇ ਸਾਰੇ ਹੈਗੇ ਪਰ ਲੱਭਣੇ ਨਹੀਂ ਬੜੇ ਲੀਗਲਾਈਜ਼ ਕਰਦੇ ਜੀ ਕਰਪਸ਼ਨ ਨਹੀਂ ਹੈਗੇ ਨੇ, ਬਹੁਤ ਸਾਰੇ ਕੰਮਾਂ 'ਚ ਸਬੂਤ ਨੇ। ਉਹ 1997 ਤੋਂ ਲੈ ਕੇ 2002 ਵਾਲੇ ਟਾਈਮ ਦੇ ਵਿੱਚ ਕਰਪਸ਼ਨ ਇਹਨਾਂ ਨੇ ਕੀਤੀ ਆ ਸਬੂਤਾਂ ਵਾਲੀ। ਫਿਰ ਇਹ ਕੈਪਟਨ ਨੇ ਜਦੋਂ ਕੇਸ ਪਾਏ ਨੇ ਤੇ ਇਹਨੂੰ ਅਕਲ ਆ ਗਈ, ਇਹਨੇ ਕਰਪਸ਼ਨ ਹੀ ਲੀਗਲਾਈਜ਼ ਕਰਤੀ ਬਾਦਲਾਂ ਨੇ। ਜਿਹੜੀ ਟਰਾਂਸਪੋਰਟ ਪਾਲਿਸੀ ਹੈ ਪੰਜਾਬ ਦੀ ਉਹ ਇਸ ਤਰੀਕੇ ਨਾਲ ਤੋੜੀ ਮਰੋੜੀ ਇਹਨੇ 2007 ਦੇ ਵਿੱਚ ਆ ਕੇ ਕਿ ਤੁਹਾਨੂੰ ਕੋਈ ਸਬੂਤ ਨਹੀਂ ਲੱਭਣਾ ਉਹਦੇ 'ਚ। ਮੈਂ ਤੁਹਾਨੂੰ ਉਹੀ ਬਾਬਾ ਜੀ ਬੇਨਤੀ ਦੇਖੋ ਕਰ ਰਿਹਾ, ਜੇ ਤੁਸੀਂ ਜਿੱਦਾਂ ਤੁਸੀਂ ਕਹਿੰਦੇ ਨਾ ਬਾਦਲਾਂ ਦੇ ਖਿਲਾਫ ਸਬੂਤ ਹੈ, ਇਸੇ ਤਰੀਕੇ ਨਾਲ ਜੇ ਬਾਬਾ ਜਰਨੈਲ ਸਿੰਘ ਸਾਹਿਬ ਹੋਣਾ ਕੋਈ ਬਿਆਨ ਦਿੰਦੇ ਨੇ
ਸਬੂਤ ਉੱਥੇ ਵੀ ਜ਼ਰੂਰ ਹੋਣਗੇ। ਦੂਜੀ ਤੁਸੀਂ ਜਿਹੜੀ ਜਿੰਦ ਬਟਾਲੀ ਦੀ ਗੱਲ ਕੀਤੀ, ਮੈਂ ਤੁਹਾਨੂੰ ਉਹਦਾ ਵੀ ਇਹ ਜਵਾਬ ਸਿਰਫ ਹਜੇ ਦੇ ਸਕਦਾ, ਜੇ ਉਹ ਤੁਹਾਡੇ ਨਾਲ ਕੋਈ ਗਲਤ ਕਮੈਂਟ ਕਰਦਾ ਜਾਂ ਗਲਤ ਜਵਾਬ ਬਣਦਾ, ਤੁਹਾਡਾ ਬਿਲਕੁਲ ਹੱਕ ਬਣਦਾ ਵੀ ਤੁਸੀਂ ਉਹਨੂੰ ਜਿਸ ਮਰਜ਼ੀ ਭਾਸ਼ਾ ਦੇ ਵਿੱਚ ਜਵਾਬ ਦਿਓ। ਮੈਂ ਤੁਹਾਨੂੰ ਜੀ ਕਹਿ ਕੇ ਗੱਲ ਕਰ ਰਿਹਾ, ਤੁਸੀਂ ਮੇਰੇ ਨਾਲ ਜੀ ਕਹਿ ਕੇ ਗੱਲ ਕੀਤੀ। ਜਤਿੰਦਰ ਵੀਰ ਵੀ ਭਾਵੇਂ ਉਹ ਟਕਸਾਲ ਦੇ ਸਿੰਘ ਨੇ, ਤੁਹਾਡੇ ਨਾਲ ਜੀ ਕਹਿ ਕੇ ਸਰਕਾਰ ਨਾਲ ਹੁੰਦੀ ਜੀ ਗੱਲ, ਮੇਰੀ ਆਫ ਦਾ ਏਅਰ ਗੱਲ ਬਹੁਤ ਵਾਰੀ ਹੁੰਦੀ ਹੈ ਉਹਨਾਂ ਨਾਲ। ਹਾਂ, ਫਿਰ ਆਪਾਂ ਕਰਦੇ ਹਾਂ। ਪਰ ਜਦੋਂ ਆਪਾਂ ਕੋਈ ਅਕਾਲ ਤਖਤ ਸਾਹਿਬ ਨੂੰ ਵਿੱਚ ਉਹਦੀ ਇੱਕ ਪੋਸਟ ਤੋਂ ਆਧਾਰ ਬਣਾ ਕੇ ਆਪਾਂ ਕੋਈ ਗੱਲ ਕਰਦੇ ਹਾਂ, ਉਸ ਪੋਸਟ ਵਿੱਚ ਉਹ ਗੱਲ ਲਿਖੀ ਵੀ ਤਾਂ ਹੋਣੀ ਚਾਹੀਦੀ ਹੈ ਨਾ। ਨਹੀਂ, ਮੈਂ ਕਹਿ ਰਿਹਾ ਜੀ ਉਹਦਾ ਸਬੂਤ ਮੈਨੂੰ ਦੇਖੋ, ਇਹ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ, ਜਿਹੜੀ ਉਹਦੀ ਟਾਈਮਿੰਗ ਆ ਵੀ ਉਹ ਟਾਈਮਿੰਗ ਕਲੀਅਰਲੀ ਇਹ ਦੱਸਦੀ ਹੈਗੀ ਹੈ। ਤੁਸੀਂ ਮੈਨੂੰ ਉਹਦੀ ਕੋਈ ਹੋਰ ਪੋਸਟ ਵਿਖਾ ਦਿਓ ਯਾਨੀ ਪਾਸ ਦੇ ਵਿੱਚ ਵੀ ਜਿੱਥੇ ਉਹ ਲਿਖਿਆ ਹੋਵੇ ਵੀ ਅਕਾਲ ਤਖਤ ਸਾਹਿਬ ਮਹਾਨ ਹੈ। ਗੱਲ ਮੁੱਕ ਗਈ। ਮੈਂ ਗੱਲ ਕਰ ਰਿਹਾ, ਫਿਰ ਮੈਂ ਤੁਹਾਨੂੰ ਉਹੀ ਸੰਗਤ ਦੇ ਵਿੱਚ ਕਹਿ ਰਿਹਾ, ਫਿਰ ਤੁਹਾਨੂੰ ਪਹਿਲੋਂ ਉਹਦੀਆਂ ਪੋਸਟਾਂ ਫੋਲਣੀਆਂ ਨਹੀਂ ਸੀ ਚਾਹੀਦੀਆਂ ਕਿ ਪਹਿਲੋਂ ਵੀ ਲੈਣਾ ਦਿਖਾਓ ਨਾ, ਕੋਈ ਦਿਖਾਓ ਤਾਂ ਸਹੀ ਨਾ। ਫਿਰ ਉਹੀ ਮੈਂ ਜੇ ਦਿਖਾਵਾਂਗਾ ਫਿਰ ਤੁਹਾਨੂੰ ਕਿ ਤੁਸੀਂ ਇਹ ਮੰਨੋ ਕਿ ਤੁਸੀਂ ਖਿਮਾ ਜਾਚਨਾ ਕਰੋਗੇ। ਖਿਮਾ ਜਾਚਨਾ ਮੈਂ ਕਿਉਂ ਮੈਂ ਖਿਮਾ ਜਾਚਨਾ ਤਾਂ ਕਰਾਂ ਅਗਰ ਮੇਰੀ ਸਟੇਟਮੈਂਟ ਗਲਤ ਹੋਵੇ। ਮੈਂ ਆਪਣੀ ਸਟੇਟਮੈਂਟ ਤੇ ਖੜਾ ਹਾਂ। ਜਿੰਦ ਬੰਡਾਲੀ ਅਕਾਲ ਤਖਤ ਨੂੰ ਮਹਾਨ ਇਸ ਕਰਕੇ ਕਹਿ ਰਿਹਾ ਵੀ ਢੱਡਰੀਆਂ ਵਾਲੇ ਦੇ ਖਿਲਾਫ ਟਿੱਪਣੀ ਆਈ ਹੈ, ਔਰ ਉਹਨੇ ਅਕਾਲ ਤਖਤ ਨੂੰ, ਅਗਰ ਇਹ ਅਕਾਲ ਤਖਤ ਦੀ ਇਹੀ ਸਟੈਂਡਰਡ ਹੈਗਾ ਆ ਮਹਾਨ ਕਹਿਣ ਦਾ ਵੀ ਢੱਡਰੀਆਂ ਦੇ ਖਿਲਾਫ ਹੋਈ ਹੈ ਕਾਰਵਾਈ, ਤੇ ਉਹ ਅੱਗੋਂ ਸਟੇਟਮੈਂਟਾਂ ਦੇਖੋ ਉਹਦੀਆਂ ਉਹ ਸਾਰੀਆਂ ਲਿੰਕ ਹੁੰਦੀਆਂ ਨੇ ਵੀ ਉਹਦੇ ਖਿਲਾਫ ਸੰਪਰਦਾਵਾਂ ਖੁਸ਼ੀ ਨਹੀਂ ਮਨਾ ਰਹੀਆਂ ਢੱਡਰੀਆਂ ਵਾਲੇ ਦੇ ਖਿਲਾਫ। ਕਹੋ ਤਾਂ ਮੈਂ ਵੀਡੀਓ ਚਲਾ ਦਿੰਦਾ ਉਹਦੀ। ਸੰਪਰਦਾਵਾਂ ਨੂੰ ਸਵਾਲ ਕੀਤਾ ਉਹਨੇ। ਨਹੀਂ ਫਿਰ ਖੁਸ਼ੀ, ਇਹਦੇ ਚ ਖੁਸ਼ੀ ਵਾਲੀ ਕਿਹੜੀ ਗੱਲ ਹੈ ਮਨਾਉਣ ਦੀ ਜੀ? ਮੈਂ ਤਾਂ ਕਹਿੰਦਾ ਅਕਾਲ ਤਖਤ ਨੇ ਕਾਰਵਾਈ ਉਹਦੇ ਤੇ ਛੋਟੀ ਕੀਤੀ ਹੈ ਵੀ ਉਹਨੂੰ ਸਿੱਖਣਾ ਚਾਹੀਦਾ ਹੈ। ਜਿਹੜਾ ਬੰਦਾ ਕਹਿੰਦਾ ਮੈਂ ਅਕਾਲ ਤਖਤ ਸਾਹਿਬ ਤੇ ਜਾਣਾ ਹੀ ਨਹੀਂਗਾ, ਮੈਂ 5 ਮੈਂਬਰੀ ਕਮੇਟੀ ਦੇ ਅੱਗੇ, ਤੇ ਉਹਨੂੰ ਇਹ ਹਲੇ ਵੀ ਇੱਕ ਵਾਰਨਿੰਗ ਦੇ ਕੇ ਛੱਡ ਰਹੇ ਨੇ, ਤੇ ਉਹ ਸਸਪੈਂਡ ਹੋਣਾ ਯਾਨੀ ਡਿਸਮਿਸ ਹੋਣਾ ਚਾਹੀਦਾ। ਜੇ ਢੰਡਰੀਆਂ ਵਾਲੇ ਦੇ ਚੇਲੇ ਬਾਲ ਕੇ ਫੈਸਲਾ ਆਉਣ ਤੋਂ ਬਾਅਦ ਜਥੇਦਾਰ ਦੀ ਵਿਰੋਧਤਾ ਕਰ ਸਕਦੇ ਆ ਤਾਂ ਇਹ ਹੱਕ 'ਚ ਪੋਸਟ ਪਾਉਣ ਦਾ ਹੱਕ ਨਹੀਂ ਰੱਖਦੇ। ਨਹੀਂ, ਮੈਂ ਤਾਂ ਇਹੀ ਕਹਿਣਾ ਆ ਵੀ ਉਹ ਇਸ ਕਰਕੇ ਮਹਾਨ ਕਹਿ ਰਿਹਾ ਨਾ ਵੀ ਇਹ ਜਿਹੜੀ ਕਾਰਵਾਈ ਹੋਈ ਆ ਪੋਸਟ ਪਾਓ ਉਹਦੇ ਹੱਕ ਦੇ ਵਿੱਚ। ਪਰ ਇਹ ਡਬਲ ਸਟੈਂਡਰਡ ਨਾ ਤੁਸੀਂ ਉਹ ਤਾਂ ਅਗਰ ਉਹਨੂੰ ਤੁਸੀਂ ਮੰਨੋਗੇ ਨਾ, ਅਗਰ ਤੁਸੀਂ ਜਿੰਦ ਬਡਾਲੀ ਨੂੰ ਸਿੱਧਾ ਪੁੱਛ ਲਓ ਵੀ ਤੇਰਾ ਇਹ ਕਿਉਂ ਪਾਇਆ, ਉਹ ਕਹੂਗਾ ਹਾਂ ਵੀ ਕਿਉਂਕਿ ਢੱਡਰੀਆਂ ਦੇ ਖਿਲਾਫ ਕਾਰਵਾਈ ਹੋਈ ਆ ਮੈਂ ਤਾਂ ਪਾਈ ਆ। ਮੇਰੀ ਤੁਹਾਨੂੰ ਹੱਥ ਜੋੜ ਕੇ ਇੱਕ ਬੇਨਤੀ ਆ, ਆਪਾਂ ਇਹ ਕੰਮ ਨਾ ਕਰੀਏ। ਜਿੱਥੇ ਤੇ ਗੱਲ ਆਉਂਦੀ ਆ 10ਵਾਂ ਗ੍ਰਾਮ ਸਾਹਿਬ ਦੀ ਜਾਂ ਹੋਰ ਕੋਈ ਗੱਲ ਆਉਂਦੀ ਆ, ਟਕਸਾਲ ਬਾਰੇ ਕੋਈ ਗੱਲ ਆਉਂਦੀ ਆ, ਉੱਥੇ ਹੀ ਕਹਿੰਦੇ ਅਸੀਂ ਉਹ ਮੰਨਦੇ ਜੋ ਸਬੂਤਾਂ ਦੇ ਆਧਾਰ ਤੇ ਸਹੀ ਆ। ਜਦੋਂ ਗੱਲ ਤੁਹਾਡੇ ਮੈਂ ਕਹਿੰਦਾ ਉਹਨੂੰ ਪੁੱਛ ਲਓ ਨਾ, ਫਿਰ ਤੁਸੀਂ ਜਿੰਦ ਬਡਾਲੀ ਦੇ ਬਿਹਾਫ ਤੇ ਨਾ ਗੱਲ ਕਰੋ ਜੀ। ਆਪਾਂ ਦਸਮ ਗ੍ਰੰਥ ਤੱਕ ਗੱਲ ਰਹਿਣ ਦੀ ਜੀ। ਜਿੰਦ ਬਡਾਲੀ ਤਾਂ ਇੱਥੇ ਢੱਡਰੀਆਂ ਦੇ ਨਾਲ ਜੋੜ ਕੇ ਆਪਾਂ ਗੱਲ ਕਰ ਰਹੇ ਹਾਂ ਜਿੰਦ ਬਡਾਲੀ ਨੂੰ ਜੀ। ਮੈਂ ਜਿੰਦ ਬਡਾਲੀ ਜਿੰਦ ਬਡਾਲੀ ਨੂੰ ਕੋਈ ਹੈਗੀ ਆ ਤਕਲੀਫ ਮੇਰੀ ਉਹਦੇ ਤੋਂ ਵੀ ਤੂੰ ਇਹ ਪਾਈ ਆ ਭਰਾ ਸਾਬਤ ਕਰਦੇ ਵੀ ਮੈਂ ਇਸ ਕਰਕੇ ਪਾਈ ਆ, ਫਿਰ ਤੁਸੀਂ ਉਹਦੇ ਬਿਹਾਫ ਤੇ ਨਾ ਗੱਲ ਕਰੋ ਜੀ। ਆਪਾਂ ਦਸਮ ਗ੍ਰੰਥ ਤੱਕ ਰਹਿਣ ਦੀਏ। ਮੈਂ ਉਹਨੂੰ ਕੀ ਉਹਨਾਂ ਦਾ ਨਾਂ ਹੈਗਾ ਗੁਰਚਰਨ ਸਿੰਘ ਜੂਨਵਾਲਾ, ਉਹਨਾਂ ਨੂੰ ਮੈਂ ਟਾਈਮ ਲੈ ਲੈਣਾ। ਮੈਂ ਭਾਵੇਂ ਸੰਡੇ ਨੂੰ ਹੀ ਕਰਨਾ ਪਵੇ ਜੀ। ਸਿਰਫ ਇੰਨੀ ਬੇਨਤੀ ਕਰਦਾ, ਮੈਂ ਗੱਲ ਕਿਉਂ ਕੀਤੀ ਆ, ਮੈਂ ਉਹ ਜਿੰਦ ਬਡਾਲੀ ਦਾ ਕਰਕੇ ਗੱਲ ਨਹੀਂ ਕੀਤੀ। ਮੈਂ ਤੇ ਨਾਮ ਅਕਾਲ ਤਖਤ ਸਾਹਿਬ ਦਾ ਆ ਰਿਹਾ, ਮੈਂ ਤਾਂ ਕਰਕੇ ਗੱਲ ਕੀਤੀ। ਨਹੀਂ ਤਾਂ ਆਪਣੀ ਤਾਂ ਗੱਲ ਫਿਰ ਦਸਮ ਗ੍ਰੰਥ ਤੋਂ ਤੁਹਾਡੀ ਸ਼ੁਰੂ ਹੋਈ ਆ ਜਾਂ ਦੋਗਲੇ ਬਣਦੀ ਹੋਈ ਆ ਉਹਨਾਂ ਦੀ। ਸਿਰਫ ਅਕਾਲ ਤਖਤ ਸਾਹਿਬ ਇਸ ਕਰਕੇ ਮਹਾਨ ਆ, ਉਹਦੇ ਵਿੱਚ ਫਿਰ ਜਿਹੜਾ ਜਿੰਦ ਬਡਾਲੀ ਦੇ ਅਕਾਲ ਤਖਤ ਸਾਹਿਬ ਨਾਲ ਤੁਸੀਂ ਜੋੜਿਆ, ਤੇ ਮੈਂ ਕੋਈ ਢੱਡਰੀਆਂ ਵਾਲੇ ਨਾਲ ਜੋੜ ਰਿਹਾ ਨਾ ਉਹਨੂੰ। ਇੱਕ ਤੁਸੀਂ ਗੱਲ ਭਾਈ ਸਾਹਿਬ ਜਿਹੜੀ ਕਿਉਂਕਿ ਕਾਲਰ ਜਿਹੜਾ ਵੀ ਉਹਦੇ ਨਾਲ ਤੁਸੀਂ ਗੱਲ ਕਰ ਰਹੇ, ਮੈਂ ਤਾਂ ਉਹਦੇ ਵਿੱਚੋਂ ਸਿਰਫ ਗੱਲ ਇੱਕ ਨਾਰਮਲ ਜੀ ਗੱਲ ਕਰ ਰਿਹਾ। ਉਹ ਮੇਰੇ ਕੋਲ ਇਹ ਕਹੀ ਸੀ ਵੀ 9 ਗੁਰੂ ਸਾਹਿਬਾਨਾਂ ਨੇ ਅੰਮ੍ਰਿਤ ਨਹੀਂ ਛਕਿਆ। ਨਹੀਂ ਤੁਸੀਂ ਦੇਖੋ ਦਸਮ ਗ੍ਰੰਥ ਦੇ ਉੱਤੇ ਆ ਗਏ ਹੋ। ਇਹ ਜਦੋਂ ਆਉਣਗੇ ਨਾ ਇਹ ਆਪਣੇ, ਮੇਰਾ ਜਿਹੜਾ ਸਵਾਲ ਆ ਤੁਸੀਂ ਜਵਾਬ ਮੇਰਾ ਹਾਲੇ ਦਿੱਤਾ ਨਹੀਂਗਾ, ਪੈਂਡਿੰਗ ਸਵਾਲ ਆ। 3 ਧੜੇ ਨੇ, ਤੁਸੀਂ ਚੌਥਾ ਧੜਾ ਬਣਾਤਾ, ਦੋਗਲਾ ਧੜਾ ਮੈਂ ਮੰਨ ਲਿਆ, ਇੱਕ 5ਵਾਂ ਧੜਾ ਵੀ ਦੱਸ ਦਿਓ ਪਹਿਲਾਂ ਜੀ। ਧੜਾ ਵਿੱਚ ਇੱਕ ਹੋਰ ਐਡ ਕਰ ਦਿੱਤਾ ਵੀ ਜਿਹੜਾ ਨਹੀਂ ਤੁਸੀਂ 5 ਕਹੇ ਨਾ, ਮੈਂ 3 ਗਣਾਏ ਸੀ, ਤੁਸੀਂ 5 ਕਹੇ, ਇੱਕ ਦੋਗਲਾ ਧੜਾ ਆ ਗਿਆ ਵੀ ਜਿਹੜਾ ਦਸਮ ਗ੍ਰੰਥ ਨੂੰ ਮੰਨਦਾ ਵੀ ਆ ਤੇ ਕਿਸੇ ਵੇਲੇ ਨਹੀਂ ਵੀ ਮੰਨਦਾ ਜੀ। ਬਿਲਕੁਲ ਮੈਂ ਸਹਿਮਤ ਹਾਂ ਤੁਹਾਡੇ ਨਾਲ, ਧੜਾ ਆ ਗਿਆ ਚੌਥਾ। 5ਵਾਂ ਧੜਾ ਕਿਹੜਾ? ਇਹ ਧੜੇ ਹੈਗੇ ਨੇ 5, ਇਹ ਐਕਨੋਲਜ ਕਰਦੇ ਹੋ ਤੁਸੀਂ? ਇਹ ਧੜੇ ਜੇ ਤੁਸੀਂ ਮੈਨੂੰ ਸ਼ਾਮਲ ਕੀਤਾ, ਮੈਂ ਆਪਣੇ ਧੜੇ ਦੇ ਅਨੁਸਾਰ ਤੁਹਾਡਾ ਜਿਹੜੇ ਵੀ ਵਿਦਵਾਨ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹਾਂ। ਨਹੀਂ, ਮੈਂ ਪਹਿਲਾਂ ਜਿਹੜੀ ਮੇਰੀ ਟਿੱਪਣੀ ਆ ਉਹ ਹੈਗੀ ਆ, ਜਿਹੜੇ ਮੈਂ 3 ਧੜੇ ਡਿਫਾਈਨ ਕੀਤੇ ਨੇ, ਤੁਸੀਂ ਚੌਥਾ ਦੱਸਦਾ, ਮੈਂ ਉਹਨੂੰ ਵੀ ਪਾ ਲੈਣਾ। ਚਲੋ ਵੀ ਜਿਹੜਾ ਕਦੇ ਕਦੇ ਦਸਮ ਗ੍ਰੰਥ ਨੂੰ ਮੰਨ ਲੈਂਦਾ ਗੁਰੂ ਗੋਬਿੰਦ ਸਿੰਘ ਜੀ ਲਿਖਤ ਤੇ ਕਦੇ ਕਦੇ ਮਨਾ ਕਰ ਦਿੰਦਾ ਆ। ਇਹ 4 ਧੜੇ ਐਗਜ਼ਿਸਟ ਕਰਦੇ ਨੇ, ਇਹ ਮੰਨਦੇ ਹੋ ਤੁਸੀਂ? ਇੱਕ ਤਾਂ ਤੁਸੀਂ ਆਪ ਦੱਸਿਆ ਐਗਜ਼ਿਸਟ ਕਰਦਾ ਆ, ਬਾਕੀ ਦੇ 3 ਧੜੇ ਲਾਸਟ ਜਿਹੜੇ ਤੁਸੀਂ 2 ਧੜੇ ਲਾਸਟ ਵਾਲੇ ਬਣਾਏ ਨੇ, ਮੈਂ ਉਹਨਾਂ ਵਿੱਚ ਫਰਕ ਨਹੀਂ ਕਰ ਪਾ ਰਿਹਾ ਕਿਉਂਕਿ ਮੈਂ ਦੱਸ ਦਿੰਦਾ, ਮੈਂ ਦੁਬਾਰਾ ਦੱਸ ਦਿੰਦਾ ਜੀ ਫਰਕ ਦੁਬਾਰਾ। ਮੈਂ ਤੁਹਾਨੂੰ ਸਟੇਟਮੈਂਟਾਂ ਦਿਖਾ ਸਕਦਾ ਜਿੱਥੇ ਉਹ ਕਹਿੰਦੇ ਨੇ ਵੀ ਦਸਮ ਗ੍ਰੰਥ ਦੇ ਵਿੱਚ ਜਿਹੜੀ ਬਾਣੀ ਆ ਉਹ ਹਿੰਦੂ ਤੋਂ ਵੀ ਜਿਹੜੇ ਨੇ ਉਹਨਾਂ ਦਾ ਵਿਰੋਧ ਦੇ ਵਿੱਚ ਆ, ਵਿਰੋਧ ਕਰਦੀ ਆ। ਤੇ ਮੈਂ ਵੀ ਇਹ ਗੱਲ ਕਹਿੰਦੀ, ਫਿਰ ਤੁਸੀਂ ਸਾਨੂੰ ਦੋਨੋਂ ਡਿਵਾਈਡ ਕਿੱਦਾਂ ਕਰਤਾ? ਮੈਂ ਦੱਸਦਾ, ਤੁਸੀਂ ਧਿਆਨ ਨਾਲ ਸੁਣਿਓ। ਹੁਣ ਮੈਂ ਦੁਬਾਰਾ ਫੇਰ ਦੱਸਦਾ, ਦੋਵੇਂ ਜਿਹੜੇ 2 ਧੜੇ ਨੇ। ਹਾਂ, ਹੋ ਸਕਦਾ ਮੈਨੂੰ ਸੁਣ। ਹਾਂਜੀ, ਮੈਂ ਦੁਬਾਰਾ ਸਟੇਟਮੈਂਟ ਦੇ ਰਿਹਾ ਜੀ। ਇੱਕ ਜਾਨੀ ਧੜਾ ਹੈਗਾ ਉਹ ਜਿਹੜਾ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਦਾ ਹੈ, ਸਾਰੇ ਦੀ ਸਾਰੇ ਨੂੰ, ਤੇ ਉਹਦਾ ਇਹ ਵੀ ਮੰਨਣਾ ਆ ਵੀ ਇਸ ਗ੍ਰੰਥ ਦੇ ਵਿੱਚ ਬ੍ਰਾਹਮਣਵਾਦ ਦਾ ਖੰਡਨ ਕੀਤਾ ਗਿਆ ਹੈ।
ਇੱਕ ਤੀਸਰਾ ਧੜਾ ਉਹ ਹੈਗਾ ਆ ਜਿਹੜਾ ਸਾਰੀ ਦੀ ਸਾਰੀ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਦਾ ਹੈ, ਇਸ ਰਚਨਾ ਨੂੰ, ਦਸਮ ਗ੍ਰੰਥ ਦੀਆਂ ਬਾਣੀਆਂ ਨੂੰ, ਪਰ ਉਹਦਾ ਇਹ ਮੰਨਣਾ ਆ ਵੀ ਇਹ ਜਿਹੜਾ ਹੈਗਾ ਬ੍ਰਾਹਮਣਵਾਦ ਦੀ ਪ੍ਰੌੜਤਾ ਕਰਦਾ ਹੈ, ਉਹਦੇ ਹੱਕ ਦੇ ਵਿੱਚ ਹੈ। ਆਹ ਡਿਫਰੈਂਸ ਹੈ ਜੀ ਦੋਵਾਂ ਧੜੇ। ਹਾਂਜੀ, ਹੁਣ ਮੈਂ ਤੁਹਾਨੂੰ ਦੱਸਦਾ। ਹਾਂਜੀ, ਉਹਦੇ ਜਿਹੜਾ ਤੁਸੀਂ ਕਹਿੰਦੇ ਹੋ ਹੱਕ ਦੇ ਵਿੱਚ ਦੱਸਦਾ ਆ, ਵੀ ਹੱਕ ਦੇ ਵਿੱਚ ਭੁਗਤਦਾ ਆ, ਤੁਸੀਂ ਉਹਦਾ ਕੋਈ ਇੱਕ ਪ੍ਰੂਫ ਦੇ ਸਕਦੇ ਹੋ ਕਿ ਉਹਦੇ ਹੱਕ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੱਕ ਦੇ ਵਿੱਚ ਭੁਗਤਦਾ ਤੁਸੀਂ? ਹਾਂਜੀ ਹਾਂ ਬਿਲਕੁਲ। ਧੁੰਮਾ ਜਿਹੜਾ ਧੁੰਮਾ ਹੈਗਾ ਆ ਜੀ, ਆ ਹੁਣੇ ਸੁਣੋ ਜੀ। ਜੀ ਧੁੰਮਾ ਕਹਿ ਰਿਹਾ ਵੀ ਦੇਵੀ ਦੇਵਤੇ ਜਿਹੜੇ ਹੈਗੇ ਨੇ ਉਹ ਆ ਕੇ ਤੇ ਵਾਹਿਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ, ਅਕਾਲ ਤਖਤ ਸਾਹਿਬ ਦੀ ਕਰਦੇ ਹੈਗੇ ਨੇ, ਦਰਬਾਰ ਸਾਹਿਬ ਚ ਆ ਕੇ ਸੇਵਾ ਕਰਦੇ ਨੇ ਜੀ। ਮੈਂ ਉਹ ਵੀਡੀਓ ਸੁਣੀ ਆ, ਮੈਂ ਉਸ ਵੀਡੀਓ ਤੇ ਗੱਲ ਕਰ ਸਕਦਾ ਨਾ ਤੁਹਾਡੇ ਨਾਲ? ਹਾਂ, ਉਸ ਵੀਡੀਓ ਬਾਰੇ ਗੱਲ ਕਰੋ। ਇਹ ਤੀਜਾ ਧੜਾ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਜਿਹੜਾ ਦਸਮ ਗ੍ਰੰਥ ਆ ਦੇਵੀ ਦੇਵਤਿਆਂ ਨੂੰ ਜਿਹੜੀ ਮਾਨਤਾ ਦਿੰਦਾ ਆ, ਇਹ ਗੱਲ ਤੁਸੀਂ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਕਹਿ ਰਹੇ ਹੋ ਵੀ ਸਾਬਤ ਹੁੰਦੀ ਆ ਵੀ ਉਹ ਜਿਹੜੇ ਦੇਵੀ ਦੇਵਤੇ ਇੱਥੇ ਸੇਵਾ ਕਰਨ ਆਏ ਨੇ। ਜਿਹੜਾ ਧੁੰਮਾ ਇਹ ਸਟੇਟਮੈਂਟ ਦੇ ਰਿਹਾ ਆ, ਧੁੰਮਾ ਟਕਸਾਲ ਦਾ ਦੇਖੋ ਮੁਖੀ ਹੈ ਇਸ ਵੇਲੇ ਦਾ ਜੀ। ਦਸਮ ਗ੍ਰੰਥ ਦੇ ਰਿਹਾ? ਹਾਂ, ਦਸਮ ਗ੍ਰੰਥ ਤੋਂ ਦੇ ਰਿਹਾ ਜੀ। ਉਹ ਤੁਸੀਂ ਮੈਨੂੰ ਜਿੰਨੇ ਦੇਵੀ ਦੇਵਤੇ ਹੈਗੇ ਨੇ ਜਿਹੜੇ ਹੈਗੇ ਨੇ ਸਾਰੇ ਹਿੰਦੂ ਇਹ ਦਸਮ ਗ੍ਰੰਥ 'ਚ ਆਉਂਦੇ ਨੇ ਜੀ। ਹੁਣ ਮੈਂ ਤੁਹਾਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹ ਹਮੇਸ਼ਾ ਦੇਵੀ ਦੇਵਤਿਆਂ ਦਾ ਅਵਤਾਰਵਾਦ ਦਾ ਖੰਡਨ ਕਰ ਰਿਹਾ ਜੀ। ਇਹ ਜੀ ਮੈਂ ਹੁਣ ਤੁਹਾਨੂੰ ਜਪਜੀ ਸਾਹਿਬ ਦੇ ਵਿੱਚੋਂ ਰੱਖ ਸਕਦਾ। ਦੂਜੀ ਨਹੀਂ, ਉਹ ਤੁਸੀਂ ਜ਼ਿਆਦਾ ਅੱਗੇ ਆ ਜਾਣਾ ਹੈ। ਦੂਜੀ ਗੱਲ, ਜਿਹੜੇ ਹੈਗੇ ਨੇ ਆਪਣੇ ਜਤਿੰਦਰ ਸਿੰਘ ਹੋਣੀ ਕੈਲੀਫੋਰਨੀਆ ਵਾਲੇ, ਉਹ ਵੀ ਧੁੰਮੇ ਵਾਲੀ ਲਾਈਨ ਤੋਂ ਹੀ ਨੇ ਜੀ। ਉਹ ਵੀ ਭਾਈ ਸਾਹਿਬ ਜੀ ਮੈਂ ਆ ਦੱਸ ਸਕਦਾ ਤੁਹਾਨੂੰ ਹੁਣ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ? ਨਹੀਂ, ਇਸ ਵੇਲੇ ਨਹੀਂ, ਮੇਰਾ ਟਾਈਮ। ਇਹਦੇ ਤੇ ਜਦੋਂ ਡਿਬੇਟ ਹੋਣੀ ਹੈ ਨਾ, ਇਹਦੇ ਤੇ ਭਾਈ ਜਦੋਂ ਡਿਬੇਟ ਹੋਊਗੀ ਇਹ ਆਪਾਂ ਉਹਦੇ ਤੇ ਗੱਲਬਾਤ ਕਰਾਂਗੇ ਜੀ। ਅੱਧਾ ਜਵਾਬ ਮੰਗ ਰਿਹਾ। ਜੇ ਮੈਂ ਤੁਹਾਨੂੰ ਇਹ ਸਾਬਤ ਕਰ ਰਿਹਾ ਵੀ ਜਿਹੜੀ ਗੱਲ ਬਾਬੇ ਹਰਨਾਮ ਸਿੰਘ ਹੋਣਾ ਨੇ ਕਹੀ ਆ ਉਹ ਜਪਜੀ ਸਾਹਿਬ ਤੋਂ ਪ੍ਰਮਾਣਿਤ ਹੁੰਦੀ, ਫੇਰ ਹਾਂ ਭੇਜ ਦਿਓ ਮੈਨੂੰ ਉਹਦਾ ਲਿੰਕ ਤੋਂ, ਪੇਜ 70 ਨੰਬਰ ਯਾਨੀ ਪੰਨਾ ਨੰਬਰ ਦੱਸ ਦਿਓ ਗੁਰੂ ਗ੍ਰੰਥ ਸਾਹਿਬ ਦਾ, ਮੈਂ ਚੈੱਕ ਕਰ ਲੈਣਾ, ਕੱਲ ਨੂੰ ਗੱਲ ਕਰ ਲਾਂਗੇ ਜੀ ਇਹਦੇ ਤੇ। ਇਹ ਤਾਂ ਭਾਈ ਸਾਹਿਬ ਆਪਾਂ ਨਿਤਨੇਮ ਕੇ ਰੋਜ਼ ਕਰਦੇ ਆ, ਤੁਸੀਂ ਨਿਤਨੇਮ ਨਹੀਂ ਕਰਦੇ? ਮੈਂ ਨਹੀਂ ਕਰਦਾ ਜੀ ਨਿਤਨੇਮ। ਮੈਂ ਗ੍ਰੰਥ ਸਾਹਿਬ ਨੂੰ ਲਗਾਤਾਰ ਪੜ੍ਹਨਾ ਸ਼ੁਰੂ ਕੀਤਾ ਹੋਇਆ ਜੀ। ਅਗਰ ਜੇ ਮੈਂ ਨਿਤਨੇਮ ਚ ਉਲਝ ਵੀ ਮੰਨਾਂ ਤੇ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਹੀ ਨਹੀਂ ਦੁਬਾਰਾ, ਸਾਰਾ ਕਦੇ ਵੀ ਨਹੀਂ ਪੜ੍ਹ ਸਕਦਾ ਜੀ ਮੈਂ। ਨਹੀਂ, ਮੈਂ ਤਾਂ ਜਪਜੀ ਸਾਹਿਬ ਦੀ ਗੱਲ ਕੀਤੀ, ਜੇ ਗੁਰੂ ਗ੍ਰੰਥ ਸਾਹਿਬ ਤੱਕ ਤਾਂ ਮੈਂ ਗਿਆ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਪੜ੍ਹ ਰਿਹਾ ਜੀ ਸਾਰਾ, ਮੈਨੂੰ ਜਿੱਥੇ ਲੋੜ ਪੈਂਦੀ ਹੈ, ਕਿਉਂਕਿ ਫਿਲਹਾਲ ਮੇਰਾ ਮੈਂ ਕਦੇ ਕਲੇਮ ਨਹੀਂ ਕੀਤਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਸਾਰਾ ਪੜ੍ਹਿਆ ਆ। ਮੈਂ ਇਹ ਕਲੇਮ ਕਰ ਰਿਹਾ ਵੀ ਮੈਂ ਤੁਹਾਡਾ ਜਿਹੜਾ ਹੈਗਾ ਦਸਮ ਗ੍ਰੰਥ ਦਾ ਰਾਮ ਅਵਤਾਰ ਮੈਂ ਸਾਰਾ ਪੜ੍ਹ ਲਿਆ ਜੀ। ਜੀ ਆਪਾਂ ਜਪਜੀ ਸਾਹਿਬ ਵੀ ਨਹੀਂ ਹਜੇ ਪੜ੍ਹਿਆ? ਜਪਜੀ ਸਾਹਿਬ ਮੈਂ ਸਾਰਾ ਨਹੀਂ ਪੜ੍ਹਿਆ ਜੀ। ਚਲੋ ਮੇਰਾ ਵੀਰ, ਪਹਿਲਾਂ ਮੇਰੀ ਮਿਹਨਤ ਹੈ ਤੁਹਾਡੇ ਅੱਗੇ, ਬੇਨਤੀ ਆ, ਮੇਰਾ ਵੱਡਾ ਵੀਰ ਆ ਤੁਸੀਂ, ਤੇ ਤੁਸੀਂ ਉਹਨੂੰ ਪੜ੍ਹ ਲਓ। ਮੈਨੂੰ ਦੇਖੋ ਜਿਹੜੀ ਤੁਕ ਦੱਸਣੀ ਆ ਉਹ ਦੱਸ ਦਿਓ, ਉਹਦਾ ਜਵਾਬ ਮੈਂ ਤੁਹਾਨੂੰ ਕੱਲ ਨੂੰ ਦੇ ਦੂੰਗਾ। ਮੇਰੀ ਬੇਨਤੀ ਸੁਣਿਓ, ਮੈਂ ਤੁਹਾਨੂੰ ਇਦਾਂ ਕਰਦਾ, ਜਪਜੀ ਸਾਹਿਬ ਦੇ ਸਕਰੀਨਸ਼ਾਟ ਜਿਹੜੇ ਹੈਗੇ ਉਹ ਭੇਜ ਦਿਓ ਯਾਰ। ਹਾਂ ਠੀਕ ਹੈ ਜੀ, ਉਹ ਤੁਸੀਂ ਭੇਜ ਦਿਓ, ਮੈਂ ਉਹਦਾ ਜਵਾਬ ਤੁਹਾਨੂੰ ਕੱਲ ਨੂੰ ਦੇ ਦੂੰਗਾ ਜੀ। ਜਿਹੜੀ ਮੈਂ ਤਦੇ ਕਹਿ ਰਿਹਾ ਨਾ, ਹੁਣ ਜਿਹੜਾ ਮੈਂ ਕਹਿ ਰਿਹਾ ਤੁਹਾਨੂੰ, ਜਿਹੜਾ ਮੇਰਾ ਪੁਆਇੰਟ ਆਫ ਵਿਊ ਹੈ, ਜਿਹੜਾ ਧੁੰਮਾ ਆ, ਤੇ ਜਿਹੜੇ ਤੁਹਾਡੇ ਜਤਿੰਦਰ ਸਿੰਘ ਹੋਣੀ ਨੇ, ਇਹ ਹੈਗੇ ਨੇ ਦਸਮ ਗ੍ਰੰਥ ਨੂੰ ਮੰਨਦੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਤੇ ਇਹ ਰਾਮ ਜਿੰਨੇ ਅਵਤਾਰ ਨੇ ਇਹਦੇ ਵਿੱਚ ਆਏ ਹੋਏ, ਜਿੰਨਾ ਬ੍ਰਾਹਮਣਵਾਦ ਦਸਮ ਗ੍ਰੰਥ 'ਚ ਵਾੜਿਆ ਹੋਇਆ, ਇਹਦੀ ਸਾਰੇ ਦੀ ਇਹ ਵਕਾਲਤ ਕਰਦੇ ਨੇ ਜੀ। ਮੈਨੂੰ ਇਹ ਸ਼ੋਅ ਹੈ, ਮੇਰਾ ਪੁਆਇੰਟ ਇਹ ਹੈ। ਜਿਹੜੀ ਬਾਬੇ ਹਰਨਾਮ ਸਿੰਘ ਹਾਂਜੀ ਦਸਮ ਗ੍ਰੰਥ ਮੈਂ ਜਪਜੀ ਸਾਹਿਬ ਤੋਂ ਪ੍ਰਮਾਣਿਤ ਕਰ ਰਿਹਾ। ਨਹੀਂ ਪ੍ਰਮਾਣਿਤ ਮੈਂ ਇਹ ਕਹਿ ਰਿਹਾ ਵੀ ਤੁਸੀਂ ਕੀ ਕਹਿ ਰਹੇ ਹੋ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਪ੍ਰੌੜਤਾ ਕਰਦਾ ਬ੍ਰਾਹਮਣਵਾਦ ਦੀ? ਮੈਂ ਭਾਈ ਸਾਹਿਬ ਜੀ ਜਿਹੜੀ ਗੱਲ ਗੁਰੂ ਮਹਾਰਾਜ ਨੇ ਲਿਖੀ ਆ ਮੈਂ ਤਾਂ ਤੁਹਾਡੇ ਉਹ ਅੱਗੇ ਰੱਖ ਲਿਆ। ਮੈਂ ਵੀ ਰੱਖ ਰਿਹਾ ਜੀ, ਫਿਰ ਅੱਗੇ ਜਵਾਬ ਦੇ ਦਿਓ। ਮੈਂ ਰੱਖ ਰਿਹਾ ਜੀ, ਆ ਲਓ ਗੁਰੂ ਗ੍ਰੰਥ ਸਾਹਿਬ 'ਚ ਰੱਖ ਰਿਹਾ, ਤੁਹਾਨੂੰ ਪੰਨਾ ਨੰਬਰ ਵੀ ਦੱਸੂਗਾ ਕਿਹੜਾ ਹੈਗਾ ਜੀ। ਅੱਛਾ ਜੀ, ਮੈਂ ਤਾਂ ਤੁਹਾਡੇ ਅੱਗੇ ਤੁਹਾਨੂੰ ਇਹ ਗੱਲ ਦੱਸੀ ਆ ਵੀ ਨਾ ਮੈਂ ਇੱਕ ਮਿੰਟ, ਤੁਸੀਂ ਤਾਂ ਮੈਨੂੰ ਹੁਣ ਭੇਜਣੀ ਹੈਗੀ ਆ ਵੀ ਉਹਦੇ ਸਕਰੀਨਸ਼ਾਟ, ਮੈਂ ਤੁਹਾਨੂੰ ਭੇਜ ਰਿਹਾ। ਅਗਰ ਤੁਸੀਂ ਗ੍ਰੰਥ ਸਾਹਿਬ ਸਾਰਾ ਪੜ੍ਹਿਆ ਤਾਂ ਗੱਲ ਕਰਨ ਤੋਂ ਪਹਿਲਾਂ ਮੈਂ ਕਿੱਦਾਂ ਭੇਜ ਦਿੰਦਾ? ਮੈਂ ਆਪਣੀ ਹੁਣ ਗੱਲ ਤੁਸੀਂ ਤਾਂ ਹਲੇ ਜਿਹੜੀ ਮੈਂ ਉਹਦਾ ਕੱਲ ਨੂੰ ਜਵਾਬ ਦਊਂਗਾ ਨਾ, ਜਿਹੜਾ ਹੈਗਾ ਆ ਇਹਦੇ 'ਚ। ਇੱਕ ਮਿੰਟ ਖੜਿਓ। ਅਵਤਾਰਵਾਦ ਦੇ ਬਾਰੇ ਤੀਸਰੇ ਪਾਤਸ਼ਾਹ ਦੇ ਵਿਚਾਰ, ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇ ਕਰੇ ਅਵਤਾਰੀ ਜੀ, ਤਿੰਨ ਵੀ ਅੰਤ ਨਾ ਪਾਇਆ ਨਾ ਕੀਆ ਕਰੇ ਆਖੀ ਵਿਚਾਰੀ। ਅੱਛਾ ਜੀ। ਪਰ ਇਹਦਾ ਤਰਜਮਾ ਜਿਹੜਾ ਹੈਗਾ ਆਪਣੇ ਪ੍ਰੋਫੈਸਰ ਸਾਹਿਬ ਸਿੰਘ ਦਾ, ਪੰਨਾ ਨੰਬਰ 423 ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਜੀ। ਪਰਮਾਤਮਾ ਨੇ ਰਾਮ ਕ੍ਰਿਸ਼ਨ ਅਦਿਕ ਆਪੋ ਆਪਣੇ ਯੁਗਾਂ ਦੇ ਮਹਾਨ ਪੁਰਖ ਪੈਦਾ ਕੀਤੇ ਹੋਏ, ਲੋਕ ਇਹਨਾਂ ਨੂੰ ਪਰਮਾਤਮਾ ਦਾ ਅਵਤਾਰ ਮੰਨ ਕੇ ਸਲਾਉਂਦੇ ਚਲੇ ਆ ਰਹੇ ਆ ਜੀ। ਉਹਨਾਂ ਨੇ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜੀ। ਠੀਕ ਹੈ ਜੀ, ਅਵਤਾਰਵਾਦ ਦਾ ਇੱਥੇ ਖੰਡਨ ਹੋ ਗਿਆ। ਅਗਰ ਇਹ ਪਰਮਾਤਮਾ ਇਹਨਾਂ ਨੂੰ ਵਿਸ਼ਨੂੰ ਜਾਂ ਸ਼ਿਵ ਅਵਤਾਰ ਬਣਾ ਕੇ ਭੇਜਦਾ ਆ, ਆਪਣਾ ਦੂਤ ਬਣਾ ਕੇ ਭੇਜਦਾ ਇਹਨਾਂ ਅਵਤਾਰਾਂ ਨੂੰ, ਤਾਂ ਇਹ ਕਿਵੇਂ ਹੋ ਸਕਦਾ ਵੀ ਉਹਨਾਂ ਨੂੰ ਮਿਸ਼ਨ ਇਹਨਾਂ ਪਤਾ ਹੋਵੇ ਵੀ ਸਾਡੇ ਮਾਸਟਰ ਦਾ ਮਿਸ਼ਨ ਕੀ ਹੈ? ਉਹ ਕਹਿੰਦੇ ਇਹਨਾਂ ਨੇ ਭੇਦ ਨਹੀਂ ਪਾਇਆ ਪਰਮਾਤਮਾ ਦਾ ਜੀ।
ਮੇਰਾ ਜਵਾਬ ਦੇ ਵਿੱਚ ਇੱਕ ਜਵਾਬ ਰੂਪੀ ਸਵਾਲ ਆ ਵੀ ਨਹੀਂ ਸਵਾਲ ਤੁਸੀਂ ਇਹਦਾ ਜਵਾਬ ਦਿਓ। ਮੈਂ ਕਹਿ ਰਿਹਾ ਵੀ ਅਵਤਾਰਵਾਦ ਦਾ ਖੰਡਨ ਕੀਤਾ ਗਿਆ ਜੀ ਗੁਰਬਾਣੀ ਦੇ ਵਿੱਚ। ਦੇਖੋ ਹੁਣ ਜਿਹੜੀ ਗੱਲ ਤੁਸੀਂ ਕਹੀ ਆ ਉਹੀ ਸੇਮ ਗੱਲ ਮੈਂ ਕਹਿ ਰਿਹਾ। ਹਾਂਜੀ, ਤੁਸੀਂ ਮੈਨੂੰ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਸਿਰਫ ਇੱਕ ਪੰਕਤੀ ਦੇ ਦਿਓ ਜਿੱਥੇ ਇਹ ਲਿਖਿਆ ਹੋਵੇ ਵੀ ਇਹਨਾਂ ਦੇਵੀ ਦੇਵਤਿਆਂ ਨੇ ਪ੍ਰਮਾਤਮਾ ਦਾ ਅੰਤ ਪਾ ਲਿਆ। ਜਦੋਂ ਉਹਦਾ ਤੁਸੀਂ ਕਹਿੰਦੇ ਹੋ ਖੰਡਨ ਕੀਤਾ। ਨਹੀਂ ਮੈਂ ਕਹਿ ਰਿਹਾ ਦਸਮ ਗ੍ਰੰਥ ਵਿੱਚ ਤਾਂ ਬਹੁਤ ਸਾਰੀਆਂ ਕੰਟਰਾਡਿਕਸ਼ਨਸ ਨੇ ਜੀ, ਇੱਕ ਨਹੀਂ। ਮੈਂ ਦੱਸ ਦਿੰਦਾ, ਦਸਮ ਗ੍ਰੰਥ ਕਿਤੇ ਮਹਾਕਾਲ ਦੀ ਉਸਤਤ ਕਰ ਰਿਹਾ ਜੀ, ਦਸਮ ਗ੍ਰੰਥ ਦਾ ਲਿਖਾਰੀ ਜੀ, ਕਿਤੇ ਦਸਮ ਗ੍ਰੰਥ ਦਾ ਲਿਖਾਰੀ ਕਾਲ ਉਸਤਤ ਕਰ ਰਿਹਾ ਆ ਜੀ, ਕਿਤੇ ਦਸਮ ਗ੍ਰੰਥ ਦਾ ਲਿਖਾਰੀ ਕਾਲ ਦੀ ਉਸਤਤ ਕਰ ਰਿਹਾ ਆ, ਕਿਤੇ ਦਸਮ ਗ੍ਰੰਥ ਦਾ ਲਿਖਾਰੀ ਖੜਗ ਦਾ ਧੰਨਵਾਦ ਕਰ ਰਿਹਾ ਵੀ ਤੇਰੇ ਕਰਕੇ ਮੈਂ ਗ੍ਰੰਥ ਲਿਖਿਆ ਹੈ ਜੀ। ਹਾਂਜੀ, ਇੰਨੀ ਕੰਟਰਾਡਿਕਸ਼ਨ। ਕਾਲ, ਮਹਾਕਾਲ, ਖੜਗ ਤੇ ਕਾਲ ਉਸਤਤ ਆਏ ਨੇ। ਹਾਂਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਮਾਤਮਾ ਦੇ ਕਿੰਨੇ ਨਾਮ ਰਾਣੇ ਵੀਰ ਆਏ ਨੇ? ਨਹੀਂ ਪ੍ਰਮਾਤਮਾ ਦੇ ਕਾਲ ਤੇ ਮਹਾਕਾਲ ਦੀ ਇੱਕੋ ਚੀਜ਼ ਥੋੜ੍ਹਾ ਹੋ ਗਈ ਹੈ। ਤੁਸੀਂ ਮੈਨੂੰ ਦੱਸੋ ਨਾ। ਨਹੀਂ ਕਾਲ ਕਿਤੇ ਪ੍ਰਮਾਤਮਾ ਦਾ ਨਾਮ ਥੋੜ੍ਹਾ ਹੈਗਾ। ਅਕਾਲ ਉਹਦੀ ਪੂਜਾ ਹੋ ਰਹੀ ਹੈ, ਕਾਲ ਦੀ ਉਸਤਤ ਹੋ ਰਹੀ ਹੈ, ਅਕਾਲ ਉਸਤਤ ਵੀ ਹੋ ਰਹੀ ਹੈ, ਕਾਲ ਉਸਤਤ ਵੀ ਹੋ ਰਹੀ ਹੈ। ਯਾਨੀ ਖੜਗ ਕਿਵੇਂ ਪ੍ਰਮਾਤਮਾ ਦਾ ਨਾਮ ਖੜਗ ਕਿੱਦਾਂ ਹੋ ਗਿਆ ਜੀ? ਖੜਗ ਦੇ ਧੰਨਵਾਦੀ ਹੋ ਰਹੇ ਨੇ, ਖੜਗ ਪ੍ਰਮਾਤਮਾ ਕਿਵੇਂ ਬਣ ਗਈ ਜੀ? ਮੇਰੀ ਗੱਲ ਸੁਣਿਓ। ਚੱਕਰ ਚਹਨ ਔਰ ਬਰਨ ਜਾਤ ਔਰ ਪਾਤ ਨਹਿਨ ਜਹ ਰੂਪ ਰੰਗ ਔਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਨਤੋਜ ਕਹਿਜੇ ਕੋਟ ਇੰਦਰ ਇੰਦਰਾਨ ਕਰੋੜਾ ਇੰਦਰ ਵਰਗੇ ਆਏ ਤੇ ਕਰੋੜਾ ਹੀ ਗਏ ਸਾਹਾ ਸਹਾਨ ਗਣਿਜੇ ਤ੍ਰਿਭਵਨ ਮਹੀਪ ਸੁਰ ਨਰਸੁਰ ਨੇਤ ਨੇਤ ਬਰਨ ਤਰਨ ਕਹਿਤ ਤਵੈ ਸਤਿ ਨਾਮ ਕਥੇ ਕਵਨ ਕਰਮ ਨਾਮ ਗ੍ਰੰਥ ਸਮਿਤ। ਸਤਿਗੁਰੂ ਜੀ ਕਹਿੰਦੇ ਨੇ ਦਸਮ ਗ੍ਰੰਥ ਸਾਹਿਬ ਦੇ ਵਿੱਚ ਕਿਹੜਾ ਅਧਿਆਇ ਕਿਹੜਾ ਜੀ, ਇਹ ਵੀ ਦੱਸ ਦਿਓ ਮੈਨੂੰ, ਥੋੜਾ ਜਿਹਾ ਆਈਡੀਆ ਹੋ ਜੂ ਸੌਖਾ। ਸਾਹਿਬ ਨਿਤਨੇਮ ਦੀਆਂ ਬਾਣੀਆਂ ਮੈਂ ਤੇ ਦੁਬਾਰੇ ਨਹੀਂ ਗਿਆ। ਨਹੀਂ ਚਲੋ ਦਸਮ ਗ੍ਰੰਥ ਦੇ ਵਿੱਚ ਹੈ। ਹੁਣ ਮੈਨੂੰ ਨਿਤਨੇਮ ਦੀਆਂ ਬਾਣੀਆਂ ਤਾਂ ਮੈਂ ਉਹਦੇ ਹਿਸਾਬ ਨਾਲ ਨਹੀਂ, ਮੈਂ ਤਾਂ ਸਿੱਧਾ ਪੜ੍ਹ ਰਿਹਾ ਜੀ ਇਹਨੂੰ ਸਾਰੇ ਨੂੰ। ਅੱਛਾ ਜੀ, ਇੰਨਾ ਤਾਂ ਫਰਜ਼ ਬਣਦਾ ਵੀ ਜਿਹੜੀ ਬਾਣੀ ਨੂੰ ਆਮ ਸਿੱਖ ਰੋਜ਼ ਪੜ੍ਹਦਾ। ਨਹੀਂ ਕਮ ਸੇ ਕਮ ਉਹ ਤਾਂ ਪੜ੍ਹ ਲਓ ਯਾਰ। ਮੈਂ ਸਿੱਖ ਹੋਣ ਵਾਸਤੇ ਨਿਤਨੇਮ ਮੇਰੇ ਵਾਸਤੇ ਕੋਈ ਜ਼ਰੂਰੀ ਨਹੀਂ ਹੈ ਜੀ। ਮੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਜ਼ਰੂਰੀ ਹੈ ਜੀ, ਸਾਰਾ ਸਮਝਣਾ। ਨਾਲੇ ਨਿਤਨੇਮ ਇਹ ਥੋੜਾ ਰੋਜ਼ ਉਹਨੂੰ ਰੱਟਾ ਲਾਈ ਜਾਣਾ ਆ, ਮੈਂ ਤਾਂ ਉਹਨੂੰ ਸਮਝਣਾ ਆ। ਮੇਰੇ ਵਾਸਤੇ ਨਿਤਨੇਮ ਹੈਗਾ ਗੁਰੂ ਗ੍ਰੰਥ ਸਾਹਿਬ ਦਾ, ਜਿੱਦਣ ਵੀ ਹੋਊਗਾ ਇੱਕ ਪੰਨਾ ਰੋਜ਼ ਉਹਦਾ ਪੜ੍ਹਨਾ ਤੇ ਉਹਨੂੰ ਸਮਝਣਾ। ਪ੍ਰੋਗਰਾਮ ਕਰ ਲਈ ਯਾਰ, ਇੱਕ ਵਾਰੀ ਤਾਂ ਪੜ੍ਹ ਲਓ। ਨਹੀਂ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਰਿਹਾ ਨਾਲ ਦੀ ਨਾਲ, ਜਿੱਥੇ ਮੈਨੂੰ ਲੋੜ, ਜਿਹੜੀ ਤੁਹਾਨੂੰ ਮੈਂ ਆਹ ਸ਼ਬਦ ਸੁਣਾਇਆ ਇਹ ਗੁਰੂ ਗ੍ਰੰਥ ਸਾਹਿਬ ਦਾ ਹੀ ਸ਼ਬਦ ਹੈਗਾ ਜੀ। 691 ਨੰਬਰ ਇਹ ਹੈਗਾ ਪੰਨਾ ਤੇ ਭਗਤ ਕਬੀਰ ਜੀ ਦੇ ਸ਼ਬਦ ਨੇ ਇਹ ਜੀ ਜੀ। ਹਾਂਜੀ, ਤੇ ਮੈਂ ਜਿਹਦੀ ਮੈਨੂੰ ਲੋੜ ਹੈ ਮੈਂ ਪੜ੍ਹ ਰਿਹਾ ਆ, ਜਿਹੜਾ ਸਾਰਾ ਮੈਂ ਪੜ੍ਹਨਾ ਸ਼ੁਰੂ ਕੀਤਾ। ਮੈਂ ਕਦੇ ਕਲੇਮ ਕੀਤਾ ਕਿ ਮੈਂ ਇਹਨਾਂ ਗ੍ਰੰਥਾਂ ਦਾ ਬਹੁਤ ਵੱਡਾ ਗਿਆਤਾ ਆ। ਨਹੀਂ ਮੈਨੂੰ ਇਹ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬ੍ਰਾਹਮਣਵਾਦ ਦਾ ਖੁੱਲ੍ਹ ਕੇ ਆਪਣੇ ਖੰਡਨ ਕੀਤਾ ਗਿਆ ਜੀ। ਇਹਨਾਂ ਨੂੰ ਆਮ ਬੰਦੇ ਦੱਸਿਆ ਗਿਆ ਵੀ ਰਾਵਣ ਵੀ ਰੋ ਰਿਹਾ ਜਦੋਂ ਉਹਨੂੰ ਦੇਸ਼ ਨਿਕਾਲਾ ਦੇਤਾ, ਆਮ ਬੰਦਾ ਵੀ ਰੋਂਦਾ ਹੈ। ਗ੍ਰੰਥ ਸਾਹਿਬ ਦੇ ਵਿੱਚੋਂ ਪੜਨ ਤੋਂ ਬਾਅਦ ਇੱਕ ਗੱਲ ਤਾਂ ਕਹਿਤੀ ਵੀ ਰਾਮ ਹੋਇਆ ਤੇ ਹੈਗਾ ਕਿ ਨਾ ਉਹ ਉਸ ਵੇਲੇ ਦੀਆਂ ਕਹਾਣੀਆਂ ਨੇ। ਨਹੀਂ ਹੋਇਆ, ਰਾਮ ਨਹੀਂ ਹੋਇਆ ਜੀ। ਕੋਈ ਜਿਹੜੇ ਆ ਤੁਹਾਡੇ ਹੋਏ ਨੇ ਇਹ ਉਸ ਵੇਲੇ ਦੀਆਂ ਕਹਾਣੀਆਂ ਨੇ। ਕੋਈ ਰਾਮ ਨਹੀਂ ਹੋਇਆ, ਕੋਈ ਤੁਹਾਡਾ ਆ ਜਿਹੜੇ ਤੁਹਾਡੇ ਕਿਹੜੇ ਹੈਗੇ ਨੇ ਅੰਤ ਨਹੀਂ, ਉਹਨਾਂ ਨੇ ਅੰਤ ਨਹੀਂ ਪਾਇਆ। ਪਰ ਇਹਦਾ ਮਤਲਬ ਨਹੀਂ ਹੋਇਆ, ਨਹੀਂ ਰਾਮ ਕੋਈ ਨਹੀਂ ਹੋਇਆ ਜੀ, ਕੋਈ ਰਾਮ ਨਹੀਂ। ਉਹ ਸਭ ਕਹਾਣੀਆਂ ਲਿਖਿਆ ਹੋਇਆ ਇਹਨਾਂ ਨੂੰ ਵਿੱਚ ਕਹਾਣੀਆਂ। ਕ੍ਰਿਸ਼ਨ ਦਾ ਜਿਹੜਾ ਕ੍ਰਿਸ਼ਨ ਕਹਾਣੀਆਂ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਨੂੰ ਇੱਕ ਬਾਤ ਤੱਕ ਦੇ ਦਿਓ ਜਿੱਥੇ ਕਿਹਾ ਵੀ ਇਹਨਾਂ ਦੀਆਂ ਸਿਰਫ ਕਹਾਣੀਆਂ। ਆ ਲਓ ਹੁਣੇ ਲਓ ਲਿਓ ਆ ਲਓ ਜੀ। ਮਿੰਟ ਦਿਓ ਮੈਨੂੰ ਜੀ 10 ਮਿੰਟ ਲਓ ਤੁਸੀਂ। ਨਹੀਂ 10 ਮਿੰਟ ਤਾਂ ਲੱਗਣਾ ਨਹੀਂਗਾ ਜੀ। ਮੈਂ ਹੁਣੇ ਪੜ੍ਹ ਕੇ ਹਟਿਆ। ਬਾਈ ਜੀ ਪਹਿਲੇ ਆਏ ਸੀਗੇ ਕਿ ਟੋਰਾਂਟੋ ਤੋਂ। ਨਹੀਂ ਕੋਈ ਗੱਲ ਨਹੀਂ ਵੀਰ, ਮੈਂ ਓਕੇ ਕੰਮ ਤੇ ਆ, ਪਰ ਚਲੋ ਕੋਈ ਗੱਲ ਨਹੀਂ। ਮਹੱਲਾ ਪਹਿਲਾ ਅੰਗ 464 ਜੀ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਜੀ। ਇਹ ਨਾਨਕ, ਇਹਦਾ ਅਰਥ ਦੋ ਸਤਰਾਂ ਨੇ ਜੀ। ਨਾਨਕ ਕੇਵਲ ਆਕਾਰ ਰਹਿਤ ਪ੍ਰਭੂ ਹੀ ਡਰ ਰਹਿਤ ਹੈ। ਰਾਮ ਵਰਗੇ ਘਨੇਰੇ ਹੋਰ ਉਹਦੇ ਅੱਗੇ ਧੂੜ ਵਾਂਗੂ ਹਨ। ਬਿਲਕੁਲ ਸੱਚ ਹੈ ਜੀ। ਹਾਂਜੀ, ਨਹੀਂ ਸੱਚ ਤਾਂ ਹੈ ਹੀ ਹੈ। ਦੂਸਰੀ ਲਾਈਨ ਵੀ ਪੜੋ ਨਾ। ਪਰ ਇਹਦੇ ਵਿੱਚ ਇਹ ਕਿੱਥੋਂ ਹੋਇਆ ਵੀ ਦੂਜੀ ਲਾਈਨ ਵੀ ਪੜੋ ਨਾ। ਠੀਕ ਹੈ। ਕੀਤੀਆਂ ਕੰਤ ਕਹਾਣੀਆਂ ਕੀਤੇ ਵੇਦ ਵਿਚਾਰ। ਅੱਛਾ ਜੀ। ਬਹੁਤੀਆਂ ਹਨ ਸਾਖੀਆਂ ਕ੍ਰਿਸ਼ਨ ਦੀਆਂ ਤੇ ਬਹੁਤੇ ਹੀ ਹਨ ਵੇਦਾਂ ਨੂੰ ਵਾਚਣ ਵਾਲੇ। ਸਾਖੀਆਂ ਦਾ ਮਤਲਬ ਸਮਝਦੇ ਹੁਣ? ਸਾਖੀਆਂ ਜੀ ਹਾਂ, ਬਸ ਸਾਖੀਆਂ ਨੇ ਇਹ। ਅੱਛਾ ਜੀ। ਉਹਦੇ ਵਿੱਚ ਇਹ ਕਿੱਥੋਂ ਹੋਇਆ ਵੀ ਇਹ ਹੋਏ ਨੇਗੇ ਰਾਣੇ? ਜਦੋਂ ਸਾਖੀਆਂ ਨੇ ਯਾਰ, ਜਦੋਂ ਸਾਖੀਆਂ ਲਿਖਤਾ ਬਹੁਤੀਆਂ ਹਨ ਸਾਖੀਆਂ ਕੀਤੇ ਕੰਤ ਕਹਾਣੀਆਂ ਨੇ, ਕਾਮ ਕਹਾਣੀਆਂ।
ਸੁਣੋ, ਇੱਥੇ ਆਪਾਂ ਇਹ ਕਿੱਥੇ ਕਹਿੰਦੇ ਵੀ ਰਾਮਚੰਦਰ ਹੋਇਆ ਆ? ਗੱਲ ਹੈਗੀ ਆ ਜਿਹੜਾ ਰਾਮਚੰਦਰ ਹੋਇਆ ਤਾਂ ਫਿਰ ਤਾਂ ਗੁਰੂ ਸਾਹਿਬ ਇਹ ਵੀ ਮੰਨਣਗੇ ਵੀ ਰਾਮਚੰਦਰ ਖੀਰ ਖਾ ਕੇ ਹੋਇਆ ਆ। ਜਿਹੜੇ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜਾ ਨਹੀਂ ਮੇਰੀ ਤੁਹਾਡਾ ਦਸਮ ਗ੍ਰੰਥ ਇਹ ਕਹਿ ਰਿਹਾ ਆ ਵੀ ਜਿਹੜਾ ਰਾਮਚੰਦਰ ਦਾ ਜਨਮ ਹੋਇਆ ਆਪਣੇ ਜਿਹੜੀਆਂ ਰਾਜੇ ਦਸ਼ਰਥ ਦੀਆਂ, ਕਿਉਂਕਿ ਇਹ ਮੈਂ ਸਾਰਾ ਅਧਿਆਇ ਪੜ੍ਹ ਲਿਆ ਜੀ 154 ਪੇਜ। ਜੀ ਹਾਂਜੀ ਠੀਕ ਹੈ ਜੀ। ਉਹਦੇ ਵਿੱਚ ਰਾਮਚੰਦਰ ਦਾ ਬਰਥ ਜਿਹੜਾ ਹੈਗਾ ਆ, ਉਹਦੀ ਮਾਂ ਜਿਹੜੀ ਪ੍ਰੈਗਨੈਂਟ ਹੁੰਦੀ ਆ ਆਪਣੇ ਪਤੀ ਤੋਂ ਨਹੀਂ ਹੁੰਦੀ, ਖੀਰ ਖਾ ਕੇ ਹੁੰਦੀ ਆ। ਫਿਰ ਤਾਂ ਇਹਦਾ ਮਤਲਬ ਗੁਰੂ ਨਾਨਕ ਜੀ ਇਹ ਵੀ ਕਹਿਣਗੇ, ਗੁਰੂ ਗ੍ਰੰਥ ਸਾਹਿਬ ਵੀ ਇਹ ਖੀਰ ਖਾ ਕੇ ਵੀ ਬੰਦੇ ਜੰਮਦੇ ਰਹੇ ਨੇ ਉਸ ਵੇਲੇ। ਔਰ 13 ਸਾਲ ਬਾਅਦ 12 ਮਹੀਨਿਆਂ ਦੀ ਪ੍ਰੈਗਨੈਂਸੀ ਦਿਖਾਈ ਗਈ ਹੈ ਜੀ ਇਹਦੇ ਵਿੱਚ। ਮੈਨੂੰ ਇਹ ਤੁਸੀਂ ਇੱਕ ਗੱਲ ਕਹੀ, ਮੈਂ ਤੁਹਾਨੂੰ ਇਹ ਜਵਾਬ ਦੇ ਰਿਹਾ ਵੀ ਇਹ ਹੋਏ ਨਹੀਂ ਹੋਏ ਹੈਗੇ, ਇਹ ਬਿਲਕੁਲ ਵੀ ਕਹਾਣੀਆਂ ਲਿਖਿਆ ਇਹਨਾਂ ਨੂੰ। ਮੈਂ ਤੁਹਾਨੂੰ ਇਹਨਾਂ ਦਾ ਜ਼ਿਕਰ ਤਾਂ ਆਉਂਦਾ ਕਿਉਂਕਿ ਉਸ ਵੇਲੇ ਜਿਹੜੇ ਗੁਰੂ ਨਾਨਕ ਸੀਗੇ ਉਹ ਪੈਦਾ ਤਾਂ ਹਿੰਦੂ ਪਰਿਵਾਰ 'ਚ ਹੋਏ ਨੇ। ਤੇ ਹੁਣ ਫਿਰ ਤੁਸੀਂ ਸਾਡੀ ਕੁੱਲ ਕਿੱਥੇ ਜੋੜਤੀ? ਤੁਸੀਂ ਆਪ ਹਿੰਦੂਆਂ ਨਾਲ ਜੋੜਤੀ। ਨਹੀਂ ਹਿੰਦੂਆਂ ਨਾਲ ਜੋੜਤੀ, ਪਰ ਰਾਮ ਉਹਦੇ ਨਾਲ ਨਹੀਂ ਹੈਗੀ, ਕੁੱਲ ਨਹੀਂ ਹੈਗੀ ਉਹ। ਤੁਸੀਂ ਅਲੱਗ ਹੋ ਗਏ ਹੋ। ਆਪ ਮੁਸਲਮਾਨਾਂ 'ਚ ਹੋਏ ਤੁਸੀਂ ਮੈਂ ਕਹਿੰਦਾ ਪਹਿਲਾ ਬੰਦਾ ਜਿਹੜਾ ਸੀਗਾ ਆ ਉਹ ਜਿਹੜਾ ਸਿੱਖ ਬਣਿਆ ਗੁਰੂ ਨਾਨਕ ਖੁਦ, ਤੇ ਫਿਰ ਇੱਕ ਮੁਸਲਮਾਨ ਹੋਇਆ ਜੀ। ਮੈਂ ਤੁਹਾਨੂੰ ਰਾਮ ਦੇ ਨਾਲ ਜੋੜਿਆ ਸੀ। ਹਿੰਦੂਆਂ ਚੋਂ ਨਿਕਲ ਕੇ ਅੱਗੇ ਅਲੱਗ ਹੋ ਗਏ, ਉਹਨਾਂ ਦੇ ਵੰਸ਼ ਚੋਂ ਕ੍ਰਿਸ਼ਨ ਜਿਹੜਾ ਤੁਹਾਡਾ ਰਘੂ ਵੰਸ਼ ਆ, ਰਘੂ ਵੰਸ਼ ਤਾਂ ਬਣਦਾ ਹੀ ਨਹੀਂ ਹੈਗਾ ਕਿਸੇ ਵੀ ਐਂਗਲ ਤੋਂ। ਕਿਉਂ? ਕਿਉਂਕਿ ਰਾਮਚੰਦਰ ਉਹਨਾਂ ਦਾ ਜਨਮ ਉਹਦੇ ਪਿਓ ਤੋਂ ਹੋਇਆ ਹੀ ਨਹੀਂ। ਜੇ ਗੁਰੂ ਨਾਨਕ ਪਾਤਸ਼ਾਹ ਬਾਹਮਣਾਂ ਦੇ ਘਰੇ ਜੰਮ ਕੇ ਬਾਹਮਣ ਨਹੀਂ ਰਹੇ ਤੇ ਗੁਰੂ ਗੋਬਿੰਦ ਸਿੰਘ ਜੀ ਕਿੱਦਾਂ ਰਹਿ ਗਏ? ਨਹੀਂ, ਮੈਂ ਤਾਂ ਆਪ ਕਹਿਣਾ ਨਹੀਂ ਹੈਗੇ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਰਾਹ ਤੇ ਚੱਲੂਗਾ ਉਹ ਨਿਕਲਿਆ ਆ ਉਹਦੇ ਵਿੱਚੋਂ। ਉਹ ਬੱਚਾ ਰਘੂਵੰਸ਼ ਤੁਸੀਂ ਇਹ ਕਹਿ ਰਹੇ ਹੋ ਵੀ ਰਾਮ ਦੇ ਕੁਲ ਦੇ ਵਿੱਚੋਂ ਹੈਗੇ ਹੋ, ਰਾਮ ਤਾਂ ਰਘੂਵੰਸ਼ ਦਾ ਹੈ ਹੀ ਨਹੀਂਗਾ, ਤੁਹਾਡਾ ਦਸਮ ਗ੍ਰੰਥ ਕਹਿੰਦਾ ਇਹ। ਮੈਂ ਤੇ ਇਹ ਗੱਲ ਗੁਰੂ ਨਾਨਕ ਕਦੇ ਵੀ ਇਹ ਪ੍ਰੌੜਤਾ ਨਹੀਂ ਕਰਨਗੇ ਵੀ ਬਾਬੇ ਨਾਨਕ ਇਹਦਾ ਰਾਮਚੰਦਰ ਉਹਨਾਂ ਦਾ ਜਨਮ ਖੀਰ ਖਾ ਕੇ ਹੋਇਆ ਤੇ 12 ਮਹੀਨੇ ਵਾਸਤੇ ਪ੍ਰੈਗਨੈਂਸੀ ਹੁੰਦੀ ਸੀ। ਜੇਕਰ ਤੁਸੀਂ ਇਹ ਕਹਿੰਦੇ ਹੋ ਨਾ ਰਾਮਚੰਦਰ ਹੋਇਆ, ਇਹਦੇ ਨਾਲ ਤਾਂ ਇਹਦਾ ਕਿਤੇ ਵੀ ਨਹੀਂ ਹੈਗਾ ਜੀ। ਇਹ ਉਸ ਵੇਲੇ ਦੀਆਂ ਕਹਾਣੀਆਂ ਸੀਗੀਆਂ, ਉਹ ਸਿਰ ਚੜ ਕੇ ਬੋਲ ਰਹੀਆਂ ਸੀਗੀਆਂ, ਉਸੇ ਕਰਕੇ ਤਾਂ ਖੰਡਨ ਕੀਤਾ ਗਿਆ ਇਹਨਾਂ ਦਾ। ਭਾਈ ਸਾਹਿਬ ਜੀ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਆ ਵੀ ਰਾਮ ਵੀ ਗਿਆ ਤੇ ਰਾਵਣ ਵੀ ਗਿਆ। ਉਹ ਜਿਹੜੇ ਉਹਨਾਂ ਨੂੰ ਰਾਮ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਸੀ ਨਾ। ਆਖਰੀ ਸਫੇ ਤੇ ਹੈਗਾ ਆ ਗੁਰੂ ਗ੍ਰੰਥ ਸਾਹਿਬ ਦੇ 1428 ਜਾਂ 29ਵਾਂ ਪੰਨਾ ਆ, ਆਖਰੀ ਸਫਿਆਂ ਦੇ ਵਿੱਚੋਂ ਇੱਕ ਹੈ। ਮੈਂ ਇਕੱਲੇ ਪੜ੍ਹ ਕੇ ਹਟਿਆ ਇਹ ਜੀ। ਰਾਮ ਗਿਆ, ਰਾਵਣ ਗਿਆ। ਉਹ ਜਿਹੜੇ ਉਹ ਬਹੁਤ ਵੱਡਾ ਜਿਹੜਾ ਬਣਾਈ ਫਿਰਦੇ ਸੀ ਨਾ, ਇਹ ਅਵਤਾਰ ਨੇ ਰਾਮ ਰੱਬ ਦੇ, ਉਹ ਕਹਿੰਦੇ ਵੀ ਆਮ ਬੰਦਿਆਂ ਵਰਗੇ ਹੀ ਨੇ, ਇਹ ਕੋਈ ਨਥਿੰਗ ਨਿਊ। ਜੇ ਹੈਗੇ ਵੀ ਨੇ ਤਾਂ ਉਹਨਾਂ ਨੂੰ ਵੱਡਾ ਸਮਝਿਆ ਜਾਂਦਾ ਸੀ। ਖਾਣੇ ਭਾਜੀ ਜੇ ਕੋਈ ਆਇਆ ਹੀ ਨਹੀਂ ਤੇ ਗਿਆ ਕਿੱਦਾਂ? ਨਹੀਂ ਉਹ ਕਹਾਣੀਆਂ 'ਚ ਨਾ ਦੇਖੋ ਸੀਗਾ ਕੇਤੇ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੰਨ ਜਿੰਨੀਆਂ ਮਰਜ਼ੀ ਕਹਾਣੀਆਂ ਤੁਹਾਡੀਆਂ ਸਾਖੀਆਂ ਨੇ। ਅੱਜ ਦੀਆਂ ਤੁਹਾਡੀਆਂ ਬਾਲੇ ਦੀ ਸਾਖੀ ਮੈਂ ਹਲੇ ਇਕੱਲੇ ਸੁਣ ਕੇ ਹਟਿਆ। ਰਾਣੇ ਭਾਜੀ ਮੈਂ ਕਹਿੰਦਾ ਜਿੰਨੀਆਂ ਦੁਨੀਆ ਜਹਾਨ ਦੀਆਂ ਗੱਪਾਂ ਬਾਲੇ ਦੀ ਸਾਖੀ 'ਚ ਨੇ, ਮੈਂ ਕਿਸੇ ਗੱਪਾਂ ਹੀ ਨਹੀਂ ਸੁਣੀਆਂ ਜੀ। ਤੁਹਾਡਾ ਭਾਜੀ ਕਿਸੇ ਸਾਥੀ ਤੇ ਗਿਆ ਨਹੀਂ, ਮੈਂ ਤਾਂ ਕੰਮ ਤੇ ਨਾਲ ਦਾ ਕੰਮ ਕਰਦਾ ਪਿਆ, ਫਿਰ ਨਾਲ ਤੁਹਾਨੂੰ ਸਿਰਫ ਨਹੀਂ ਮੈਂ ਉਹ ਦੱਸ ਰਿਹਾ ਨਾ, ਸਾਖੀਆਂ ਨੇ ਜਿਹੜੀਆਂ ਸਾਖੀਆਂ ਘੜੀਆਂ ਗਈਆਂ ਨੇ ਸਾਰੀਆਂ। ਇਹ ਮੀਨਸ ਇਹਨਾਂ ਸਾਖੀਆਂ ਦੇ ਵਿੱਚ ਜਿਹੜਾ ਅਵਤਾਰਵਾਦ ਪੈਦਾ ਕੀਤਾ ਗਿਆ ਆ, ਇਹ ਇਸ ਨਥਿੰਗ। ਉਹ ਭਾਈ ਕੋਈ ਇਹ ਜਿਹੜੇ ਤੁਹਾਡੇ ਕਹਿੰਦੇ ਨਾ ਦਵਾਪਰ ਯੁੱਗ ਹੋਇਆ, ਤ੍ਰੇਤਾ ਯੁੱਗ ਹੋਇਆ, ਕੋਈ ਯੁੱਗ ਯੱਗ ਨਹੀਂ ਹੋਇਆ ਇਹ ਜੀ। ਔਰ ਤੁਹਾਡੇ ਯੁੱਗ ਕਹਿੰਦੇ ਕੀ ਨੇ? ਪਹਿਲਾਂ ਤੁਹਾਡਾ ਸਤਯੁੱਗ ਦੇ ਵਿੱਚ ਬੰਦੇ ਦੀ ਉਮਰ 400 ਸਾਲ ਦੀ ਜੀ। ਫਿਰ ਤੁਹਾਡਾ ਆ ਗਿਆ ਤ੍ਰੇਤਾ ਯੁੱਗ ਰਾਮਚੰਦਰ ਵਾਲਾ, ਬੰਦੇ ਦੀ ਉਮਰ 300 ਸਾਲ ਦੀ। ਅੱਛਾ ਜੀ। ਔਰ ਜਿਹੜੀ ਲੇਡੀ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਖੀਰ ਖਾ ਕੇ, ਤੇ 13 ਮਹੀਨੇ ਦੀ 12 ਮਹੀਨੇ ਦੀ ਪ੍ਰੈਗਨੈਂਸੀ ਆ। ਇਹ ਕਹਿ ਰਿਹਾ ਤੁਹਾਡਾ ਇਹ ਸਾਖੀਆਂ, ਜੋ ਮਰਜ਼ੀ ਵਿਖਾਈ ਹੋ। ਮੈਂ ਕਹਿੰਦਾ ਕਿਉਂਕਿ ਕਹਾਣੀਆਂ ਨੇ ਉਹ। ਜਿਹੜਾ ਤੁਹਾਡਾ ਆ ਗਿਆ ਇਹ ਇਹਦਾ ਭਗਵਾਨ ਕ੍ਰਿਸ਼ਨ ਵਾਲਾ ਟਾਈਮ, ਦਵਾਪਰ ਯੁੱਗ, ਇਹਦੇ 'ਚ ਬੰਦੇ ਦੀ ਉਮਰ 100 ਸਾਲ ਦੀ ਜੀ। ਹੁਣ ਜਿਹੜਾ ਚੱਲ ਰਿਹਾ ਆ ਤੁਹਾਡਾ ਕਲਯੁੱਗ, ਬੰਦੇ ਦੀ ਉਮਰ 200 ਸਾਲ ਦੀ ਰਹਿ ਗਿਆ। 400 300 200 ਤੇ ਆ ਜਿਹੜਾ ਚੌਥਾ ਹੁਣ ਚੱਲ ਰਿਹਾ ਕਲਯੁੱਗ 100 ਸਾਲ ਦੀ ਉਮਰ ਦੀ। 100 ਵੀ ਨਹੀਂ ਹੈਗੀ ਜੀ। ਹਾਂਜੀ, ਇਹ ਸਭ ਕਹਾਣੀਆਂ ਨੇ ਜਿਹੜੇ ਤੁਹਾਡੇ ਯੁੱਗ ਨੇ, ਸਭ ਕਹਾਣੀਆਂ ਨੇ ਉਸ ਵੇਲੇ ਦੀਆਂ ਪ੍ਰਚਲਿਤ ਕਹਾਣੀਆਂ ਨੇ। ਹਿੰਦੂ ਵੇਦਾਂ ਦੇ ਵਿੱਚੋਂ ਕੋਈ ਨਿਕਲ ਕੇ ਆਈਆਂ ਹੋਈਆਂ ਨੇ ਜੀ। ਇਹ ਜਿਹੜਾ ਵੇਦ ਕਾਲ ਆ ਨਾ, ਉਹ ਵੇਦ ਕਾਲ ਪੜ੍ਹਿਓ ਤੁਸੀਂ ਜ਼ਿਆਦਾ। ਇਹ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੱਲਾਂ ਲਿਖੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਤਾਂ ਢੰਡਰੀਆਂ ਵਾਲਾ ਵੀ ਇਸੇ ਤੁਹਾਡੇ ਤਰੀਕੇ ਨਾਲ। ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਕਹਾਣੀਆਂ ਹੈਗੀਆਂ ਨੇ। ਢੱਡਰੀਆਂ ਵਾਲਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਂ ਗੱਲੇ ਨਹੀਂ ਕਰਦਾ। ਢੱਡਰੀਆਂ ਵਾਲਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਕਾਲ ਪੁਰਖ ਨੂੰ ਪਰਮਾਤਮਾ ਮੰਨਣ ਨੂੰ ਕਿਹਾ ਗਿਆ ਆ। ਢੱਡਰੀਆਂ ਵਾਲਾ ਕਹਿੰਦਾ ਆ ਕੁਦਰਤੀ ਰੱਬ ਆ। ਮੈਂ ਇੱਕ ਸਤਰ ਵੀ ਪਾਈ ਸੀਗੀ ਵੀ ਢੱਡਰੀਆਂ ਵਾਲਾ ਇਸ ਸਤਰ ਦਾ ਜਵਾਬ ਦੇ ਦੇਵੇ। ਤੁਸੀਂ ਮੈਨੂੰ ਢੱਡਰੀਆਂ ਵਾਲੇ ਦੇ ਨਾਲ ਉਹਦੀ ਵਕਾਲਤ ਕਰਦਾ ਕਿਵੇਂ ਕਹਿ ਸਕਦੇ ਹੋ ਇੱਥੇ? ਰਾਣੇ ਵੀਰ ਮੈਂ ਨਹੀਂ ਚੱਲ ਕਹੀ ਵੀ ਉਹਦੀ ਵਕਾਲਤ ਕਰਦਾ। ਨਹੀਂ ਤੁਸੀਂ ਕਹਿ ਰਹੇ ਹੋ ਢੱਡਰੀਆਂ ਵਾਲਾ ਵੀ ਇਹੀ ਕਹਿੰਦਾ ਆ। ਕਰਿਓ, ਸੰਗਤ ਵੀ ਸੁਣ ਰਹੀ ਆ, ਤੁਸੀਂ ਵੀ ਸੁਣ ਰਹੇ। ਮੈਂ ਕਹਿ ਰਿਹਾ ਵੀ ਢੱਡਰੀਆਂ ਵਾਲਾ, ਤੁਸੀਂ ਇਹ ਕਿਹਾ ਮੈਨੂੰ ਵੀ ਢੱਡਰੀਆਂ ਵਾਲਾ ਵੀ ਇਹੋ ਕਹਿ ਰਿਹਾ ਆ। ਢੱਡਰੀਆਂ ਵਾਲਾ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਯਾਨੀ ਸ਼ਬਦ ਦੀ ਵਿਆਖਿਆ ਕਰਦੀ ਮੈਂ ਉਹਨੂੰ ਸੁਣਿਆ ਹੀ ਨਹੀਂਗਾ। ਤੁਹਾਡਾ ਆਪਣਾ ਕਹਿਣਾ ਵੀ 20 ਮਿੰਟ ਵੀ ਉਹਨੇ ਵਿਆਖਿਆ ਨਹੀਂ ਕੀਤੀ। ਮੈਂ ਆਪਣੀ ਗੱਲ ਪੂਰੀ ਕਰ ਸਕਦਾ? ਹਾਂਜੀ ਬਿਲਕੁਲ ਕਰੋ ਜੀ, ਬਿਲਕੁਲ ਕਰੋ। ਤਾਂ ਹੁਣ ਮੈਂ ਜੇ ਤੁਹਾਡੀ ਪਹਿਲਾਂ ਜਾਂ ਤੁਸੀਂ ਕੁਝ ਕਹਿਣਾ ਮੈਨੂੰ ਉਹ ਕਹਿ ਲਓ, ਮੈਂ ਤੋਂ ਬਾਅਦ ਚ ਆਪਣੀ ਗੱਲ। ਨਹੀਂ ਬਿਲਕੁਲ, ਪਰ ਤੁਸੀਂ ਇਹ ਕਹਿਣਾ ਢੱਡਰੀਆਂ ਵਾਲਾ ਵੀ ਇਹੋ ਕਹਿੰਦਾ। ਮੈਂ ਕਿਹਾ ਨਹੀਂ, ਮੈਂ ਕਹਿੰਦਾ ਮੈਂ ਇਹ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਇੱਕ ਕਾਲ ਪੁਰਖ ਨੂੰ ਮੰਨਦਾ ਆ, ਤੇ ਢੱਡਰੀਆਂ ਵਾਲਾ ਕਦੇ ਕੁਦਰਤ ਨੂੰ ਮੰਨਦਾ ਆ ਰੱਬ,
ਕਦੇ ਕੁਦਰਤ ਨਜ਼ਰ ਨੂੰ ਵੀ ਰੱਬ ਮੰਨਦਾ ਤੇ ਕਦੇ ਕੁਦਰਤ ਵੀ ਰੱਬ ਆ, ਉਹ ਕਨਫਿਊਜ਼ ਹੈ ਇਹਦੇ ਬਾਰੇ। ਔਰ ਉਹਦਾ ਗੁਰਬਾਣੀ ਨਾਲ ਕੋਈ ਲੈਣ ਦੇਣ ਨਹੀਂ ਢੱਡਰੀ ਦਾ। ਮੈਂ ਕੰਪੈਰੀਟਿਵ ਸਟੱਡੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਵੀ ਤੇ ਦਸਮ ਗ੍ਰੰਥ ਦੀ ਵੀ ਜੀ। ਦੇਖੋ ਜੇ ਤਾਂ ਤੁਸੀਂ ਇਹ ਗੱਲ ਰੱਖਣੀ ਆ ਆਪਣੇ ਗਾਹ ਵੀ ਡਿਬੇਟ ਹੋਣੀ, ਨਹੀਂ ਤਾਂ ਇਸੇ ਤਰੀਕੇ ਨਾਲ ਜਿੱਦਾਂ ਆਪਣਾ ਮੇਰੀ ਮੈਂ ਤੁਹਾਡੇ ਨਾਲ ਡਿਬੇਟ ਕਰਨੀ ਨਹੀਂ ਕਿ ਤੁਸੀਂ ਵੀ ਮਨਾ ਕਰ ਚੁੱਕੇ ਹੋ ਮੇਰੇ ਨਾਲ, ਮੈਂ ਵੀ ਮਨਾ ਕਰ ਰਿਹਾ। ਮੈਂ ਤੁਹਾਡੀ ਡਿਬੇਟ ਕਰਾਉਣੀ ਹੈਗੀ ਆ ਸਰਦਾਰ ਗੁਰਚਰਨ ਸਿੰਘ ਜੂਨਵਾਲਾ ਉਹਨਾਂ ਦੇ ਨਾਲ। ਬਿਲਕੁਲ ਸਹਿਮਤ, ਮੈਂ ਉੱਥੇ ਨਿਊਟਰਲ ਹੋ ਕੇ ਬਹਿ ਜਾਣਾ ਤੇ ਮੈਂ ਸਿਰਫ ਮੋਡਰੇਟ ਕਰਨੀ ਆ ਤੁਹਾਡੀ ਡਿਬੇਟ। ਉਹ ਮੈਨੂੰ ਗੱਲ ਤੇ ਕਰ ਲੈਂਦਾ, ਰੱਬ ਦਾ ਵਾਸਤਾ ਯਾਰ। ਨਹੀਂ ਕਰੋ, ਤੁਸੀਂ ਦੱਸਦੇ ਹੋ ਨਾ ਵੀ ਡਿਬੇਟ ਐ ਹੋਣੀ ਨਹੀਂ, ਮੈਂ ਕਿਹਾ ਮੈਂ ਕਰਨੀ ਨਹੀਂ ਡਿਬੇਟ, ਤੁਹਾਡੀ ਉਹਨਾਂ ਦੇ ਨਾਲ ਹੀ ਹੋਣੀ ਹੈ ਜਦੋਂ ਵੀ ਹੋਣੀ ਹੈ। ਮੈਂ ਤੁਹਾਨੂੰ ਕਿਹਾ ਕੀ ਆ, ਮੈਂ ਕਿਹਾ ਜੇ ਆਪਾਂ ਗਾਂ ਵੀ ਗੱਲ ਕਰਨੀ, ਜੇ ਦੇਖੋ ਇੱਕ ਉਹਦੀ ਗੱਲ ਵਿਚਾਰ ਆ ਵੀ ਗੁਰਸਿੱਖਾਂ ਦੇ ਵਿੱਚ ਵਿਚਾਰ ਹੋਣੀ ਚਾਹੀਦੀ, ਹਰੇਕ ਬੰਦੇ 'ਚ ਹੋਣੀ ਚਾਹੀਦੀ, ਕਮਿਊਨਿਟੀਆਂ 'ਚ ਹੁੰਦੀ ਆਈ ਆ, ਕੋਈ ਏਡੀ ਵੱਡੀ ਮਸਲੇ ਦੀ ਗੱਲ ਨਹੀਂ, ਰਾਈਟ। ਜੇ ਤਾਂ ਆਪਾਂ ਕਰਨੀ ਹੈ ਵਿਚਾਰ, ਆਪਾਂ ਕਮ ਸੇ ਕਮ ਇੱਕ ਚੀਜ਼ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆ ਜੂਗੀ ਉੱਥੇ ਤਾਂ ਆਪਾਂ ਨੂੰ ਜਿਹੜੀ ਮੋਹਰ ਲਾਉਣੀ ਪਊਗੀ ਨਾ। ਹਾਂ ਬਿਲਕੁਲ। ਤੇ ਆਪਣੇ ਕੋਲ ਜਿਹੜੇ ਅਰਥਾਂ ਦੇ ਤੌਰ ਦੇ ਉੱਤੇ ਹੈਗੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ, ਹਾਂਜੀ ਮੈਂ ਤਾਂ ਉਹਨਾਂ ਨੂੰ ਫੋਲੋ ਕਰਦਾ ਜੀ, ਤੌਰ ਤੇ ਮੰਨਦੇ ਆ ਨਾ, ਮੈਂ ਬਿਲਕੁਲ ਉਹਨਾਂ ਨੂੰ ਫੋਲੋ ਕਰਦਾ ਜੀ। ਉਸ ਤੋਂ ਵਧੀਆ ਮੈਨੂੰ ਕਿਸੇ ਦੇ ਹੋਰ ਨਹੀਂ ਮਿਲਿਆ ਹਾਲੇ ਤੱਕ ਜੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਟੀਕਾ ਹੈ। ਤੱਕ ਪਤਾ ਮੈਨੂੰ ਲੱਗਾ ਵੀ ਮੇਰੇ ਖਿਆਲ ਨਾਲ ਤੁਸੀਂ ਹਜੇ ਹੋਰ ਕਿਸੇ ਨੂੰ ਪੜਿਆ ਵੀ ਨਹੀਂਗਾ, ਚਲੋ ਕੋਈ ਗੱਲ ਨਹੀਂ, ਉਹ ਗੱਲ ਨਹੀਂ ਹੋਰ ਮੈਂ ਪੜ੍ਹਨਾ ਹੀ ਨਹੀਂ ਜੀ। ਮੈਨੂੰ ਜਦੋਂ ਤੱਕ ਸੈਟੀਸਫੈਕਸ਼ਨ ਹੈਗੀ ਹੈ ਉਹਦੇ ਫਰੀਦਕੋਟੀਆਂ ਦਾ ਟੀਕਾ ਆ, ਉਹ ਨਿਰਾ ਪਖੰਡ ਬਣਾ ਕੇ ਪੇਸ਼ ਕੀਤਾ ਜੀ ਉਹਨਾਂ ਨੇ, ਮੈਂ ਪੜਿਆ ਥੋੜਾ ਜਿਹਾ। ਜਦੋਂ ਇੱਕੋ ਜਿਹੜਾ ਐਪ ਆ ਨਾ, ਆਹ ਜਿਹੜੇ ਆਈ ਸਰਚ ਗੁਰਬਾਣੀ ਐਪ ਆ ਜਾਂ searchgurbani.com ਵੈਬਸਾਈਟ ਆ, 4-5 ਬੰਦਿਆਂ ਦੇ, ਕੋਈ ਮਨਮੋਹਨ ਸਿੰਘ ਹੋਣੀ ਨੇ ਉਹਨਾਂ ਨੇ ਵੀ ਕੀਤਾ ਹੋਇਆ ਆ, ਇੱਕ ਇਹਨਾਂ ਦਾ ਅਕਾਲ ਤਖਤ ਆਪਣੇ SGPC ਵੱਲੋਂ ਵੀ ਕਰਵਾਇਆ ਗਿਆ ਆ। ਮੈਂ ਤੁਹਾਡਾ ਫਰੀਦਕੋਟੀਆਂ ਵਾਲਾ ਤੇ ਇਹਨਾਂ ਦਾ ਇੱਕੋ ਹੀ ਅਨਾਫਿਆ ਇੱਕ ਤਾਂ ਪੜ੍ਹ ਲਈਏ ਜੀ ਪਹਿਲਾਂ, ਫਿਰ ਦੇਖਦੇ ਆ ਉਹਦਾ ਕੰਪੈਰੀਟਿਵਲੀ ਮੈਂ ਦੇਖ ਲੈਂਦਾ ਹੁੰਦਾ ਵੀ ਇਹ ਲਾਈਨ ਦਾ ਇਸੇ ਸ਼ਬਦ ਦਾ ਅਰਥ ਫਲਾਣੇ ਦਾ ਟੀਕਾ ਕੀ ਕਹਿ ਰਿਹਾ ਤੇ ਧਮਕੇ ਦਾ ਟੀਕਾ ਕੀ ਕਹਿ ਰਿਹਾ। ਵੀਰ ਰਾਣੀ ਵੀਰ, ਮੈਂ ਤਾਂ ਤੁਹਾਨੂੰ ਇਹ ਗੱਲ ਕਹੀ ਵੀ ਚਲੋ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਅਰਥਾਂ ਦੇ ਉੱਤੇ ਸਾਰੇ ਤੁਸੀਂ ਸਹਿਮਤ ਹੋ, ਅਸੀਂ ਤੁਹਾਡੇ ਨਾਲ ਸਹਿਮਤ ਹੋ ਚੱਲਦੇ ਆ। ਨਹੀਂ ਮੇਰੇ ਨਾਲ ਨਹੀਂ ਸਹਿਮਤੀ ਆਪਣੀ ਦੋਵਾਂ ਦੀ, ਇਹਦੇ ਤੇ ਮੇਰੇ ਨਾਲ ਨਹੀਂ ਸਹਿਮਤ ਹੋਣਾ, ਤੁਸੀਂ ਉਹਨਾਂ ਦੇ ਅਰਥਾਂ ਦੇ ਉੱਤੇ ਸਹਿਮਤ ਹੋਣਾ ਆਪਾਂ ਦੋਵਾਂ ਨੇ, ਕਿਉਂਕਿ ਮੈਂ ਉਹਨਾਂ ਦੇ ਅਰਥ ਮੈਨੂੰ ਕਾਫੀ ਜ਼ਿਆਦਾ ਵਧੀਆ ਲੱਗੇ। ਜਾਨੀ ਮੈਂ ਇੱਕ ਇਹ ਤੇ ਰਤਨ ਸਿੰਘ ਜੱਗੀ ਜਿਹਨੇ ਇਹਦਾ ਦਸਮ ਗ੍ਰੰਥ ਦਾ ਕੀਤਾ ਹੈਗਾ ਤਰਜਮਾ ਜੀ, ਬੜਾ ਔਖਾ ਕੰਮ ਹੈ ਤਰਜਮਾ ਕਰਨਾ ਹੈ ਸਰਲ ਪੰਜਾਬੀ ਚ। ਹੁਣ ਤੁਹਾਨੂੰ ਜਿਹੜੀ ਮੈਂ ਗੱਲ ਕਹਿਣ ਲੱਗਾ, ਮੇਰੀ ਗੱਲ ਦੁਬਾਰਾ ਜਿਹੜੀ ਉਹ ਸੁਣ ਲਿਓ। ਮੈਂ ਤੁਹਾਨੂੰ ਕਹਿ ਰਿਹਾ ਵੀ ਆਪਾਂ ਦੋਵੇਂ ਵੀਰ ਇੱਕ ਗੱਲ ਤੇ ਸਹਿਮਤ ਹੋ ਜਾਾਂਗੇ ਵੀ ਆਪਾਂ ਜਿਹੜੇ ਗੱਲ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਲਿਖੀ ਆ, ਅਰਥ ਕੀਤੇ ਨੇ, ਉਹਨਾਂ ਤੇ ਜੇ ਸਹਿਮਤ ਹੋਵੋਗੇ ਨਾ, ਜਦੋਂ ਆਪਣੀ ਡਿਬੇਟ ਹੋਵੇਗੀ ਜਾਂ ਵਿਚਾਰ, ਮੈਂ ਵਿਚਾਰ ਹੀ ਕਹਿੰਦਾ ਨਾ, ਡਿਬੇਟ ਨਹੀਂ ਕਹਿੰਦਾ ਮੈਂ। ਵਿਚਾਰ ਨਹੀਂ ਹੁੰਦਾ ਜੀ, ਡਿਬੇਟ ਹੁੰਦੀ ਹੈ ਜਦੋਂ ਇੱਕੋ ਹੀ ਵਿਸ਼ੇ ਦੇ ਉੱਤੇ ਵਿਰੋਧੀ ਵਿਚਾਰਧਾਰਾ ਹੋਵੇ, ਫਿਰ ਉਹ ਡਿਬੇਟ ਹੈ ਜੀ। ਮੇਰਾ ਗੱਲ ਤੇ ਸੁਣ ਲੈ ਰਾਣੀ ਵੀਰ, ਜਦੋਂ ਆਪਾਂ ਗੁਰਮਤਾ ਕਰਾਂਗੇ ਉੱਥੇ ਜਿਹੜੀ ਗੱਲ ਦੇ ਅਰਥ, ਕਿਉਂਕਿ ਮੈਂ ਸੰਗਤਾਂ ਦੇ ਵਿੱਚ ਜੇ ਤਾਂ ਕਰ ਰਿਹਾ, ਕੱਲ ਨੂੰ ਮੈਂ ਕੋਈ ਗੱਲ ਕਹਾਂ ਤੁਸੀਂ ਕੋਈ ਕਹੋ ਨਾ, ਮੈਂ ਤੁਹਾਡੀ ਗੱਲ ਨੂੰ ਕੱਟੂੰਗਾ ਫਿਰ ਨਾ ਤੁਸੀਂ ਮੇਰੇ ਨੂੰ ਕੱਟਣ ਦੀ ਲੋੜ ਪੈਣੀ ਹੈ ਨਾ। ਮੈਂ ਤੁਹਾਨੂੰ ਸਿਰਫ ਇਹ ਗੱਲ ਕਹਿ ਰਿਹਾ, ਜੋ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਕੀਤੇ ਆਪਾਂ ਉਹਨੂੰ ਸਹੀ ਮੰਨ ਲਾਂਗੇ। ਇਹ ਤਾਂ ਚਲੋ ਜਦੋਂ ਇਹ ਤਾਂ ਗੱਲ ਨਿਬੜ ਗਈ ਆਪਣੀ, ਤੁਹਾਡੀ ਇਹਨਾਂ ਦੇ ਨਾਲ ਇਹਦੇ ਤੇ ਡਿਸਕਸ਼ਨ ਹੋਣੀ ਹੈ। ਅਗਰ ਜਿਹੜੀ ਮੇਰੀ ਕੰਪੈਰੀਟਿਵ ਸਟੱਡੀ ਹੈਗੀ ਹੈ, ਮੈਂ ਪੋਸਟਾਂ ਪਾਉਣਾ, ਤੁਸੀਂ ਉਹਦੇ ਤੇ ਪਾ ਸਕਦੇ ਹੋ ਜ਼ਰੂਰ, ਕਿਉਂਕਿ ਮੈਨੂੰ ਇਹ ਪਤਾ ਵੀ ਮੈਂ ਇਹ ਤੁਹਾਡਾ ਰਾਮ ਅਵਤਾਰ ਸਾਰਾ ਪੜ੍ਹ ਲਿਆ। ਮੈਂ ਇਹਦੇ ਬਾਰੇ ਤੁਸੀਂ ਮੇਰੇ ਨਾਲ ਜਦੋਂ ਮਰਜ਼ੀ ਡਿਸਕਸ਼ਨ ਡਿਬੇਟ ਕਰ ਲਓ ਜੀ, ਰਾਮ ਅਵਤਾਰ ਦੇ ਬਾਰੇ। ਮੇਰੀ ਗੱਲ ਸੁਣੋ, ਮੇਰੀ ਰਮਾਇਣ ਹੈ ਜੀ, ਉਹ 154 ਪੰਨਿਆਂ 'ਚ ਰਮਾਇਣ ਲਿਖੀ ਗਈ ਹੈ, ਇੱਕ ਲਾਈਨ ਹੈ ਐਂਡ ਦੇ ਵਿੱਚ ਆ ਕੇ ਸਿਰਫ ਇੱਕ ਸਤਰ, ਉਹ ਤੋਂ ਬਾਅਦ ਵੀ ਬੜਾ ਪੰਗਾ ਪੈ ਜਾਂਦਾ ਉਸ ਸਤਰ ਤੋਂ ਬਾਅਦ। ਔਰ ਉਹ ਤੁਹਾਨੂੰ ਮੈਂ ਹੋਰ ਦੱਸਦਾ ਕਿ ਅਗਰ ਤੁਸੀਂ ਕਹਿੰਦੇ ਹੋ ਨਾ ਪੜ੍ਹਿਆ ਹੋਇਆ, ਤੁਸੀਂ ਇਹ ਰਾਮ ਅਵਤਾਰ ਤੁਸੀਂ ਪੜ੍ਹਿਆ ਆ, ਜਿਹੜਾ ਭਗਵਾਨ ਤੁਹਾਡਾ ਹੈਗਾ ਵਿਸ਼ਨੂੰ ਤੇ ਭਗਵਾਨ ਸ਼ਿਵ ਦੋਵਾਂ ਦਾ ਰੌਲਾ ਆਪਸ ਦੇ ਵਿੱਚ। ਉਹ ਭਾਈ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ। ਹਾਂਜੀ ਨਹੀਂ, ਜਦੋਂ ਡਿਬੇਟ ਹੋ ਗਈ ਆਪਣੀ ਗੱਲ ਖਤਮ ਹੋ ਗਈ, ਤੁਹਾਡੇ ਨਾਲ ਡਿਬੇਟ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਵੀ ਉਹਨਾਂ ਨੇ ਸਟੱਡੀ ਕੀਤੀ ਹੈ, ਦਸਮ ਗ੍ਰੰਥ ਦੀ ਵੀ ਸਟੱਡੀ ਕੀਤੀ ਹੈ ਜੀ। ਉਹ ਮੈਂ ਹੋਣ ਵਾਲੀ ਡਿਬੇਟ ਦੇ ਬਾਰੇ ਗੱਲ ਕਰ ਰਿਹਾ, ਪਰ ਤੁਸੀਂ ਪਤਾ ਨਹੀਂ ਮੈਨੂੰ ਕਾਹਤੋਂ ਬੋਲਣ ਨਹੀਂ ਦੇਣਾ ਚਾਹੁੰਦੇ। ਨਹੀਂ ਮੈਂ ਜਦੋਂ ਆਪਣੀ ਗੱਲ ਨਿਬੜ ਗਈ, ਮੈਂ ਟਾਈਮ ਲੈਣਾ ਉਹਨਾਂ ਤੋਂ। ਮੈਂ ਤਾਂ ਇਹ ਗੱਲ ਕਹੀ ਆ, ਮੈਂ ਤਾਂ ਉਹਦੇ ਚ ਮੋਡਰੇਟਰ ਹੈ, ਮੋਡਰੇਟਰ ਡਿਬੇਟ ਕੰਡਕਟ ਕਰਾਉਣ ਵਾਲਾ ਜੀ। ਇੱਕ ਗੱਲ ਤੇ ਪੂਰੀ ਕਰ ਲੈਂਦੇ ਯਾਰ। ਹਾਂਜੀ ਹੱਥ ਹੀ ਜੋੜ ਕੇ ਕਹਿਤਾ ਹੁਣ ਤਾਂ। ਨਹੀਂ ਦੱਸੋ ਗੱਲ ਪੂਰੀ ਕਰੋ ਨਾ, ਤੁਸੀਂ ਗੱਲ ਰਿਪੀਟ ਕਰ ਰਹੇ ਹੋ ਗੱਲ ਨੂੰ ਡਿਬੇਟ ਵਾਲੀ ਨੂੰ ਜੀ। ਮੇਰੀ ਗੱਲ ਸੁਣੋ, ਜਦੋਂ ਵੀ ਗੱਲ ਹੈਗੀ ਆ, ਕਿਉਂਕਿ ਜੇ ਦੇਖੋ ਇੱਕ ਗੱਲ ਤੇ ਆ ਜਾਈਏ ਮੇਰਾ ਮੰਨਣਾ ਆ, ਫਿਰ ਆਪਾਂ ਢੰਡਰੀ ਵਾਲਾ ਵੀ ਉਹ ਵੀ ਕਹੀ ਜਾਂਦਾ ਮੇਰਾ ਮੰਨਣਾ, ਮੈਂ ਵੀ ਕਹੀ ਜਾਂਦਾ ਮੇਰਾ ਮੰਨਣਾ। ਆਪਾਂ ਏਦਾਂ ਕਰਾਂਗੇ, ਤੁਸੀਂ ਆਪਣੇ ਵਿਦਵਾਨ ਨੂੰ ਬੁਲਾ ਲਓ, ਠੀਕ ਆ ਜੀ, ਆਪਾਂ ਕਾਲ ਤੇ ਡਿਸਕਸ਼ਨ ਕਰਾਂਗੇ, ਜਿਹੜੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਕੀਤੇ ਨੇ ਉਹਨਾਂ ਅਰਥਾਂ ਨੂੰ ਆਧਾਰ ਬਣਾ ਕੇ ਆਪਾਂ ਸਾਰੀ ਚਰਚਾ ਕਰ ਲਾਂਗੇ। ਮੈਂ ਤੁਹਾਨੂੰ ਸਿਰਫ ਇੰਨੀ ਡਿਬੇਟ ਕਹਿ ਲਈ, ਉਹ ਤਾਂ ਚਲੋ ਹੋਊਗਾ, ਆਪਣੀ ਗੱਲ ਕਲੀਅਰ ਹੋ ਗਈ ਹੈ ਜੀ। ਮੈਂ ਤੁਸੀਂ ਕਹਿਤਾ ਵੀ ਮੈਂ ਟੋਰਾਂਟੋ ਦੇ ਹਿਸਾਬ ਨਾਲ 1 ਵਜੇ ਜਾਂ 1:30 ਵਜੇ ਤੱਕ, ਬਸ 12:30 ਵਜੇ ਤੱਕ ਅਵੇਲੇਬਲ ਹਾਂ, ਤੇ ਸੈਟਰਡੇ ਸੰਡੇ ਮੈਂ ਕੰਮ ਤੇ ਜਾਂਦਾ, ਭਾਵੇਂ 1 ਘੰਟਾ ਹੀ ਹੋਵੇ, ਮੈਂ ਉਹਨਾਂ ਤੋਂ ਆਪਣੇ ਜੇ ਵੀਕਐਂਡ ਦਾ ਰੱਖਣਾ ਨਾ, ਵੀਕਐਂਡ ਦਾ ਰੱਖ ਲਓ, ਹੋਰ ਹੀ ਵਧੀਆ, ਕਿਉਂਕਿ ਅਸੀਂ ਵੀ ਪ੍ਰੋਗਰਾਮ ਕਰੀਦਾ, ਆਪਾਂ ਦੋਵਾਂ ਚੈਨਲਾਂ ਤੋਂ ਲਾਈਵ ਆ ਜਾਵਾਂਗੇ, ਉਧਰ ਏਕਨੂਰ ਤੋਂ ਆ ਜਾਵਾਂਗੇ, ਇੱਧਰ ਤੁਹਾਡੇ ਤੋਂ ਆ ਜਾਵਾਂਗੇ, ਉਹ ਥੋੜਾ ਹੋਰ ਹੀ ਮੇਰੇ ਖਿਆਲ ਵਧੀਆ ਹੋ ਜਾਊਗਾ। ਚਲੋ ਠੀਕ ਹੈ, ਮੈਂ ਉਹਨਾਂ ਦਾ ਗੁਰਚਰਨ ਸਿੰਘ ਜੀ ਉਹਨਾਂ ਦੇ ਨਾਲ ਮੈਂ ਮੀਨਸ ਕਰ ਲੈਣਾ ਜੀ ਗੱਲਬਾਤ।
ਹਾਂ ਮੈਨੂੰ ਥੋੜਾ ਜਿਹਾ ਮੈਨੂੰ ਪਹਿਲਾਂ ਦੱਸ ਦਿਓ, ਉਸ ਹਿਸਾਬ ਨਾਲ ਫਿਰ ਆਪਾਂ ਜਿਹੜਾ ਹੈਗਾ ਤਾਂ ਗੱਲਬਾਤ। ਆਪਣੀ ਡਿਬੇਟ ਦੀ ਤਾਂ ਗੱਲ ਮੈਨੂੰ ਇਹ ਸੀਗਾ ਵੀ ਕਲੀਅਰ ਹੋ ਗਈ ਹੈ ਵੀ ਹਾਂ ਗੁਰਚਰਨ ਸਿੰਘ ਜੀ ਉਹਨਾਂ ਵਾਲੇ, ਕਿਉਂਕਿ ਉਹਨਾਂ ਨੇ ਸਾਰਾ ਪੜ੍ਹਿਆ ਆ। ਗੱਲ ਜਿਹੜੀ ਮੈਂ ਗੱਲ ਦੁਬਾਰਾ ਕੀਤੀ ਉਹ ਤਾਂ ਕਰਕੇ ਕੀਤੀ ਵੀ ਕੋਈ ਨਾ ਕੋਈ ਵਿਦਵਾਨ ਤੇ ਐਸਾ ਚਾਹੀਦਾ ਨਾ ਜਿਹਦੇ ਅਰਥਾਂ ਨੂੰ ਆਪਾਂ ਇਹ ਮੰਨਣਾ ਵੀ ਚਲੋ ਠੀਕ ਹੈ ਜੀ ਇਹਨੇ ਆ ਗੱਲ ਦੀ ਪ੍ਰਮਾਣਤਾ ਕੀਤੀ ਆ, ਇਹਦੀ ਗੱਲ ਠੀਕ ਆ। ਬਿਲਕੁਲ ਕੋਈ ਨਾ ਕੋਈ ਵਿਦਵਾਨ ਤੇ ਆਪਾਂ ਨੂੰ ਮੰਨ ਕੇ ਚੱਲਣਾ ਪਊਗਾ ਨਾ। ਨਹੀਂ ਹਾਂ, ਜਿਹੜਾ ਆਪਾਂ ਹੁਣ ਜਿਹੜਾ ਗ੍ਰੰਥ ਸਾਹਿਬ ਜਿਹੜਾ ਮੈਂ ਸਮਝ ਰਿਹਾ, ਮੈਂ ਤਾਂ ਉਸ ਤਰਜਮੇ ਦੇ ਥਰੂ ਹੀ ਸਮਝ ਰਿਹਾ, ਸਿੱਧਾ ਤਾਂ ਮੇਰੀ ਹਿੰਮਤ ਨਹੀਂ ਗਈ ਉਹਨੂੰ ਸਮਝਣ ਦੀ। ਮੈਂ ਭਾਈ ਸਾਹਿਬ ਫਿਰ ਦੇਖੋ ਉਹ ਆਪਾਂ ਇੱਕੋ ਹੀ ਗੱਲ ਹੀ ਦੋਵੇਂ ਜਾਣੇ ਕਰ ਰਹੇ ਹਾਂ। ਬਸ ਉਹ ਤਾਂ ਕਲੀਅਰ ਹੋ ਗਈ ਜੀ। ਹਾਂ ਬਿਲਕੁਲ ਬਿਲਕੁਲ, ਇਹਨਾਂ ਦੇ ਅਰਥਾਂ ਨੂੰ ਆਪਾਂ ਫਾਈਨਲਾਈਜ਼ ਮੰਨ ਕੇ ਚੱਲਣਾ ਹੈ। ਹਾਂ ਬਿਲਕੁਲ ਫਾਈਨਲਾਈਜ਼ ਮੰਨ ਕੇ ਚੱਲਣਾ ਹੈ। ਹਾਂ ਆਪਾਂ ਉੱਥੇ ਗੱਲ ਕਰ ਲਾਂ। ਹਾਂ ਹੁਣ ਜਿਹੜਾ ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀਗਾ ਵੀ ਆਰਾਮ ਹੋਇਆ ਕਿ ਨਹੀਂ ਹੋਇਆ, ਵੀ ਕਿਉਂਕਿ ਇਹਦਾ ਜ਼ਿਕਰ ਕੀਤਾ ਗਿਆ, ਇਹਦੇ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ। ਕੋਈ ਯੁਗ ਯੱਗ ਨਹੀਂ ਹੋਈ ਜੀ ਇਹ। ਜੀ ਮੈਂ ਇਹਦੇ ਬਾਰੇ ਮੈਂ ਜ਼ਿਆਦਾ ਲਾਉਂਗਾ ਤੁਹਾਡੇ ਨਾਲ, ਤੁਹਾਨੂੰ ਪਿੱਛੇ ਆਵਾਜ਼ ਵੀ ਆਉਂਦੀ ਹੋਣੀ ਆ। ਮੈਂ ਇਸ ਟਾਈਮ ਕੰਮ ਤੇ, ਔਰ ਜਿੰਨੇ ਵੀ ਸਾਨੂੰ ਏਕ ਨੂਰ ਤੇ ਵੀ ਸੁਣਦੇ ਉਹਨਾਂ ਨੂੰ ਵੀ ਪਤਾ ਆ ਕਿ ਮੇਰਾ ਜਦੋਂ ਕੰਮ ਸ਼ੁਰੂ ਹੋ ਜਾਂਦਾ ਆ ਤੇ ਮੈਂ ਇੱਥੇ ਕੰਮ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ। ਮੈਂ ਤਾਂ ਕਰਕੇ ਸਰ ਤੁਹਾਨੂੰ ਇਹ ਬੇਨਤੀ ਕਰ ਰਿਹਾ ਕਿ ਇਹ ਜਿਹੜੀਆਂ ਗੱਲਾਂ ਸਾਰੀਆਂ ਨੇ ਆਪਾਂ ਜਿਹੜੀ ਹੈਗੀ ਆ ਉਹ ਵਿਚਾਰ ਕਰ ਲੈਂਦੇ ਆ, ਤਾਂ ਕਿ ਮੈਂ ਵੀ ਘਰੇ ਹੋਊਂਗਾ, ਫਿਰ ਆਪਾਂ ਜਿਹੜੀ ਸਾਰੀ ਗੱਲਬਾਤ ਉਹ ਕਰ ਲੈਂਦੇ ਆ। ਬਿਲਕੁਲ ਜੀ ਬਿਲਕੁਲ ਠੀਕ ਹੈ ਜੀ। ਇਸ ਤਰੀਕੇ ਦੇ ਨਾਲ ਮੇਰੇ ਖਿਆਲ ਨਾਲ ਗੱਲ ਹੋ ਜੂਗੀ ਵਧੀਆ, ਕਿਉਂਕਿ ਇੱਕ ਦੂਜੇ ਦੇ ਖਿਲਾਫ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਇੱਕ ਗੱਲ ਕਹੀ ਸੀਗੀ ਵੀ ਇੱਕ ਦੂਜੇ ਦੇ ਖਿਲਾਫ ਕੌੜੇ ਬਚਨ ਬੋਲੀ ਜਾਣੇ ਕਰੀ ਜਾਣਾ, ਉਹ ਨਾ ਤੇ ਗੱਲ ਜਾਇਜ਼ ਲੱਗਦੀ ਆ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰ ਸਕਦਾ। ਨਹੀਂ ਮੈਂ ਤੁਹਾਡੇ ਖਿਲਾਫ ਦੇਖੋ ਕੋਈ ਕੌੜਾ ਬਚਨ ਨਹੀਂ ਯੂਜ਼ ਕੀਤਾ ਜੀ। ਪਹਿਲੀ ਗੱਲ। ਦੂਜੀ ਗੱਲ ਤੁਸੀਂ ਕਿਹਾ ਸੀ ਕਿ ਮੈਂ ਡਿਸਕਸ਼ਨ ਇਹਦੀ ਤੇ ਆਪਾਂ ਮੈਂ ਤੁਹਾਡੇ ਨਾਲ ਨਹੀਂ ਕਰਨੀ, ਤੇ ਆਪਾਂ ਤੁਹਾਡਾ ਜਿਹੜਾ ਬ੍ਰੌਡਕਾਸਟ ਦੇ ਵਿੱਚੋਂ 9 ਉਦੋਂ ਚੱਕਤਾ ਜੀ ਉਸੇ ਦਿਨ। ਮੇਰੀ ਬੇਨਤੀ ਸੁਣੋ, ਜੇ ਕਦੀ ਮੈਂ ਤੁਹਾਡੇ ਖਿਲਾਫ, ਅਸੀਂ ਵੀ ਕਦੀ ਵੀ ਜਿਹੜੀ ਆ ਉਹ ਆਪ ਸ਼ਬਦ ਕੋਈ ਜਿਹੜਾ ਨਹੀਂ ਵਰਤਿਆ, ਅਸੀਂ ਕਿਸੇ ਦੇ ਖਿਲਾਫ ਵੀ ਨਹੀਂ ਵਰਤੇ। ਤੁਹਾਨੂੰ ਵੀ ਸਾਡਾ ਪਤਾ ਆ, ਸਾਨੂੰ ਤੁਹਾਡੇ ਬਾਰੇ ਪਤਾ ਆ। ਆਪਾਂ ਇਦਾਂ ਕਰਦੇ ਆ, ਗੱਲਬਾਤ ਕਰ ਲੈਂਦੇ। ਉਦੋਂ ਤੱਕ ਮੇਰੀ ਇੱਕ ਜੇ ਤੁਸੀਂ ਬੇਨਤੀ ਸਵੀਕਾਰ ਕਰੋ, ਦੇਖੋ ਜਿੰਨਾ ਚਿਰ ਕੋਈ ਵੀ ਮਸਲੇ ਦਾ ਆਪਾਂ ਡਿਬੇਟ ਕਰਨੀ ਆ, ਤੁਸੀਂ ਵਿਰੋਧ ਕਰੋ, ਜੰਮ ਕਰੋ ਦਸਮ ਗ੍ਰੰਥ ਸਾਹਿਬ ਦਾ, ਕੋਈ ਗੱਲ ਕਰਨੀ ਕਰੋ, ਪਰ ਇੱਕ ਚੰਗੀ ਭਾਸ਼ਾ ਤੁਸੀਂ ਵੀ ਗ੍ਰੰਥ ਸਾਹਿਬ ਦੇ ਲਈ ਰੱਖੋ। ਠੀਕ ਆ ਜੀ। ਤੇ ਅਸੀਂ ਜਿਹੜੀ ਹੈਗੀ ਆਪਾਂ ਜਦੋਂ ਡਿਬੇਟ ਕਰ ਲਾਂਗੇ ਉਸ ਤੋਂ ਬਾਅਦ ਜੋ ਨਰਮਾ ਆਏਗਾ। ਤੁਸੀਂ ਵੀ ਬਾਈ ਜੀ ਕਤੀੜਾ ਸ਼ਬਦ ਮੈਂ ਤੁਹਾਡੇ ਵੀ ਸੁਣਿਆ ਰੇਡੀਓ ਦੇ ਉੱਤੇ, ਟਕਸਾਲ ਮਿਸ਼ਨਰੀ ਕਤੀੜਾ ਇਹ ਉਹ, ਹਾਲਾਂਕਿ ਮੇਰਾ ਕੋਈ ਲੈਣ ਦੇਣ ਨਹੀਂ ਮਿਸ਼ਨਰੀਆਂ ਦੇ ਨਾਲ, ਪਰ ਜਿਹੜੇ ਨਾਲ ਗੱਲ ਹੋਈ ਆ ਉਹਨਾਂ ਤੁਹਾਡੇ ਰੇਡੀਓ ਤੇ ਸੁਣੀ ਹੈ, ਕਿਉਂਕਿ ਤੁਹਾਡਾ ਮੈਂ ਪ੍ਰੋਗਰਾਮ ਕਈ ਵਾਰੀ ਕੰਮ ਤੇ ਲਾਈਵ ਚੱਲਦਾ ਹੁੰਦਾ, ਮੈਂ ਸੁਣਦਾ ਆ। ਮੈਂ ਇੱਕ ਦਿਨ ਕਾਲ ਵੀ ਕੀਤੀ ਸੀ ਤੁਹਾਡੇ ਪ੍ਰੋਗਰਾਮ 'ਚ, ਨਾਲ ਲਾਈਵ ਦੇ ਉੱਤੇ ਗੱਲ ਕਰਕੇ ਗਏ ਨੇ ਕੱਲ ਮਿਸ਼ਨਰੀ। ਮੈਂ ਤੁਹਾਨੂੰ ਸਾਰੀ ਰਿਕਾਰਡਿੰਗ ਪਾ ਦਿੰਦਾ। ਨਹੀਂ ਮੈਂ ਤੁਹਾਨੂੰ ਕਤੀੜਾ ਵਾਲਾ ਮੈਂ ਤੁਹਾਡੇ ਸ਼ਬਦ ਸੁਣੇ ਨੇ ਜੀ, ਮਿਸ਼ਨਰੀ ਕਤੀੜਾ ਇਹ ਉਹ, ਜਿਵੇਂ ਉਹਨੇ ਜਿੰਦ ਬਡਾਲੀ ਨੇ ਵੀ ਇਹੀ ਲਿਖਿਆ ਸੀਗਾ ਉਹਦੀਆਂ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਦੀਆਂ ਕਤੀੜਾ। ਮੈਂ ਤੁਹਾਡੇ ਪ੍ਰੋਗਰਾਮ ਤੇ ਇਹ ਬੋਲੀ ਸੁਣੀ ਹੋਈ ਹੈ। ਮੈਂ ਜਿਹੜੇ ਵੀ ਬੰਦੇ ਨੇ ਕਦੀ ਉਹੋ ਜਿਹੀ ਗੱਲ ਕੀਤੀ, ਮੈਂ ਨਹੀਂ ਤੁਹਾਨੂੰ ਕਹਿੰਦਾ ਕਿ ਮੈਂ ਕਦੀ ਕਿਹਾ ਹੀ ਨਹੀਂ ਹੋਏਗਾ। ਮੈਂ ਇਸ ਗੱਲ ਤੋਂ ਤੁਹਾਨੂੰ ਮਨਾ ਨਹੀਂ ਕਰਦਾ। ਮੈਂ ਤੁਹਾਨੂੰ ਦਸਮ ਗ੍ਰੰਥੀਆਂ ਨੂੰ ਦਸਮ ਗ੍ਰੰਥੀ ਹੀ ਕਹਿਣਾ, ਉਹ ਤੋਂ ਬਾਅਦ ਮੈਂ ਕੁਝ ਨਹੀਂ ਕਹਿੰਦਾ ਜੀ। ਹੁਣ ਕੀ ਕਹੀਏ, ਇੱਕ ਟਕਸਾਲੀ ਕਹੀਏ, ਉਹ ਕਹਿੰਦੇ ਸਾਨੂੰ ਟਕਸਾਲੀ ਨਾ ਕਹੋ। ਪਤਾ ਸੀ ਜਿਹੜੇ 63 74 ਵਾਲੀਆਂ ਔਲਾਦਾਂ ਨੇ, ਤੁਸੀਂ ਇੱਥੋਂ ਤੱਕ ਵੀ ਪਾਇਆ ਸੀ, ਪਰ ਮਨਾਂ ਦਿਲਾਂ 'ਚ ਨਹੀਂ ਪੈਂਦਾ। ਨਹੀਂ ਉਹ 63 74 ਜਿਹੜਾ ਗਲਤ ਬੋਲੂਗਾ ਆ ਕੇ ਜੀ, ਮੈਂ ਉਹਨਾਂ ਨੂੰ ਪਾਇਆ, ਮੈਂ ਤੁਹਾਨੂੰ ਨਹੀਂ ਪਾਇਆ। ਜਿਹੜਾ ਆ ਕੇ ਗਾਲੀ ਗਲੋਚ ਕਰੂਗਾ, ਇੱਥੇ ਮੈਂ ਤੁਹਾਨੂੰ ਮੈਸੇਜ ਸੁਣਾਵਾਂ ਇਹਨਾਂ ਦੇ ਨਕਲੀ ਫੋਨ ਨੰਬਰ ਨੇ, ਇੰਡੀਆ 'ਚੋਂ ਬੈਠੇ ਗੱਲਾਂ ਕਰਦੇ ਨੇ। ਨੰਬਰ ਹੈਗਾ +43, ਮੇਰੇ ਖਿਆਲ ਤੁਹਾਡੇ ਇੰਗਲੈਂਡ ਦੇ ਨਾਲੇ ਕੋਈ ਕੰਟਰੀ ਹੋਣਾ, +43 ਵਾਲਾ ਨੰਬਰ, ਬੈਲਜੀਅਮ ਦਾ ਹੋਵੇ, ਨੀਦਰਲੈਂਡ ਦਾ ਹੋਵੇ। ਰਣਵੀਰ ਗੱਲ ਦੇਖ, ਉਹਨਾਂ ਦੇ ਨਾਲ ਤੁਹਾਡੀ ਗੱਲ ਸੀਗੀ, ਠੀਕ ਆ, ਉਹਨਾਂ ਨਾਲ ਤੁਸੀਂ ਕੀਤੀ। ਮੈਂ ਹੁਣ ਤੁਹਾਨੂੰ ਇੰਨੀ ਬੇਨਤੀ ਕਰ ਰਿਹਾ, ਮੈਂ ਕੋਈ ਤੁਹਾਡੇ ਤੇ ਕੋਈ ਐਲੀਗੇਸ਼ਨ ਨਹੀਂ ਲਾ ਰਿਹਾ, ਕੋਈ ਕੁਛ ਨਹੀਂ ਲਾ ਰਿਹਾ। ਹਫ਼ਤੇ ਦੇ ਵਿੱਚ ਤੁਸੀਂ ਦੇਖੋ ਟਾਈਮ ਉਹਨਾਂ ਕੋਲ ਲੈ ਲਓਗੇ, ਅੱਧੇ ਹਫ਼ਤੇ 'ਚ ਲੈ ਲਓਗੇ, ਆਪਣੀ ਗੱਲ ਹੋਈ ਨਹੀਂ, ਸਾਰੀ ਗੱਲ ਜਿਹੜੀ ਆ ਸਾਫ਼ ਹੋ ਜਾਣੀ ਆ। ਉਹਨੇ ਚਿਰ ਦੇ ਲਈ ਮੈਂ ਤੁਹਾਡੇ ਤੋਂ ਇੰਨੀ ਉਮੀਦ ਤਾਂ ਕਰ ਸਕਦਾ ਵੀ ਆਪਾਂ ਆਹ 63 74 ਵਾਲੇ ਦੀ ਆ ਜੋ ਇਹੋ ਜਿਹੀ ਗੱਲਾਂ ਪੋਸਟਾਂ ਨਾ ਪਾਈਏ। ਬੇਨਤੀ ਤਾਂ ਕਰ ਹੀ ਸਕਦੇ ਹਾਂ। 63 74 ਤੇ ਤਾਂ ਮੈਂ ਪੋਸਟ ਪਾਈ ਨਹੀਂ, ਮੈਂ ਤਾਂ ਕਮੈਂਟ ਦਿੱਤਾ ਜੀ। ਅਗਰ ਕਿਸੇ ਨੇ ਮੈਨੂੰ ਗਾਲੀ ਗਲੋਚ ਕੀਤਾ ਉਸ ਕਮੈਂਟ, ਤੁਸੀਂ ਉਹਨਾਂ ਨੂੰ ਵੀ ਕਹੋ ਨਾ ਗਾਲੀ ਗਲੋਚ ਕਰਨ। ਮੇਰੀ ਕੋਈ ਪੋਸਟ ਦਿਖਾ ਦਿਓ ਤੁਸੀਂ ਵੀ ਜਿਹਦੇ 'ਚ ਮੈਂ 63 74 ਦੀ ਔਲਾਦ ਜੇ ਉਹ ਮੈਨੂੰ ਗਾਲਾਂ ਲਿਖੂਗਾ ਬੰਦਾ ਨਾਲ। ਮੈਂ ਇਦਾਂ ਕਰਦਾ, ਆ ਲੋ ਜੀ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਜਿੰਨੀ ਵੀ ਇਸ ਟਾਈਮ ਸੁਣ ਰਹੀ ਆ, ਸਾਰਿਆਂ ਦੇ ਕਰਨ 'ਚ ਸਿਰ ਰੱਖ ਕੇ ਸਾਰਿਆਂ ਨੂੰ ਬੇਨਤੀ ਕਰ ਦਿੰਦਾ, ਨਾ ਕੋਈ ਤੁਹਾਡੇ ਖਿਲਾਫ ਲਿਖੇ, ਨਾ ਤੁਸੀਂ ਇਹੋ ਜਿਹੀ ਕੋਈ ਪੋਸਟ ਪਾਈਓ, ਨਾ ਕਮੈਂਟਾਂ ਦੇ ਵਿੱਚ ਇੱਕ ਦੂਜੇ ਨਾਲ ਇਦਾਂ ਦੀ ਗੱਲ ਕਰਿਓ। ਆਪਾਂ ਬਹਿ ਕੇ ਜਿਹੜੀ ਗੱਲ ਹੈਗੀ ਕਰ ਲਓ। ਚਲੋ ਮੈਂ ਨਹੀਂ ਪਾਉਂਦਾ ਜੀ, ਮੈਂ ਆਪਣੀ ਗਾਰੰਟੀ ਕਰ ਸਕਦਾ ਵੀ ਮੈਂ ਜਿਹੜਾ ਵੀ ਗਾਲਾਂ ਕੱਢਦਾ, ਕਿਉਂਕਿ ਬਹੁਤ ਸਾਰੇ ਗਾਲਾਂ ਕੱਢਦੇ ਨੇ, ਸਾਰਿਆਂ ਦੇ ਜਵਾਬ ਨਹੀਂ ਦਿੱਤੇ ਜਾਂਦੇ। ਜਿਹੜਾ ਕੱਢਦਾ ਕੱਢੀ ਜਾਵੇ ਜੀ, ਤੇ ਆਪਾਂ ਉਹਨੂੰ ਹੀ ਜਵਾਬ ਦੇਣਾ ਲੈ ਹੁਣ ਤੋਂ ਬਾਅਦ। ਦੇਖੋ ਵੀਰੇ, ਮੈਂ ਕੱਲੇ ਦੇ ਕਮੈਂਟ ਦੀ ਜ਼ਿੰਮੇਵਾਰੀ ਤਾਂ ਨਹੀਂ ਚੱਕ ਸਕਦਾ। ਮੈਂ ਸਮਝਦਾ ਗੱਲ ਤੁਹਾਡੀ, ਕਰ ਸਕਦਾ ਵੀ ਭਾਈ ਕੋਈ ਵੀ ਰਾਣੇ ਵੀਰ ਨੂੰ ਵੀ ਜਿਹੜੀ ਮਾੜੀ ਚੰਗੀ ਗੱਲ ਨਾ ਲਿਖਿਓ। ਆਪਾਂ ਬਹਿ ਕੇ ਭਰਾਵਾਂ ਵਾਂਗੂ, ਕਿਉਂਕਿ ਸਾਰੇ ਆਪਾਂ ਗੁਰਸਿੱਖ ਆ, ਸਾਰੇ ਵਧੀਆ ਪਰਿਵਾਰਾਂ ਵਾਲੇ ਆ, ਆਪਾਂ ਬਹਿ ਕੇ ਗੱਲ ਕਰ ਲੈਂਦੇ ਆ। ਬਿਲਕੁਲ ਨਹੀਂ, ਚਲੋ ਅਗਰ ਗਾਲਾਂ ਵੀ ਕੱਢੂਗਾ ਵੀ ਮੈਂ ਤੁਹਾਨੂੰ ਗਾਰੰਟੀ ਕਰਦਾ ਆਪਣੀ ਵੀ ਮੈਂ ਨਹੀਂ ਉਹਨਾਂ ਨੂੰ ਲਿਖਦਾ ਜੀ, ਕੋਈ ਚੁੱਕਰ ਜਮਾਜੀ। ਮੇਰਾ ਸੁਭਾਅ ਗਰਮ ਹੋ ਜਾਂਦਾ ਕਈ ਵਾਰੀ, ਪਰ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਬਈ ਨਾ ਉਹਨਾਂ ਨੂੰ ਜਿਹੜਾ ਗਾਲਾਂ ਕੱਢਦਾ ਉਹਨੂੰ ਬਲੌਕ ਕਰ ਦਿਓ, ਗੱਲ ਖਤਮ ਹੋ ਗਈ। ਜਿਹੜੀ ਗੱਲਬਾਤ ਉਹ ਕਰੀਏ, ਤੇ ਆਪਾਂ ਜਿਹੜੀ ਹੈਗੀ ਉਦੋਂ ਨੂੰ ਜਿਹੜੀ ਗੱਲਬਾਤ ਕਰ ਲਾਂਗੇ, ਅਸੀਂ ਆਪਣੇ ਵੱਲੋਂ ਲਾਈਵ ਵੀ ਕਰ ਲਾਂਗੇ,
ਤੁਸੀਂ ਵੀ ਇਧਰੋਂ ਲਾਈਵ ਕਰ ਲਿਓ ਤਾਂ ਆਪਾਂ ਜਿਹੜੀ ਸਾਂਝੇ ਤੌਰ ਦੇ ਉੱਤੇ ਸਾਰੀ ਗੱਲਬਾਤ ਕਰ ਲਾਂਗੇ, ਕਿਉਂਕਿ ਨਾਲ ਆਪਣੀ ਕਿਹੜੀ ਪਹਿਲੀ ਵਾਰੀ ਗੱਲ ਹੋਣੀ, ਅੱਗੇ ਵੀ ਤਾਂ ਫੋਨਾਂ ਤੇ ਗੱਲਾਂ ਹੋਈਆਂ ਨੇ ਹਾਂ ਬਿਲਕੁਲ ਹੋਈਆਂ ਨੇ, ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕਿ ਸਾਡੇ 'ਚ ਗੱਲ ਨਹੀਂ ਹੋ ਸਕਦੀ। ਸੋ ਜਿੱਥੇ ਅਸੀਂ ਇਹ ਚਾਹੁੰਦੇ ਵੀ ਢੰਡਰੀਆਂ ਨਾਲ ਕਿਸੇ ਨਾਲ ਬਹਿ ਕੇ ਗੱਲ ਕਰੀ, ਇਹ ਨਾ ਕਹੋ ਮੈਂ ਤੁਹਾਨੂੰ ਢੰਡਰਿਆਂ ਗਿਆ ਤੁਸੀਂ ਮੈਨੂੰ ਭਰਾ ਬਣਾ ਲਓ, ਪਰ ਮੈਂ ਇਹ ਗੱਲ ਕਰ ਰਿਹਾ ਜਿੱਥੇ ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਬੰਦਾ ਸਾਡੇ ਨਾਲ ਗੱਲ ਕਰੇ, ਅਸੀਂ ਆਸ ਵਿੱਚ ਕਿਉਂ ਨਹੀਂ ਕਰ ਸਕਦੇ? ਹਾਂ ਕਿਉਂ ਨਹੀਂ, ਬਿਲਕੁਲ, ਕਿਉਂਕਿ ਸਾਡਾ ਵੀ ਵਿਚਾਰਧਾਰਕ ਵਿਰੋਧ ਹੈਗਾ ਇੱਕ ਵਿਸ਼ੇ ਦੇ ਉੱਤੇ, ਤੇ ਬੈਠ ਕੇ ਗੱਲ ਹੋਣੀ ਚਾਹੀਦੀ ਹੈ ਵਿਚਾਰਾਂ ਦੀ। ਉਹਨੂੰ ਆਪਾਂ ਵਿਚਾਰਧਾਰਕ ਨੂੰ ਵਿਚਾਰਧਾਰਕ ਤੌਰ ਤੇ ਹੀ ਰੱਖੀਏ, ਨਾ ਇਹਦੇ ਅੱਗੇ ਵਧੀਏ, ਕਿਉਂਕਿ ਗਾਂ ਗੱਲਾਂ ਵੱਧਦੀਆਂ ਕਿਉਂਕਿ ਸਾਰੇ ਜਾਂ ਹੋਵੇ ਧੀਆਂ ਕੱਲੀਆਂ ਰਾਣੇ ਵੀਰ ਤੁਹਾਡੇ 'ਚ ਪੈਦਾ ਹੋਈਆਂ, ਸਾਡੇ ਨਹੀਂ ਹੋਈਆਂ, ਠੀਕ ਆ, ਮਾਵਾਂ ਇੱਕ ਦੇ ਘਰੇ ਆ ਦੂਜੇ ਦੇ ਹੈ ਨਹੀਂ, ਆਪਾਂ ਸਾਰੇ ਧੀਆਂ ਪਰਿਵਾਰਾਂ ਵਾਲੇ ਆ, ਸਾਰਿਆਂ ਦੀਆਂ ਗਾਂ ਧੀਆਂ ਨੇ, ਭੈਣਾਂ ਵਿਆਹੀਆਂ ਆ, ਦੂਜਿਆਂ ਨੇ ਵਿਆਹ ਕੇ ਲਿਆਂਦੀਆਂ ਆ, ਸੋ ਆਪਾਂ ਵਧੀਆ ਤਰੀਕੇ ਨਾਲ ਗੱਲ ਕਰਾਂਗੇ, ਬਿਲਕੁਲ ਹਨਾ। ਤੇ ਠੀਕ ਆ ਵੀਰੇ, ਮੈਂ ਹੁਣ ਅਸਲ ਵਿੱਚ ਮੈਂ ਤੁਹਾਡੇ ਨਾਲ ਨਾ ਇੱਕ ਸਾਈਡ ਜੀ ਤਾਂ ਲੋਕਾਂ ਹੀ ਗੱਲ ਕਰਨ ਡਿਆ, ਕਿਉਂਕਿ ਐਮਾਜ਼ੋਨ ਦੀ ਮੇਰੀ ਜੌਬ ਆ, ਇੱਥੇ ਸਾਨੂੰ ਫੋਨ ਅਲਾਉਡ ਨਹੀਂ ਹੈਗਾ ਉਦਾਂ। ਠੀਕ ਹੈ, ਕੋਈ ਤੁਹਾਨੂੰ ਲੋੜ ਹੀ ਨਹੀਂ ਸੀ ਦੱਸਣ ਦੀ, ਇਹ ਯਾਨੀ ਕੋਈ ਗੱਲ ਨਹੀਂ, ਆਪਾਂ ਫੇਰ ਕਰਾਂਗੇ ਗੱਲ। ਮੈਂ ਤੁਹਾਨੂੰ ਜਦੋਂ ਘਰੇ ਸੀਗਾ, ਜਦੋਂ ਕਾਲ ਕਰਦਾ ਪਿਆ ਸੀ, ਉਦੋਂ ਵੀਰ ਪਰ ਕਾਲ ਜ਼ਿਆਦਾ ਲੰਬੀ ਚੱਲ ਗਈ, ਤੁਹਾਡੇ ਵੀ ਵੱਸ ਦੀ ਗੱਲ ਨਹੀਂ ਸੀਗੀ, ਤੇ ਕੋਈ ਗੱਲ ਨਹੀਂ, ਤੁਸੀਂ ਆਪਾਂ ਏਦਾਂ ਕਰਿਓ ਟਾਈਮ ਲੈ ਕੇ ਤੇ ਤੁਸੀਂ ਇੱਥੇ ਪੋਸਟ ਵੀ ਪਾ ਦਿਓ ਤੇ ਮੈਨੂੰ ਮੈਸੇਜ ਵੀ ਕਰ ਦਿਓ, ਫਿਰ ਆਪਾਂ ਉਸ ਹਿਸਾਬ ਨਾਲ ਸਮਾਂ ਬਣਾ ਕੇ ਗੱਲ ਕਰ ਲੈਂਦੇ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਧੰਨਵਾਦ ਮੇਰਾ। ਧੰਨਵਾਦ ਜੀ, ਧੰਨਵਾਦ ਯਾਰ। ਇਹ ਸੀਗੇ ਜੀ ਮਲਕੀਤ ਸਿੰਘ।